सत श्री अकाल बच्चे सारिਆਂ ਨੂੰ। बच्चे पंजाब सक्सैस ट्री च सारिਆਂ ਦਾ ਸਵਾਗਤ ਹੈ। ਆਪਾਂ 2 ਹਫ਼ਤੇ ਤੋਂ ਜਿਹੜਾ सक्सैस ट्री चैनल ਦੇ ਉੱਤੇ ਇਨੀਸ਼ੀਏਟ ਲਿਆ ਹੋਇਆ ਸੀ ਕਿ ਪੰਜਾਬ ਦੇ ਜਿੰਨੇ ਪੁਰਾਣੇ ਪੇਪਰ ਹੋਏ ਨੇ ਉਹ ਚਾਹੇ ਜਿਹੜੇ ਮਰਜ਼ੀ ਡਿਪਾਰਟਮੈਂਟ ਦੇ ਨੇ, ਉਹ PSSB ਬੋਰਡ ਨੇ ਲਏ ਹੋਏ ਨੇ, ਉਹ ਚਾਹੇ PSPC ਆਪਣੇ PPSC ਨੇ ਲਏ ਹੋਏ ਨੇ, ਜਾਂ ਕੋਈ ਅਲੱਗ ਰਿਕਰੂਟਮੈਂਟ ਬੋਰਡ ਆ ਉਹਨੇ ਆਪਣੇ ਪੇਪਰ ਲਏ ਨੇ। ਜਿਵੇਂ ਪਿਛਲੇ ਸਾਲ ਸਬ ਇੰਸਪੈਕਟਰ ਦੇ ਲਈ ਤੇ ਕਾਂਸਟੇਬਲ ਹੈੱਡ ਕਾਂਸਟੇਬਲ ਦੇ ਪੇਪਰਾਂ ਦੇ ਲਈ ਪੰਜਾਬ ਪੁਲਿਸ ਦਾ ਰਿਕਰੂਟਮੈਂਟ ਬੋਰਡ ਬਣਿਆ ਸੀ। ਤਾਂ 8-10 ਸਾਲਾਂ 'ਚ ਜਿੰਨੇ ਪੇਪਰ ਹੋਏ ਨੇ ਉਹਨਾਂ ਦੇ ਵਿੱਚੋਂ ਕਾਫੀ ਸਵਾਲਾਂ ਦੇ ਰਿਪੀਟ ਹੋਣ ਦੇ ਚਾਂਸਿਸ ਹਮੇਸ਼ਾ ਹੀ ਰਹੇ ਨੇ। ਹੁਣ ਤੱਕ ਜਿਹੜੇ ਐਗਜ਼ਾਮਸ ਹੋਏ ਨੇ ਉਹਨਾਂ ਦੇ ਵਿੱਚ ਵੀ ਕੁਐਸਚਨਸ ਰਿਪੀਟ ਹੋਏ ਨੇ। ਤਾਂ ਹੁਣ ਜਿਹੜੇ ਅੱਗੇ ਐਗਜ਼ਾਮਸ ਹੋਣੇ ਨੇ, ਡੇਲੀ ਕੋਈ ਨਾ ਕੋਈ ਨੋਟੀਫਿਕੇਸ਼ਨ ਆ ਰਹੀ ਹੈ, ਨਵੀਆਂ ਭਰਤੀਆਂ ਨਿਕਲ ਰਹੀਆਂ ਨੇ, ਤਾਂ ਹੋਣ ਵਾਲੇ ਐਗਜ਼ਾਮਸ ਦੇ ਵਿੱਚ ਵੀ ਆਪਣੇ ਸਵਾਲ ਰਿਪੀਟ ਹੋਣ ਦੇ ਚਾਂਸਿਸ ਨੇ। ਉਹਦੇ ਲਈ ਆਪਾਂ ਮੈਥ ਤੇ ਰੀਜ਼ਨਿੰਗ ਦੇ ਪੁਰਾਣੇ ਪੇਪਰ ਆਪਾਂ ਕਰਨੇ ਸ਼ੁਰੂ ਕੀਤੇ ਹੋਏ ਨੇ। ਪ੍ਰੀਵੀਅਸ ਈਅਰ ਕੁਐਸਚਨਸ ਦੇ ਵਿੱਚ ਜਿੰਨਾ ਐਗਜ਼ਾਮਸ ਆਏ ਨੇ ਆਪਾਂ ਉਹ ਸਾਰੇ ਕੁਐਸਚਨਸ ਪਲੱਸ ਉਹਨਾਂ ਦੇ ਨਾਲ ਦੇ ਕੁਝ ਹੋਰ ਮਿਲਦੇ ਜੁਲਦੇ ਸਿਮਿਲਰ ਕੁਐਸਚਨ ਜਾਂ ਜਿਹੜੇ ਕੁਝ ਮੋਸਟ ਐਕਸਪੈਕਟਡ ਕੁਐਸਚਨਸ ਨੇ ਜਿਹੜੇ ਐਤਕੀ ਦੇਖੇ ਜਾ ਸਕਦੇ ਨੇ, ਉਹ ਆਪਾਂ ਸੀਰੀਜ਼ ਸਟਾਰਟ ਕੀਤੀ ਹੋਈ ਆ। ਅੱਜ ਦੀ ਕਲਾਸ ਦੇ ਵਿੱਚ ਜਿਹੜੀ ਆਪਣੀ ਪਿਛਲੀ ਕਲਾਸ ਸੀ ਮੰਗਲਵਾਰ ਵਾਲੀ, ਉਹਦੇ ਵਿੱਚ ਆਪਾਂ ਜਿਹੜਾ ਐਤਵਾਰ ਨੂੰ ਵੇਰਕਾ ਦਾ ਪੇਪਰ ਹੋਇਆ ਸੀਗਾ ਅਸਿਸਟੈਂਟ ਮੈਨੇਜਰ ਦਾ, ਉਹ ਪੂਰੇ ਦਾ ਪੂਰਾ ਪੇਪਰ ਡਿਸਕਸ ਕੀਤਾ ਸੀ। ਅੱਜ ਦੀ ਕਲਾਸ ਦੇ ਵਿੱਚ ਇੱਕ ਪੂਰਾ ਪੇਪਰ ਡਿਸਕਸ ਕਰਾਂਗੇ ਜਿਹਦੇ ਵਿੱਚ ਏਜਿਸ ਦੇ ਕੁਝ ਕੁਐਸਚਨ ਨੇ ਜਿਹੜੇ ਕਿ ਥੋੜੇ ਟਿਪੀਕਲ ਕੁਐਸਚਨ ਨੇ। ਏਜਿਸ ਦੇ ਕੁਐਸਚਨ ਜਿਹੜੇ ਅੱਜ ਦੀ ਕਲਾਸ ਦੇ ਵਿੱਚ ਦੇਖੋਗੇ ਉਹ ਕੋਈ ਆਸਾਨ ਕੁਐਸਚਨ ਨਹੀਂ ਹੈਗੇ ਕਿ ਅੱਛਾ ਦੇਖ ਲਿਆ ਆਹ ਰੇਸ਼ੀਓ ਦਿੱਤੀ ਹੋਈ ਆ ਰੇਸ਼ੀਓ ਦਾ ਆਹ ਕੁਛ ਕਰਕੇ ਤੇ ਉਮਰਾਂ ਕੱਢ ਲਈ ਆਪਣੀਆਂ, ਇੰਨਾ ਸੌਖਾ ਕੁਐਸਚਨ ਨਹੀਂ ਹੈਗਾ। ਏਜਿਸ ਦੇ ਥੋੜੇ ਜਿਹੇ ਔਖੇ ਕੁਐਸਚਨ ਨੇਗੇ ਅੱਜ ਦੀ ਕਲਾਸ ਦੇ ਵਿੱਚ। ਇਸ ਤੋਂ ਬਿਨਾਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਬੱਚੇ ਕਮੈਂਟ ਸੈਕਸ਼ਨ 'ਚ ਕਹਿ ਰਹੇ ਸੀ ਕਿ ਬੋਟਸ ਐਂਡ ਸਟਰੀਮਸ ਕਰਵਾਓ, ਤਾਂ ਬੋਟਸ ਐਂਡ ਸਟਰੀਮਸ ਦੇ 2-3 ਤਰ੍ਹਾਂ ਦੇ ਕੁਐਸਚਨ ਨੇ, ਤਾਂ 6-7 ਕੁਐਸਚਨ ਅੱਜ ਬੋਟਸ ਐਂਡ ਸਟਰੀਮਸ ਦੇ ਕਰਾਂਗੇ। 4-5 ਕੁਐਸਚਨ ਆਪਣੇ ਰੇਸ਼ੀਓ ਦੇ ਨੇ, ਤੇ ਅਖੀਰ ਤੇ ਨੰਬਰ ਸਿਸਟਮ ਦੇ ਵਿੱਚੋਂ ਇੱਕ ਤਾਂ ਬੱਚੇ LCM HCF ਵਾਲੇ ਕੁਐਸਚਨਸ ਨੇ। ਇਸ ਤੋਂ ਬਿਨਾਂ ਜਿਹੜੇ ਆਪਣੇ ਐਲਜੈਬਰਿਕ ਐਕਸਪ੍ਰੈਸ਼ਨਸ ਦੇ ਉੱਤੇ ਕੁਐਸਚਨ ਲਗਾਤਾਰ ਪੁੱਛੇ ਜਾ ਰਹੇ ਸੀਗੇ। ਬਹੁਤ ਸਾਲ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ 5-7 ਸਾਲ ਪਹਿਲਾਂ, ਤਾਂ ਉਦੋਂ ਇਹ ਕੁਐਸਚਨ ਨਹੀਂ ਸੀ ਪੁੱਛੇ ਜਾਂਦੇ, ਪਰ ਪਟਵਾਰੀ ਦੇ ਵਿੱਚ ਪੁੱਛਿਆ ਗਿਆ। ਖੈਰ ਪਟਵਾਰੀ ਤੋਂ ਹਫ਼ਤਾ ਪਹਿਲਾਂ PSTCL ਦਾ ਪੇਪਰ ਹੋਇਆ ਸੀਗਾ 3 ਕੇ 4 ਅਗਸਤ ਨੂੰ, ਉਹਦੇ ਵਿੱਚ ਪੁੱਛਿਆ ਗਿਆ ਸੀਗਾ ਐਲਜੈਬਰਿਕ ਐਕਸਪ੍ਰੈਸ਼ਨ ਦਾ ਨੰਬਰ ਸਿਸਟਮ ਦਾ ਕੁਐਸਚਨ, ਪਟਵਾਰੀ 'ਚ ਪੁੱਛਿਆ ਗਿਆ ਸੀ। ਫਿਰ ਸਬ ਇੰਸਪੈਕਟਰ ਦਾ ਡੇਲੀ ਸ਼ਿਫਟਾਂ 'ਚ ਜਿਹੜਾ ਪੇਪਰ ਹੋ ਰਿਹਾ ਸੀਗਾ, ਸਾਰੇ ਸ਼ਿਫਟਾਂ 'ਚ ਪੇਪਰ 'ਚ ਨੰਬਰ ਸਿਸਟਮ ਦਾ ਕੁਐਸਚਨ ਪੁੱਛਿਆ ਗਿਆ ਸੀ, ਤਾਂ ਉਹ 2-3 ਕੁਐਸਚਨਸ ਦੀ ਪ੍ਰੈਕਟਿਸ ਕਰਾਂਗੇ। ਇਸ ਤੋਂ ਬਿਨਾਂ ਕਮੈਂਟ ਸੈਕਸ਼ਨ 'ਚ ਮੈਂ ਪਤਾ ਨਹੀਂ ਲਾਈਵ ਕਮੈਂਟਸ ਦੇ ਵਿੱਚ ਪੜ੍ਹਿਆ ਸੀ ਜਾਂ ਵੀਡੀਓ ਦੇ ਕਮੈਂਟ ਦੇ ਵਿੱਚ ਪੜ੍ਹਿਆ ਕਿ ਕੁਝ ਬੱਚੇ ਕਹਿ ਰਹੇ ਸੀ ਕਿ ਹੈਂਡ ਸ਼ੇਕਸ ਵਾਲੇ ਕੁਐਸਚਨ, ਤਾਂ ਅੱਜ ਦੀ ਕਲਾਸ ਦੇ ਵਿੱਚ ਅਖੀਰਲੇ ਸਵਾਲ ਆਪਣੇ ਹੈਂਡ ਸ਼ੇਕ ਵਾਲੇ ਕੁਐਸਚਨਸ ਹੋਣਗੇ। ਤਾਂ ਅੱਜ ਦੀ ਕਲਾਸ 'ਚ ਆਪਾਂ ਕੀ ਕੁਝ ਦੇਖਣਾ ਉਹ ਮੈਂ ਬਰੀਫ ਕਰਤਾ, ਤਾਂ ਆਪਾਂ ਇੱਕ ਇੱਕ ਕਰਕੇ ਸਵਾਲ ਸਟਾਰਟ ਕਰਦੇ ਹਾਂ। 21 ਤੋਂ 22 ਕੁਐਸਚਨ ਨੇ ਅੱਜ ਦੀ ਕਲਾਸ ਦੇ ਵਿੱਚ, ਤਾਂ ਉਹੀ ਸਵਾ ਕੁ ਘੰਟੇ ਦੀ ਕਲਾਸ ਰਹਿਣ ਵਾਲੀ ਆ। ਤੇ ਜਿਵੇਂ ਜਿਵੇਂ ਆਪਾਂ ਕਰਦੇ ਜਾਵਾਂਗੇ, ਮੈਂ ਫਿਰ ਉਹੀ ਅਪੀਲ ਕਰ ਰਿਹਾ 2-3 ਅਪੀਲਸ। ਇੱਕ ਤਾਂ ਜਿਹੜੀ ਬੇਸਿਕ ਮੈਂ ਗੱਲ ਕਹਿਣੀ ਹੈ ਕਿ ਯਾਰ ਤੁਸੀਂ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰਦੇ ਰਿਹਾ ਕਰੋ, ਉਹਦੇ ਨਾਲ ਹੋਰ ਕੁਝ ਨਹੀਂ ਹੁੰਦਾ, ਥੋੜਾ ਜਿਹਾ ਸਪਰੈਡ ਹੋ ਜਾਂਦੀ ਹੈ ਵੀਡੀਓ, 4 ਨਿਆਣਿਆਂ ਨੂੰ ਪਤਾ ਲੱਗ ਜਾਂਦਾ ਜਿਹੜੇ ਤਿਆਰੀਆਂ ਕਰਕੇ ਬੈਠੇ ਨੇ ਕਿ ਹਾਂ ਕੁਝ ਰਿਵੀਜ਼ਨਾਂ ਕੀਤੀਆਂ ਜਾ ਸਕਦੀਆਂ ਨੇ। ਨੰਬਰ 2 ਜ਼ਰੂਰੀ ਗੱਲ, ਹੁਣ ਤੱਕ ਜਿੰਨੀਆਂ ਵੀਡੀਓਜ਼ ਆਪਣੀਆਂ ਆ ਚੁੱਕੀਆਂ, ਜੇ ਮੈਥ ਦੀ ਗੱਲ ਕਰੀਏ ਤਾਂ ਤੁਸੀਂ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਜੋ ਕਹਿੰਦੇ ਹੋ ਕਿ ਸਰ ਆਹ ਚੈਪਟਰ ਦੇ ਜਾਂ ਉਹ ਚੈਪਟਰ ਦੇ ਕੁਐਸਚਨ ਕਰਾ ਦਿਓ, ਮੈਂ ਥੋੜਾ ਜਿਹਾ ਕਮੈਂਟਸ ਨੂੰ ਸੀਰੀਅਸਲੀ ਦੇਖਦਾ, ਤਾਂ ਮੈਂ ਅਗਲੀ ਸਲਾਈਡ ਅਗਲੀ ਜਿਹੜੀ PPT ਬਣਾਉਣੀ ਹੁੰਦੀ ਹੈ, ਅਗਲਾ ਜਿਹੜਾ ਪੇਪਰ ਚੱਕਣਾ ਹੁੰਦਾ, ਉਹਦੇ ਵਿੱਚ ਉਹ ਕੁਐਸਚਨਸ ਇਨਕਲੂਡ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ। ਜਿਵੇਂ ਹੈਂਡ ਸ਼ੇਕ ਵਾਲੇ ਕੁਐਸਚਨ ਮੇਰੇ ਧਿਆਨ 'ਚ ਨਹੀਂ ਸੀ ਹੈਗਾ, ਮੈਂ ਐਡੀ ਛੇਤੀ ਨਹੀਂ ਸੀ ਲੈ ਕੇ ਆਉਣੇ, ਤੁਹਾਡੇ ਕਹੇ ਤੇ ਅੱਜ ਲੈ ਆਇਆ। ਬੋਟਸ ਐਂਡ ਸਟਰੀਮਸ ਕਾਫੀ ਦਿਨਾਂ ਤੋਂ ਤੁਸੀਂ ਕਹਿ ਰਹੇ ਸੀ ਬੋਟਸ ਐਂਡ ਸਟਰੀਮਸ ਲੈ ਆਇਆ। ਹੁਣ ਪਿਛਲੇ ਦਿਨਾਂ ਦੇ ਵਿੱਚ ਕਮੈਂਟ ਸੈਕਸ਼ਨ 'ਚ ਬੱਚੇ ਜਿਹੜਾ ਆਪਣਾ ਕੋਆਪਰੇਟਿਵ ਇੰਸਪੈਕਟਰ ਦਾ 2018 ਦਾ ਪੇਪਰ ਹੋਇਆ, ਉਹ 'ਚ ਕੋਈ ਵੈਨ ਡਾਇਗਰਾਮ ਦਾ ਕੁਐਸਚਨ ਹੈ, ਮੈਂ ਨਹੀਂ ਕੁਐਸਚਨ ਦੇਖਿਆ ਹੋਇਆ, ਉਹ ਕੁਐਸਚਨ ਕਹਿ ਰਹੇ ਨੇ 2 ਥਾਵਾਂ ਤੇ ਅਲੱਗ-ਅਲੱਗ ਕਮੈਂਟ ਪੜ੍ਹ ਲਏ, ਤਾਂ ਅਗਲੀ 1 ਜਾਂ 2 ਦਿਨਾਂ ਦੇ ਵਿੱਚ ਜਿਹੜੀ ਆਪਣੀ ਕਲਾਸ ਹੋਣੀ ਆ ਉਹਦੇ ਵਿੱਚ ਮੈਂ ਉਹ ਵੈਨ ਡਾਇਗਰਾਮ ਦਾ ਕੁਐਸਚਨ ਵੀ ਕਰਾਊਂਗਾ। DI ਆਪਾਂ 1-1 2-2 ਕਲਾਸਾਂ ਛੱਡ ਕੇ ਕਰ ਰਹੇ ਹਾਂਗੇ। ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜੋ ਕਰਨਾ ਜੋ ਅਗਲੀ ਇਸ ਕਲਾਸ ਦੇ ਵਿੱਚ ਦੇਖਣਾ ਚਾਹੁੰਦੇ ਹੋ ਕਿ ਇਹੋ ਜਿਹੇ ਸਵਾਲ ਕਰਵਾਏ ਜਾਣ, ਤਾਂ ਉਹ ਕਮੈਂਟ ਕਰ ਦਿਆ ਕਰੋ। ਤੇ ਦੂਜੀ ਜ਼ਰੂਰੀ ਚੀਜ਼ ਕਿ ਜਦੋਂ ਹੁਣ ਆਪਾਂ 1-1 ਕਰਕੇ ਸਵਾਲ ਕਰਨ ਲੱਗਾਂਗੇ, ਤੁਹਾਡੇ ਵਿੱਚੋਂ ਇੱਕ ਸੈਕਸ਼ਨ ਤਾਂ ਬੱਚਿਆਂ ਦਾ ਇਹੋ ਜਿਹਾ ਹੋਣਾ ਜਿਹਦੇ ਲਈ ਸਵਾਲ ਤਾਂ ਦੇਖਿਆ ਹੋ ਸਕਦਾ ਪਰ ਸੋਲਿਊਸ਼ਨ ਨਹੀਂ ਆਉਂਦਾ ਹੋਣਾ, ਜਾਂ ਕੁਝ ਬੱਚੇ ਹੋਣਗੇ ਜਿਨ੍ਹਾਂ ਨੇ ਸਵਾਲ ਹੀ ਨਹੀਂ ਦੇਖੇ ਹੋਣੇ। ਉਹ ਤਾਂ ਮੈਂ ਜਿਵੇਂ ਸੋਲਵ ਕਰਵਾ ਰਿਹਾ, ਮੈਂ ਕੁਐਸਚਨ ਰੀਡ ਕਰ ਰਿਹਾ, ਮੈਂ ਕੁਐਸਚਨ ਸਮਝਾ ਰਿਹਾ, ਫਿਰ ਮੈਂ ਉਹਨੂੰ ਸੋਲਵ ਕਰਨਾ ਦੱਸ ਰਿਹਾ, ਕਿਵੇਂ ਸੋਲਵ ਕਰਨਾ, ਮੈਂ ਕੋਈ ਟ੍ਰਿਕ ਦੱਸ ਰਿਹਾ, ਮੈਂ ਆਪਸ਼ਨ ਚੱਕਣਾ ਦੱਸ ਰਿਹਾ, ਜੋ ਵੀ ਦੱਸ ਰਿਹਾ ਤੁਸੀਂ ਧਿਆਨ ਨਾਲ ਦੇਖਣਾ ਹੈਗਾ, ਧਿਆਨ ਨਾਲ ਕਰਨ ਦਾ ਤਰੀਕਾ ਸਮਝਣਾ ਹੈਗਾ, ਤਾਂ ਅੱਗੇ ਜੇ ਕਦੇ ਪੇਪਰ 'ਚ ਉਹ ਕੁਐਸਚਨ ਹੁੰਦਾ ਤਾਂ ਅਸੀਂ ਕਰ ਸਕੀਏ। ਦੂਜੇ ਤਰ੍ਹਾਂ ਦੇ ਬੱਚੇ ਜਿਹੜੇ ਕਿ ਜਦੋਂ ਮੈਂ ਕੋਈ ਕੁਐਸਚਨ ਕਰਵਾਉਣ ਲੱਗਦਾ ਤੇ ਉਹਨਾਂ ਨੂੰ ਆਲਰੇਡੀ ਉਹ ਕੁਐਸਚਨ ਆਉਂਦਾ, ਚਾਹੇ ਮੇਰੇ ਕੋਲ ਪੜ੍ਹੇ ਨੇ ਚਾਹੇ ਜਿੱਥੋਂ ਮਰਜ਼ੀ ਪੜ੍ਹੇ ਨੇ, ਜੇ ਉਹ ਕੁਐਸਚਨ ਆਉਂਦਾ ਫਿਰ ਤੁਸੀਂ ਮੇਰੀ ਵੇਟ ਨਾ ਕਰਿਆ ਕਰੋ, ਫਿਰ ਤੁਸੀਂ ਆਨਸਰ ਕੱਢ ਕੇ ਕਮੈਂਟ ਸੈਕਸ਼ਨ 'ਚ ਆਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਇੰਨੀ ਕੁ ਕਾਹਲੀ ਕਰਨੀ ਹੈ, ਇੰਨਾ ਕੁ ਟੀਚਰ ਤੋਂ ਅੱਗੇ ਚੱਲਣਾ। ਤਾਂ ਦੋਨੇ ਤਰ੍ਹਾਂ ਦੇ ਬੱਚੇ, ਜਿਨ੍ਹਾਂ ਨੂੰ ਘੱਟ ਆਉਂਦਾ ਉਹ ਬਹੁਤ ਧਿਆਨ ਨਾਲ ਸਾਰੀ ਦੀ ਸਾਰੀ ਡਿਪੈਂਡੈਂਸੀ ਮੈਂ ਜੋ ਬੋਲ ਕੇ ਜੋ ਲਿਖ ਕੇ ਸਮਝਾ ਰਿਹਾ ਉਹਦੇ 'ਤੇ ਰੱਖਣ। ਜਿਹੜੇ ਬੱਚਿਆਂ ਨੂੰ 4 ਅੱਖਰ ਆਉਂਦੇ ਨੇ, ਕੋਈ ਕੁਐਸਚਨ ਕਰ ਰਿਹਾ, ਕੁਐਸਚਨ ਆਉਂਦਾ, ਉਹ ਨਾਲ ਦੀ ਨਾਲ ਆਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਤਾਂ ਬੱਚੇ ਆਪਣਾ ਫਸਟ ਕੁਐਸਚਨ ਅੱਜ ਦੀ ਕਲਾਸ ਦਾ ਪੁਰਾਣੇ ਪੇਪਰ ਦਾ ਕੁਐਸਚਨ ਹੈ, ਕਹਿੰਦੇ ਸੌਰਵ ਡਿਵਾਈਡਸ ₹8600 ਅਮੰਗ 5 sons
4 daughters and 2 nephews। ਕਹਿੰਦੇ ਸੌਰਵ ਨੇ 8600 ਰੁਪਏ ਵੰਡੇ, ਕਿੰਨਾ ਚ ਵੰਡੇ? 5 ਮੁੰਡੇ ਨੇ ਉਹਦੇ, 4 ਕੁੜੀਆਂ ਨੇ, 2 ਭਤੀਜੇ ਨੇ, ਇੰਨਿਆਂ ਦੇ ਵਿੱਚ ਵੰਡੇ। ਉਹ ਕਹਿੰਦੇ ਇਫ ਈਚ ਡਾਟਰ ਰਿਸੀਵਸ 4 ਟਾਈਮਸ, ਹਰ ਇੱਕ ਕੁੜੀ ਨੂੰ ਕਿੰਨੇ ਰੁਪਏ ਮਿਲੇ? 4 ਗੁਣਾ। ਤੇ ਈਚ ਡਾਟਰ ਲਿਖਿਆ ਬੱਚੇ, ਡਾਟਰਸ ਨਹੀਂ ਲਿਖਿਆ ਕਿ 4 ਦੀਆਂ 4 ਕੁੜੀਆਂ ਦੀ ਇਕੱਠਿਆਂ ਦੀ ਗੱਲ ਹੋ ਰਹੀ ਹੈ। ਉਹ ਕਹਿੰਦੇ 4 ਕੁੜੀਆਂ ਨੂੰ ਪੈਸੇ ਤਾਂ ਮਿਲੇ, ਹਰ ਇੱਕ ਕੁੜੀ ਨੂੰ ਕਿੰਨੇ ਮਿਲੇ? 4 ਟਾਈਮਸ ਐਜ਼ ਮਚ ਐਜ਼ ਈਚ ਨੈਫਿਊ, ਭਤੀਜੇ ਨਾਲੋਂ 4 ਗੁਣਾ ਇੱਕ ਕੁੜੀ ਨੂੰ ਮਿਲੇ, ਤਾਂ 4 ਕੁੜੀਆਂ ਨੂੰ ਹੀ 4-4 ਗੁਣਾ ਮਿਲੇ। ਐਂਡ ਈਚ ਸਨ ਰਿਸੀਵਸ 5 ਟਾਈਮਸ ਐਜ਼ ਮਚ ਐਜ਼ ਈਚ ਨੈਫਿਊ, ਤਾਂ ਹਾਊ ਮਚ ਡੂ ਹਿਸ ਡਾਟਰਸ ਰਿਸੀਵ? ਜਿਹੜਾ ਡਾਟਾ ਦਿੱਤਾ ਹੋਇਆ ਉਹ ਇੱਕ ਕੁੜੀ ਦਾ ਇੱਕ ਭਤੀਜੇ ਨਾਲ ਦਿੱਤਾ ਕਿ 4 ਗੁਣਾ ਮਿਲੇ, ਤੇ ਅਖੀਰ ਤੇ ਜਿਹੜਾ ਪੁੱਛਿਆ ਉਹ ਡਾਟਰਸ ਪੁੱਛਿਆ। ਡਾਟਰਸ ਮਤਲਬ 4 ਕੁੜੀਆਂ ਦੇ ਕੁੱਲ ਮਿਲਾ ਕੇ ਕਿੰਨੇ ਰੁਪਏ ਬਣੇ। ਤਾਂ ਆਪਾਂ ਜਿਹੜਾ ਆਨਸਰ ਕੱਢਣਾ ਹੈਗਾ ਉਹ ਕਿਸੇ ਇੱਕ ਕੁੜੀ ਦਾ ਆਨਸਰ ਨਹੀਂ ਕੱਢਣਾ, 4 ਦਾ ਕੱਢਣਾ, ਡਾਟਰਸ ਲਿਖਿਆ ਹੋਇਆ। ਤਾਂ ਬੱਚੇ ਪਹਿਲੀ ਗੱਲ, ਕੁੱਲ 8600 ਰੁਪਏ ਦਿੱਤੇ, 5 ਮੁੰਡੇ 4 ਕੁੜੀਆਂ 2 ਭਤੀਜਿਆਂ ਨੂੰ, ਹਰ ਇੱਕ ਕੁੜੀ ਨੂੰ ਕਿੰਨੇ ਮਿਲੇ? 4 ਟਾਈਮਸ ਐਜ਼ ਮਚ ਐਜ਼ ਈਚ ਨੈਫਿਊ। ਤਾਂ ਐਗਜ਼ਾਮੀਨਰ ਨੇ ਕਿਹਾ ਡਾਟਰ ਤੇ ਨੈਫਿਊ ਦਾ ਰਿਲੇਸ਼ਨ ਕੀ ਹੈ? 4:1। ਇੱਕ ਡਾਟਰ ਤੇ ਇੱਕ ਨੈਫਿਊ ਨੂੰ ਜਿਹੜੇ ਪੈਸੇ ਮਿਲੇ ਉਹ ਕੀ ਹੈ? 4:1 ਦੇ ਵਿੱਚ ਨੇ। ਈਚ ਸਨ ਰਿਸੀਵਸ 5 ਟਾਈਮਸ ਐਜ਼ ਮਚ ਐਜ਼ ਈਚ ਨੈਫਿਊ, ਸਨ ਤੇ ਨੈਫਿਊ ਦਾ ਰਿਲੇਸ਼ਨ ਕੀ ਹੈ? ਸਨ ਨੂੰ ਮਿਲੇ 5 ਟਾਈਮਸ ਐਜ਼ ਮਚ ਐਜ਼ ਈਚ ਨੈਫਿਊ, ਤਾਂ 5:1। ਤਾਂ ਬੱਚੇ ਸਾਡੇ ਕੋਲ ਡਾਟਰ ਤੇ ਨੈਫਿਊ ਦਾ ਅਲੱਗ ਰਿਲੇਸ਼ਨ ਆ ਗਿਆ ਰੇਸ਼ੀਓ ਦੇ ਵਿੱਚ, ਸਨ ਤੇ ਨੈਫਿਊ ਦਾ ਅਲੱਗ ਰਿਲੇਸ਼ਨ ਆ ਗਿਆ ਜੋ ਕੁਐਸਚਨ 'ਚ ਲਿਖਿਆ। ਅਸੀਂ ਜਿਹੜੇ ਪੈਸੇ ਵੰਡਣੇ ਆ, ਉਹ ਤਾਂ ਇਕੱਠਿਆਂ 'ਚ ਵੰਡਣੇ ਆ, ਸਨ ਡਾਟਰ ਤੇ ਨੈਫਿਊ, ਤਾਂ ਸਾਡੇ ਕੋਲ ਕੰਬਾਈਨਡ ਰੇਸ਼ੀਓ ਹੋਣੀ ਚਾਹੀਦੀ ਹੈ। ਤਾਂ ਬੱਚੇ ਕੰਬਾਈਨਡ ਰੇਸ਼ੀਓ ਕਿਵੇਂ ਕੱਢਾਂਗੇ? ਡਾਟਰ, ਸਨ ਤੇ ਨੈਫਿਊ ਦੀ ਕੰਬਾਈਨਡ ਰੇਸ਼ੀਓ। ਜਿਹੜੇ ਬੱਚਿਆਂ ਨੇ ਰੇਸ਼ੀਓ ਜਿੱਥੋਂ ਮਰਜ਼ੀ ਪੜ੍ਹਿਆ ਹੈਗਾ, ਮੇਰੇ ਕੋਲੋਂ ਪੜ੍ਹਿਆ, ਕਿਸੇ ਹੋਰ ਟੀਚਰ ਕੋਲੋਂ ਪੜ੍ਹਿਆ, ਆਫਲਾਈਨ ਪੜ੍ਹਿਆ, ਆਨਲਾਈਨ ਪੜ੍ਹਿਆ, ਉਹਨਾਂ ਨੂੰ ਪਤਾ ਹੈ ਕਿ ਜੇ 2 ਰੇਸ਼ੀਓਜ਼ ਸਾਨੂੰ ਦਿੱਤੀਆਂ ਹੋਣ, 2 ਰੇਸ਼ੀਓਜ਼ ਦਿੱਤੀਆਂ ਹੋਣ ਤਾਂ ਉਹਨਾਂ ਦੋਨਾਂ ਰੇਸ਼ੀਓਜ਼ ਨੂੰ ਕੰਬਾਈਨ ਕੀਤਾ ਜਾ ਸਕਦਾ ਹੈ। ਬਸ ਜ਼ਰੂਰੀ ਕੀ ਹੈ ਕਿ ਦੋਨਾਂ 'ਚ ਕੁਝ ਕਾਮਨ ਹੋਵੇ। ਤਾਂ ਉਹ ਕਾਮਨ ਕੀ ਹੈ? ਨੈਫਿਊ ਦੋਨੇ ਪਾਸੇ ਹੈ। ਤਾਂ ਕਿਉਂਕਿ ਨੈਫਿਊ ਦੋਨੇ ਪਾਸੇ ਹੈ ਤਾਂ ਉਹਦੀ ਵੈਲਿਊ ਬਰਾਬਰ ਕਰੋ, ਜੋ ਕਿ ਆਲਰੇਡੀ ਬਰਾਬਰ ਹੈ। ਨੈਫਿਊ ਦੀ ਵੈਲਿਊ ਦੋਨੇ ਪਾਸੇ 1 ਹੈ ਤਾਂ ਨੈਫਿਊ ਦੀ ਵੈਲਿਊ 1। ਜੇ ਬਰਾਬਰ ਨਾ ਹੁੰਦੀ ਫਿਰ ਆਪਾਂ ਐਲਸੀਐਮ ਲੈ ਕੇ ਬਰਾਬਰ ਕਰ ਦਿੰਦੇ। ਨੈਫਿਊ ਦੀ ਵੈਲਿਊ 1 ਹੈ ਤਾਂ ਡਾਟਰ ਦੀ 4 ਹੈ, ਡਾਟਰ 4। ਨੈਫਿਊ 1 ਹੈ ਤਾਂ ਸਨ 5 ਹੈ, ਸਨ 5। ਤਾਂ ਬੱਚੇ ਇਹ ਆ ਗਈ ਇਹਨਾਂ ਦੀ ਕੰਬਾਈਨਡ ਰੇਸ਼ੀਓ, ਡਾਟਰ, ਸਨ ਤੇ ਨੈਫਿਊ ਦੀ ਕੰਬਾਈਨਡ ਰੇਸ਼ੀਓ ਆ ਗਈ 4:5:1। ਤੇ ਇਹਦਾ ਮਤਲਬ ਇਹ ਹੈ, ਇਹ ਇੱਕ ਕੁੜੀ, ਇੱਕ ਮੁੰਡਾ, ਇੱਕ ਭਤੀਜੇ ਦੀ ਗੱਲ ਆ। ਇੱਕ ਕੁੜੀ ਨੂੰ 4 ਰੁਪਏ ਮਿਲੇ, ਇੱਕ ਮੁੰਡੇ ਨੂੰ 5 ਰੁਪਏ ਮਿਲੇ, ਇੱਕ ਭਤੀਜੇ ਨੂੰ 1 ਰੁਪਇਆ ਮਿਲਿਆ। ਤਾਂ ਕੁੱਲ ਕਿੰਨੇ ਰੁਪਏ ਵੰਡੇ ਨੇ? 8600 ਰੁਪਏ। ਕਿੰਨਾਂ ਨੂੰ? 5 ਮੁੰਡਿਆਂ ਨੂੰ। ਬੱਚੇ ਜੇ ਇੱਕ ਮੁੰਡੇ ਨੂੰ 5 ਰੁਪਏ ਮਿਲੇ ਤਾਂ 5 ਮੁੰਡਿਆਂ ਨੂੰ 5 ਗੁਣਾ 5 25 ਰੁਪਏ ਮਿਲੇ ਹੋਣਗੇ। 4 ਕੁੜੀਆਂ ਨੂੰ, ਇੱਕ ਕੁੜੀ ਨੂੰ 4 ਰੁਪਏ ਮਿਲੇ ਤਾਂ 4 ਕੁੜੀਆਂ ਨੂੰ 4 ਗੁਣਾ 4 ਮਿਲੇ ਹੋਣਗੇ। 2 ਭਤੀਜੇ, ਇੱਕ ਭਤੀਜੇ ਨੂੰ 1 ਰੁਪਏ ਤਾਂ 2 ਭਤੀਜਿਆਂ ਨੂੰ 2 ਰੁਪਏ। ਤਾਂ ਰੇਸ਼ੀਓ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਕੁੱਲ ਕਿੰਨੇ ਰੁਪਏ ਬਣ ਗਏ? 16 ਤੇ 25, 41 ਤੇ 2, 43। ਰੇਸ਼ੀਓ ਦੇ ਹਿਸਾਬ ਨਾਲ ਗੱਲ ਕਰੀਏ ਤਾਂ 43 ਯੂਨਿਟ ਬਣ ਗਏ। 43 ਯੂਨਿਟ ਦੀ ਅਸਲ 'ਚ ਵੈਲਿਊ ਕਿੰਨੀ ਦਿੱਤੀ ਹੋਈ ਹੈ? 8600 ਰੁਪਏ ਟੋਟਲ। ਜੇ 43 ਯੂਨਿਟ 8600 ਹੈ ਤਾਂ 1 ਯੂਨਿਟ ਦੀ ਵੈਲਿਊ ਬੱਚੇ 200 ਰੁਪਏ ਆ ਗਈ। 1 ਯੂਨਿਟ 200 ਰੁਪਏ ਆ ਗਿਆ। ਐਗਜ਼ਾਮੀਨਰ ਨੇ ਪੁੱਛਿਆ ਹਾਊ ਮਚ ਡੂ ਹਿਸ ਡਾਟਰਸ ਰਿਸੀਵ। ਡਾਟਰਸ ਮਤਲਬ ਸਾਰੀਆਂ ਕੁੜੀਆਂ ਦਾ ਕੁੱਲ ਮਿਲਾ ਕੇ। ਤਾਂ ਬੱਚੇ ਸਾਰੀਆਂ ਕੁੜੀਆਂ ਦਾ ਕੁੱਲ ਮਿਲਾ ਕੇ ਕੀ ਬਣਦਾ? 16 ਰੁਪਏ। ਇੱਕ ਕੁੜੀ ਨੂੰ 4 ਰੁਪਏ ਤੇ 4 ਹੀ ਕੁੜੀਆਂ ਨੇ ਤਾਂ 4 ਗੁਣਾ 4 16 ਰੁਪਏ। ਜੇ 1 ਯੂਨਿਟ 200 ਰੁਪਏ ਦੇ ਬਰਾਬਰ ਹੈ ਤਾਂ 16 ਯੂਨਿਟ ਹੋ ਗਿਆ 16 ਗੁਣਾ 200, ਦੈਟ ਇਜ਼ 3200 ਰੁਪਏ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ 3200 ਰੁਪਏ ਆਊਗਾ, ਡੀ ਆਪਸ਼ਨ। ਸਮਝ ਆ ਗਿਆ ਜੀ ਸਾਰਿਆਂ ਨੂੰ? ਇਹ ਸਾਡਾ ਪੇਪਰ ਦਾ ਕੁਐਸਚਨ ਹੈਗਾ। ਇਹਦੇ ਨਾਲ ਦੇ ਮੈਂ 4 ਕੁਐਸਚਨ ਹੋਰ ਲੈ ਕੇ ਆਇਆ, ਮਤਲਬ ਇਹਦੇ ਸਮੇਤ 5 ਕੁਐਸਚਨ ਨੇ। ਉਹਨਾਂ ਦੇ ਵਿੱਚੋਂ ਕੁਝ ਜਮਾ ਹੀ ਮਿਲਦੇ ਜੁਲਦੇ ਨੇ, ਕੁਝ ਥੋੜੇ ਜਿਹੇ ਫਰਕ ਤੇ ਨੇ। ਤਾਂ ਉਹ ਸਾਰੇ ਕੁਐਸਚਨਸ ਨੂੰ ਤੁਸੀਂ ਦੇਖਦੇ ਜਾਓਗੇ ਕਿ ਜਮਾ ਮਿਲਦੇ ਜੁਲਦੇ ਕੁਐਸਚਨ ਕਿਹੋ ਜਿਹੇ ਹੋਣਗੇ, ਥੋੜੇ ਜਿਹੇ ਫਰਕ ਤੇ ਹੋਏ ਤਾਂ ਫਿਰ ਉਹ ਕਿਹੋ ਜਿਹੇ ਹੋਣਗੇ, ਉਹ ਸਾਰਾ ਤੁਸੀਂ ਦੇਖਦੇ ਜਾਓਗੇ। ਬੱਚੇ ਇਹ ਕੁਐਸਚਨ ਸਮਝ ਆ ਗਿਆ ਤਾਂ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਦਿਓ। ਅਗਲਾ ਜਿਹੜਾ ਕੁਐਸਚਨ ਹੈ ਇਹ ਬੱਚੇ ਜਿਹੜਾ ਪਿਛਲੇ ਸਾਲ ਅਗਸਤ ਦੇ ਵਿੱਚ 30 ਅਗਸਤ ਨੂੰ ਕੋਆਪਰੇਟਿਵ ਬੈਂਕ ਦੀਆਂ ਦੁਬਾਰਾ ਭਰਤੀਆਂ ਨਿਕਲ ਚੁੱਕੀਆਂ। ਮੈਂ ਉਹਦੀ ਨੋਟੀਫਿਕੇਸ਼ਨ ਆਪਾਂ ਸਕਸੈਸ ਟਰੀ ਪੰਜਾਬ ਤੇ ਡਿਸਕਸ ਵੀ ਕੀਤੀ ਹੈ, ਪੂਰੀ ਦੀ ਪੂਰੀ ਨੋਟੀਫਿਕੇਸ਼ਨ ਨੂੰ ਰਿਵਿਊ ਕੀਤਾ ਹੈਗਾ। ਕਲਰਕ ਦੀਆਂ, ਮੈਨੇਜਰ, ਸੀਨੀਅਰ ਮੈਨੇਜਰ ਦੀਆਂ ਭਰਤੀਆਂ ਨਿਕਲੀ ਹੈ। ਤਾਂ ਜਿਹੜਾ ਪਿਛਲੇ ਸਾਲ ਅਗਸਤ ਦੇ ਵਿੱਚ ਕੋਆਪਰੇਟਿਵ ਬੈਂਕ ਦਾ ਪੇਪਰ ਹੋਇਆ ਸੀਗਾ, ਇਹ ਉਹਦਾ ਕੁਐਸਚਨ ਹੈ। ਤਾਂ ਉਹ ਕੁਐਸਚਨ 'ਚ ਕੀ ਕਿਹਾ ਐਗਜ਼ਾਮੀਨਰ ਨੇ? ਹਰੀਸ਼ ਗੇਵ 40% ਆਫ ਦਾ ਮਨੀ ਹੀ ਹੈਡ ਟੂ ਹਿਜ਼ ਵਾਈਫ। ਹਰੀਸ਼ ਨੇ, ਕਹਿੰਦੇ ਹਰੀਸ਼ ਕੋਲ ਜਿੰਨੇ ਪੈਸੇ ਸੀ ਉਹਦੇ ਵਿੱਚੋਂ 40% ਹਿੱਸਾ ਉਹਨੇ ਆਪਣੀ ਘਰ ਵਾਲੀ ਨੂੰ ਦਿੱਤਾ, ਜਨਾਨੀ ਨੂੰ ਦਿੱਤਾ। ਹੀ ਆਲਸੋ ਗੇਵ 20% ਆਫ ਦਾ ਰਿਮੇਨਿੰਗ।
ਅਮਾਉਂਟ ਟੂ ਈਚ ਆਫ ਹਿਜ਼ 3 ਸਨਸ। ਤੇ ਧਿਆਨ ਨਾਲ ਦੇਖੋ, ਮੈਂ ਈਚ ਨੂੰ ਅੰਡਰਲਾਈਨ ਕਰਕੇ ਲੈ ਕੇ ਆਇਆ। ਪਿਛਲੇ ਸਾਲ ਜਦੋਂ ਪੇਪਰ ਹੋਇਆ ਸੀ, ਪੇਪਰ ਤੋਂ ਬਾਅਦ ਆਪਾਂ ਪੇਪਰ ਰਿਵਿਊ ਕੀਤਾ, ਪੇਪਰ ਸੋਲਵ ਕੀਤਾ, ਈਚ ਸ਼ਬਦ ਨੇ ਬਹੁਤ ਪਵਾੜੇ ਪਵਾਏ ਸੀ। ਪਵਾੜੇ ਕੀ ਪਵਾਏ ਸੀ? ਲੜਾਈਆਂ ਕਰਾਤੀਆਂ ਸੀਗੀਆਂ। ਈਚ ਲਿਖਿਆ ਤਾਂ ਕੀ ਆਨਸਰ ਹੋਣਾ ਹੈ, ਈਚ ਨਾ ਲਿਖਿਆ ਹੁੰਦਾ ਤਾਂ ਕੀ ਆਨਸਰ ਹੁੰਦਾ, ਉਹ ਦੋਨੇ ਹੀ ਆਪਸ਼ਨ ਪਏ ਸੀਗੇ। ਦੋਨੇ ਤਰ੍ਹਾਂ ਦੇ ਆਪਸ਼ਨ, ਈਚ ਨਾਲ ਜਿਹੜਾ ਆਨਸਰ ਹੋਣਾ ਤੇ ਈਚ ਤੋਂ ਬਿਨਾਂ ਜਿਹੜਾ ਆਨਸਰ ਹੋਣਾ, ਦੋਨੇ ਹੀ ਆਪਸ਼ਨਾਂ ਦੇ ਵਿੱਚ ਪਏ ਸੀ। ਤਾਂ ਇੱਥੇ ਬਹੁਤ ਬਹਿਸ ਹੋਈ ਸੀ ਵੀ ਇਹਦਾ ਮਤਲਬ ਕੀ ਬਣਦਾ। ਇਹ ਅੱਜ ਮੈਂ ਥੋੜਾ ਜਿਹਾ ਧਿਆਨ ਨਾਲ ਸਮਝਾਉਂਗਾ, ਦੇਖ ਲਿਓ ਥੋੜਾ ਜਿਹਾ। ਐਗਜ਼ਾਮੀਨਰ ਸ਼ੁਰੂ 'ਚ ਕਹਿੰਦਾ ਹਰੀਸ਼ ਕੋਲ ਜਿੰਨੇ ਪੈਸੇ ਨੇ ਉਹਦੇ ਵਿੱਚੋਂ 40% ਹਿੱਸਾ ਉਹਨੇ ਆਪਣੀ ਵਾਈਫ ਨੂੰ ਦਿੱਤਾ। ਹੀ ਆਲਸੋ ਗੇਵ 20% ਆਫ ਦਾ ਰਿਮੇਨਿੰਗ। ਜੋ ਪੈਸੇ ਬਚ ਗਏ ਉਹਦਾ 20% ਉਹਨੇ ਆਪਣੇ ਈਚ ਆਫ ਹਿਜ਼ 3 ਸਨਸ। ਜੇ ਤਾਂ ਬੱਚੇ ਐਗਜ਼ਾਮੀਨਰ ਨੇ ਈਚ ਸ਼ਬਦ ਨਾ ਲਿਖਿਆ ਹੁੰਦਾ, ਸਿੱਧਾ ਕਿਹਾ ਹੁੰਦਾ ਹੀ ਆਲਸੋ ਗਿਵ 20% ਆਫ ਦਾ ਰਿਮੇਨਿੰਗ ਅਮਾਉਂਟ ਟੂ ਹਿਜ਼ 3 ਸਨਸ। ਈਚ ਆਫ ਲਿਖਿਆ ਹੀ ਨਾ ਹੁੰਦਾ, ਟੂ ਹਿਜ਼ 3 ਸਨਸ, ਫੇਰ ਤਾਂ ਆਪਾਂ ਕੀ ਕਰਦੇ ਕਿ ਭਾਈ ਜਿਹੜਾ ਬਚ ਗਿਆ, ਰਿਮੇਨਿੰਗ ਦੀ ਗੱਲ ਹੋ ਰਹੀ ਹੈ, 20% ਉਹਨੇ 3 ਮੁੰਡਿਆਂ ਨੂੰ ਦੇਤਾ। ਹੁਣ ਕਹਿੰਦੇ ਈਚ ਆਫ ਹਿਜ਼ 3 ਸਨਸ ਮਤਲਬ ਤਿੰਨਾਂ ਨੂੰ 20% ਦਿੱਤਾ। ਤਾਂ ਹੁਣ ਬੱਚੇ ਉਹਨੇ ਆਪਣੇ ਰਿਮੇਨਿੰਗ ਦਾ 60% ਦੇਤਾ, ਕਿਉਂਕਿ ਲਿਖਿਆ ਤਾਂ 20% ਹੈ ਪਰ ਉਹ ਈਚ ਆਫ ਹਿਜ਼ 3 ਸਨਸ ਹੈ। ਤਾਂ ਜੇ 3 ਮੁੰਡੇ ਨੇ ਤਾਂ ਤਿੰਨਾਂ ਨੂੰ 20% ਆਫ ਦਾ ਰਿਮੇਨਿੰਗ ਦਿੱਤਾ, ਯਾਨੀ ਕਿ ਰਿਮੇਨਿੰਗ ਦਾ 60% ਦਿੱਤਾ। ਕੁਝ ਬੱਚਿਆਂ ਨੇ ਇਹਦਾ ਆਨਸਰ ਕੱਢਿਆ ਸੀ 20% ਮੰਨ ਕੇ ਕਿ ਭਾਈ 3 ਮੁੰਡਿਆਂ ਨੂੰ 20% ਦਿੱਤਾ ਹੈਗਾ। ਅਸਲ 'ਚ ਈਚ ਲਿਖਿਆ, ਈਚ ਦਾ ਮਤਲਬ ਤਿੰਨਾਂ ਨੂੰ 20% ਦਿੱਤਾ ਹੈਗਾ। ਹਾਫ ਆਫ ਦਾ ਅਮਾਉਂਟ ਨਾਓ ਲੈਫਟ ਮਤਲਬ ਫੇਰ ਰਿਮੇਨਿੰਗ was spent on miscellaneous items and the remaining amount of rupees 24,000 was deposited in the bank। ਤਾਂ how much money was received by his wife। ਤਾਂ ਜਨਾਨੀ ਨੂੰ ਸ਼ੁਰੂ 'ਚ ਕਿੰਨੇ ਰੁਪਏ ਦਿੱਤੇ ਉਹ ਦੱਸਣੇ ਆਪਾਂ, 40% ਦੀ ਵੈਲਿਊ ਕੱਢਣੀ ਹੈ। ਤਾਂ ਹਰੀਸ਼ ਕੋਲ ਟੋਟਲ ਜਿੰਨੇ ਵੀ ਰੁਪਏ ਨਿਕਲਣਗੇ, ਆਪਾਂ ਹਰੀਸ਼ ਦਾ ਟੋਟਲ ਕੱਢ ਲਾਂਗੇ। ਹਰੀਸ਼ ਕੋਲ ਟੋਟਲ ਜਿੰਨੇ ਵੀ ਰੁਪਏ ਨਿਕਲਣਗੇ ਆਪਾਂ ਉਹਦੇ 40% ਦੀ ਵੈਲਿਊ ਦੱਸਣੀ ਹੈ, ਕਿਉਂਕਿ ਐਗਜ਼ਾਮੀਨਰ ਨੇ ਇਹ ਨਹੀਂ ਪੁੱਛਿਆ ਹਾਊ ਮਚ ਅਮਾਊਂਟ ਡਿਡ ਹਰੀਸ਼ ਹੈਜ਼, ਹਰੀਸ਼ ਕੋਲ ਕਿੰਨੇ ਰੁਪਏ ਸੀ ਇਹ ਦੱਸੋ। ਐਗਜ਼ਾਮੀਨਰ ਕਹਿੰਦਾ ਹਰੀਸ਼ ਨੇ ਜਨਾਨੀ ਨੂੰ ਕਿੰਨੇ ਦਿੱਤੇ ਆਪਦੀ ਨੂੰ ਉਹ ਦੱਸੋ। ਤਾਂ ਮਤਲਬ ਹਰੀਸ਼ ਦਾ ਟੋਟਲ ਅਮਾਊਂਟ ਕੱਢ ਕੇ ਉਹਦਾ 40% ਕੱਢਾਂਗੇ, ਆਨਸਰ ਆ ਜਾਊਗਾ। ਤਾਂ ਬੱਚੇ ਮੰਨ ਲਓ ਹਰੀਸ਼ ਕੋਲ ਪੈਸੇ ਸੀ ਐਚ, ਹਰੀਸ਼ ਹੀ ਲਿਖ ਲੈਂਦੇ ਆ। ਹਰੀਸ਼ ਕੋਲ ਆ ਪੈਸੇ ਸੀ, ਯਾਰ ਹਰੀਸ਼ ਨਾ ਲਿਖੋ, ਅਮਾਊਂਟ ਲਿਖ ਲਓ। ਮੰਨ ਲਓ ਹਰੀਸ਼ ਕੋਲ ਪੈਸੇ ਸੀ, ਉਹਨੂੰ ਆਪਾਂ ਅਮਾਊਂਟ ਲਿਖ ਲੈਂਦੇ ਆ। ਤਾਂ ਸਭ ਤੋਂ ਪਹਿਲਾਂ ਕੀ ਕੀਤਾ ਉਹਨੇ? ਸਭ ਤੋਂ ਪਹਿਲਾਂ ਆਪਣੀ ਜਨਾਨੀ ਨੂੰ 40% ਦਿੱਤਾ, ਫਿਰ ਆਪਦੇ ਮੁੰਡਿਆਂ ਨੂੰ ਬਚੇ ਹੋਏ ਚੋਂ 20% ਦਿੱਤਾ, 3 ਮੁੰਡੇ ਨੇ। ਫਿਰ ਜਿਹੜਾ ਪੈਸਾ ਬਚ ਗਿਆ, ਨਾਓ ਲੈਫਟ ਲਿਖਿਆ, ਤਾਂ ਫਿਰ ਜਿਹੜਾ ਪੈਸਾ ਬਚ ਗਿਆ ਉਹਦਾ ਅੱਧਾ ਉਹਨੇ ਮਿਸਲੇਨੀਅਸ ਆਈਟਮਸ, ਘਰ ਦੇ ਸੌਦੇ ਪੱਤੇ, ਰਾਸ਼ਨ ਤੇ ਹੋਰ ਕਿਰਾਏ ਕਰੂਏ, ਬਿਜਲੀ ਦੇ ਬਿੱਲ ਭਰਨ ਤੇ ਲਾਤਾ। ਤੇ ਅਖੀਰ ਤੇ ਕਹਿੰਦੇ 24,000 ਰੁਪਏ ਬਚ ਗਏ। ਤਾਂ ਬੱਚੇ ਉਹਦੇ ਕੋਲ ਜਿਹੜਾ ਟੋਟਲ ਅਮਾਊਂਟ ਸੀ ਉਹਦੇ ਵਿੱਚੋਂ ਹੀ 24,000 ਬਚ ਰਿਹਾ। ਇਹ ਤਾਂ ਗੱਲ ਕਲੀਅਰ ਹੈ। ਜਿੰਨਾ ਉਹਦੇ ਕੋਲ ਸ਼ੁਰੂ 'ਚ ਟੋਟਲ ਅਮਾਊਂਟ ਸੀ ਉਹਦੇ ਵਿੱਚੋਂ 24,000 ਬਚਿਆ, ਤਾਂ ਆਪਾਂ ਅਮਾਊਂਟ ਤੋਂ 24,000 ਤੇ ਪਹੁੰਚਾਂਗੇ। ਸਾਰਾ ਕੁਝ ਗਿਵਨ ਹੈ, ਕਿਵੇਂ ਪਹੁੰਚਾਂਗੇ। ਤਾਂ ਬੱਚੇ ਸਭ ਤੋਂ ਪਹਿਲਾਂ ਉਹਨੇ ਜਨਾਨੀ ਨੂੰ 40% ਦਿੱਤੇ ਪੈਸੇ। 40% ਦੀ ਫ੍ਰੈਕਸ਼ਨ ਹੁੰਦੀ ਹੈ 2/5। ਤਾਂ 2/5 ਦੇਤੇ ਤਾਂ ਮਤਲਬ ਪਿੱਛੇ ਕੀ ਬਚ ਗਏ? 3/5 ਬਚ ਗਏ। 2/5 ਦਾ ਮਤਲਬ 5 ਚੋਂ 2 ਰੁਪਏ ਦੇਤੇ ਤਾਂ ਪਿੱਛੇ 3 ਰੁਪਏ ਬਚ ਗਏ। ਤਾਂ ਅਮਾਊਂਟ ਜਿੰਨਾ ਵੀ ਆ ਉਹਦੇ ਕੋਲ ਟੋਟਲ, ਉਹਦੇ ਵਿੱਚੋਂ ਜੇ 24,000 ਬਚ ਰਹੇ ਨੇ ਤਾਂ 24,000 ਓਬਵੀਅਸਲੀ 2/5 ਚੋਂ ਤਾਂ ਨਿਕਲਣੇ ਨਹੀਂ, 2/5 ਤਾਂ ਦੇਤੇ, ਬਚੇ ਹੋਏ ਚੋਂ ਨਿਕਲਣਗੇ ਤਾਂ ਬਚਿਆ ਹੋਇਆ 3/5 ਨਾਲ ਮਲਟੀਪਲਾਈ ਕਰ ਦਾਂਗੇ। ਆ ਬਚ ਗਏ ਪੈਸੇ ਜਨਾਨੀ ਨੂੰ ਦੇਣ ਤੋਂ ਬਾਅਦ। ਇਹ ਬਚੇ ਹੋਏ ਪੈਸੇ ਨੇ ਜਿਹੜਾ ਰਿਮੇਨਿੰਗ ਲਿਖਿਆ, ਇਹ ਪੈਸੇ ਲੈ ਕੇ ਉਹ ਆਪਦੇ ਮੁੰਡਿਆਂ ਕੋਲ ਗਿਆ। ਹਰ ਇੱਕ ਮੁੰਡੇ ਨੂੰ ਈਚ ਲਿਖਿਆ, ਇਸ ਕਰਕੇ ਮੈਂ ਕਹਿ ਰਿਹਾ ਹਰ ਇੱਕ ਮੁੰਡੇ ਨੂੰ 20% ਦੇਤਾ, ਤਾਂ ਤਿੰਨਾਂ ਨੂੰ 60% ਦੇਤਾ। 60% ਦੀ ਫ੍ਰੈਕਸ਼ਨ ਹੁੰਦੀ ਹੈ 3/5, ਤਾਂ 3/5 ਦੇਤਾ, ਪਰ ਆਪਾਂ ਤਾਂ ਬਚੇ ਹੋਏ ਤੇ ਜਾਣਾ, ਤਾਂ 3/5 ਦੇਤਾ ਤਾਂ 2/5 ਬਚ ਗਿਆ। ਮੁੰਡਿਆਂ ਨੂੰ ਪੈਸਾ ਦੇਣ ਤੋਂ ਬਾਅਦ ਇੰਨਾ ਬਚ ਗਿਆ। ਫਿਰ ਉਸ ਤੋਂ ਬਾਅਦ ਜੋ ਬਚ ਗਿਆ ਉਹਦਾ ਅੱਧਾ ਉਹਨੇ ਖਰਚ ਕਰਤਾ। ਮਤਲਬ ਜੇ ਬਚੇ ਹੋਏ ਚੋਂ ਅੱਧਾ ਖਰਚ ਕਰਤਾ ਤਾਂ ਬਾਕੀ ਅੱਧਾ ਬਚ ਗਿਆ, ਉਹ 24,000 ਦੇ ਬਰਾਬਰ ਹੈ। ਤਾਂ ਬਾਕੀ ਅੱਧਾ ਇਜ਼ 1/2, ਉਹ 24,000 ਦੇ ਬਰਾਬਰ ਹੈ। ਤਾਂ ਬੱਚੇ ਉਹਦਾ ਅਮਾਊਂਟ ਕਿੰਨਾ ਆ ਜਾਊਗਾ ਸਾਡੇ ਕੋਲ? ਦੇਖੋ ਧਿਆਨ ਨਾਲ, 2 ਨਾਲ 2 ਕੱਟਿਆ, ਹੋਰ ਕੁਝ ਕੱਟਿਆ ਨਹੀਂ ਜਾਂਦਾ। ਇਧਰੋਂ 3 ਤੇ ਇਧਰੋਂ 24,000 ਕੱਟ ਦੋ, 8,000। 8,000 ਗੁਣਾ ਆ 25 ਉਧਰ ਮਲਟੀਪਲਾਈ ਹੋ ਜਾਊਗਾ। ਤਾਂ ਟੋਟਲ ਅਮਾਊਂਟ ਕਿੰਨਾ? 8,000 ਗੁਣਾ 25। ਇਹ ਤਾਂ ਆ ਗਿਆ ਟੋਟਲ ਅਮਾਊਂਟ। ਵੈਸੇ ਤੁਸੀਂ ਮਲਟੀਪਲਾਈ ਕਰ ਸਕਦੇ ਹੋ 8,000 ਗੁਣਾ 25, ਬਟ ਸਟਿਲ 8,000 ਗੁਣਾ 25 ਲਿਖ ਲਓ। ਇਹ ਆ ਗਿਆ ਉਹਦਾ ਟੋਟਲ ਅਮਾਊਂਟ। ਪਰ ਆਪਾਂ ਫਾਈਂਡ ਕਰਨਾ ਜਨਾਨੀ ਨੂੰ ਕਿੰਨਾ ਦਿੱਤਾ। ਤਾਂ ਜਨਾਨੀ ਨੂੰ ਦਿੱਤਾ ਟੋਟਲ ਦਾ 40%, ਤਾਂ 8,000 ਗੁਣਾ 25 ਉਹਦਾ ਟੋਟਲ ਹੈ। ਕੈਲਕੂਲੇਸ਼ਨ ਸੌਖੀ ਕਰਨ ਦੇ ਲਈ ਮੈਂ ਹਾਲੇ 25 ਗੁਣਾ ਕੀਤਾ ਹੀ ਨਹੀਂਗਾ, ਇਨਟੂ
2/5 जनानी का हिस्सा 40% ਤਾਂ 2/5 ਤਾਂ 5 ਤੇ 25 ਕੱਟਿਆ 5 ਆ ਗਿਆ ਇੰਟੂ 2 ਕਰਕੇ 10 8000 ਦੇ ਪਿੱਛੇ 10 ਗੁਣਾ ਕਰ ਦੋ ਮਤਲਬ 0 ਲਾ ਦੋ 80000 ਰੁਪਏ ਆਨਸਰ ਆ ਜਾਊਗਾ ਬੱਚੇ ਤੁਹਾਡਾ। ਤਾਂ ਇਸ ਕੁਐਸਚਨ ਦਾ ਆਨਸਰ 80000 ਤਾਂ ਸੈਕਿੰਡ ਆਪਸ਼ਨ ਆਊਗਾ ਇਸ ਕੁਐਸਚਨ ਦਾ ਆਨਸਰ। ਹੁਣ ਮੈਂ ਦੱਸਦਾ ਜਿਹੜੇ ਬੱਚਿਆਂ ਨੇ ਗਲਤੀ ਕੀਤੀ ਹੋਊਗੀ ਈਚ ਨੂੰ ਇਗਨੋਰ ਕੀਤਾ ਹੋਊਗਾ। ਜਿਹੜੇ ਬੱਚੇ ਈਚ ਸ਼ਬਦ ਨੂੰ ਇਗਨੋਰ ਕਰਨਗੇ ਕਿ ਮਤਲਬ ਜਨਾਨੀ ਨੂੰ 40% ਦੇਣ ਤੋਂ ਬਾਅਦ ਜਿਹੜੇ ਪੈਸੇ ਬਚ ਗਏ ਉਹਦਾ 20% ਉਹਨੇ ਆਪਣੇ 3 ਮੁੰਡਿਆਂ ਨੂੰ ਦੇਤਾ। ਈਚ ਆਫ ਹਿਜ਼ 3 ਸਨਸ ਦਾ ਮਤਲਬ ਤਿੰਨਾਂ ਨੂੰ ਇੰਨਾ ਦੇਤਾ। ਈਚ ਸ਼ਬਦ ਨਾ ਲਿਖਿਆ ਹੋਵੇ 20% ਆਫ ਦਾ ਰਿਮੇਨਿੰਗ ਅਮਾਊਂਟ ਟੂ ਹਿਜ਼ 3 ਸਨਸ ਲਿਖਿਆ ਹੁੰਦਾ ਮਤਲਬ ਤਿੰਨਾਂ ਨੂੰ ਕੁੱਲ 20% ਦਿੱਤਾ। ਫਿਰ ਦੂਜੇ ਕੇਸ 'ਚ ਆਪਾਂ 20% ਪੈਸਾ ਦੇਣਾ ਸੀ ਨਾ, ਹੁਣ ਤਾਂ 60% ਦਿੱਤਾ ਵੀ ਭਾਈ ਤਿੰਨਾਂ ਨੂੰ 20% ਦਿੱਤਾ ਤਾਂ 60% ਦੇਤਾ, ਬਾਕੀ 2/5 ਬਚ ਗਿਆ। ਫਿਰ ਆਪਾਂ 20% ਦੇਣਾ ਸੀ ਮਤਲਬ 1/5 ਦਿੰਦੇ ਤਾਂ 4/5 ਬਚਦਾ। ਫਿਰ ਇੱਥੇ ਆਪਾਂ 4/5 ਯੂਜ਼ ਕਰਦੇ, 2/5 ਦੀ ਥਾਂ ਤੇ 4/5 ਯੂਜ਼ ਕਰਦੇ, ਉੱਥੇ 1/2 ਹੁੰਦਾ ਤਾਂ 2 ਦੀ ਥਾਂ ਤੇ 4 ਨਾਲ ਕੱਟਣਾ ਸੀ ਤਾਂ ਆਨਸਰ ਆਉਂਦਾ 4000, ਜਨਾਨੀ ਦਾ ਹਿੱਸਾ ਆ ਜਾਂਦਾ 40000 ਤੇ 40000 ਵੀ ਆਪਸ਼ਨ ਪਿਆ ਸੀਗਾ। ਸੋ ਇਸ ਕਰਕੇ ਜਿਹੜੇ ਬੱਚਿਆਂ ਨੇ ਈਚ ਸ਼ਬਦ ਨੂੰ ਇਗਨੋਰ ਕੀਤਾ ਹੋਊਗਾ ਜਾਂ ਆ ਜਿਹੜੀ ਦੂਜੀ ਲਾਈਨ ਲਿਖੀ ਹੈ ਇਹਦਾ ਗਲਤ ਮਤਲਬ ਕੱਢਿਆ ਹੋਊਗਾ ਉਹ ਬੱਚਿਆਂ ਦਾ ਗਲਤ ਆਨਸਰ ਆਉ ਤੇ ਉਹ ਵੀ ਆਪਸ਼ਨਸ ਦੇ ਵਿੱਚ ਪਿਆ। ਸੋ ਇਸ ਕਰਕੇ ਮੈਂ ਕਹਿਣਾ ਹੁੰਨਾ ਮੈਥ ਕਰ ਲਾਂਗੇ, ਬੰਦਿਆਂ ਵਾਂਗੂ ਸਟੇਟਮੈਂਟ ਪੜ੍ਹਨੀ ਸਿੱਖ ਲਈਏ ਕਿ ਭਾਈ ਐਗਜ਼ਾਮੀਨਰ ਕਹਿ ਕੀ ਰਿਹਾ, ਇੱਕ ਅੱਧਾ ਸ਼ਬਦ ਕੋਈ ਇਹੋ ਜਿਹਾ ਤਾਂ ਨਹੀਂ ਹੈਗਾ ਜਿਹੜਾ ਸਾਨੂੰ ਉਲਝਾ ਦੂਗਾ ਤੇ ਗਲਤ ਆਨਸਰ ਆ ਜਾਊਗਾ। ਗਾਹਾਂ ਸਾਡੀ ਮਾੜੀ ਕਿਸਮਤ ਹੋਊਗੀ ਕਿ ਉਹ ਗਲਤ ਆਨਸਰ ਆਪਸ਼ਨਾਂ 'ਚ ਪਿਆ ਹੋਊਗਾ, ਉਹ ਚਲੋ ਅੱਗੇ ਗਾਹਾਂ ਦੀ ਗੱਲ ਆ। ਤਾਂ ਇਸ ਕਰਕੇ ਬੱਚੇ ਸਟੇਟਮੈਂਟ ਧਿਆਨ ਨਾਲ ਪੜ੍ਹਨੀ ਜ਼ਰੂਰੀ ਹੈ। ਇਹ ਆਪਣਾ ਪਿਛਲੇ ਸਾਲ ਅਗਸਤ 'ਚ 30 ਅਗਸਤ ਨੂੰ ਕੋਆਪਰੇਟਿਵ ਬੈਂਕ ਦਾ ਕਲਰਕ ਦਾ ਪੇਪਰ ਹੋਇਆ ਸੀਗਾ, ਉਹਦਾ ਕੁਐਸਚਨ ਹੈਗਾ। ਇਹਦੇ ਨਾਲ ਦਾ ਕੁਐਸਚਨ ਹੋਰ 2-3 ਕੁਐਸਚਨ। ਮਿਸਟਰ ਮੁਖਰਜੀ ਗੇਵ ਫ੍ਰੈਕਸ਼ਨ 'ਚ ਆ ਗਿਆ ਬੱਚੇ 5/14 ਆਫ ਹਿਜ਼ ਮਨੀ ਟੂ ਹਿਜ਼ ਸਨਸ। ਮੁਖਰਜੀ ਨੇ ਆਪਣੀ ਕੁੱਲ ਕਮਾਈ ਦੇ ਵਿੱਚੋਂ 5/14 ਹਿੱਸਾ ਆਪਣੇ ਮੁੰਡੇ ਨੂੰ ਦਿੱਤਾ। 5/14 ਨੂੰ ਕਿਵੇਂ ਪੜਾਂਗੇ? 14 ਦੇ ਵਿੱਚੋਂ 5। ਫ੍ਰੈਕਸ਼ਨਾਂ ਹਮੇਸ਼ਾ ਕਿਵੇਂ ਰੀਡ ਕਰਦੇ ਆ ਆਪਾਂ? ਜਿਹੜੇ ਬੱਚੇ ਮੇਰੇ ਕੋਲ ਪੜ੍ਹੇ ਨੇ, ਆਪਾਂ ਰੇਸ਼ੀਓ ਚੈਪਟਰ ਪਰਸੈਂਟੇਜ ਚੈਪਟਰ ਦੇ ਵਿੱਚ ਇਹ ਗੱਲ ਬਹੁਤ ਡਿਟੇਲ 'ਚ ਡਿਸਕਸ ਕਰਦੇ ਹੁੰਦੇ ਆ ਕਿ ਫ੍ਰੈਕਸ਼ਨ ਜਦੋਂ 5/14 ਲਿਖੀ ਹੁੰਦੀ ਆ ਉਹਨੂੰ ਆਪਾਂ ਰੀਡ ਤਾਂ ਅੰਗਰੇਜ਼ੀ 'ਚ 5/14 ਕਹਿ ਦਿੰਦੇ ਆ, ਪੰਜਾਬੀ 'ਚ 5/14 ਕਹਿ ਦਿੰਦੇ ਆ, ਪਰ ਅਸਲ 'ਚ ਉਹਦਾ ਮਤਲਬ ਕੀ ਹੁੰਦਾ? 14 ਦੇ ਵਿੱਚੋਂ 5, ਯਾਨੀ ਕਿ ਟੋਟਲ 14 ਹੈ ਤਾਂ ਉਹਦੇ ਵਿੱਚੋਂ 5 ਰੁਪਏ ਦੀ ਗੱਲ ਹੋ ਰਹੀ ਆ, ਉਹ ਉਹਨੇ ਆਪਣੇ ਮੁੰਡੇ ਨੂੰ ਦਿੱਤੇ। 2/3 ਆਫ ਦਾ ਰਿਮਾਈਂਡਰ ਬਚੇ ਹੋਏ 'ਚੋਂ 2/3 ਉਹਨੇ ਆਪਣੀ ਕੁੜੀ ਨੂੰ ਦੇਤੇ ਐਂਡ ਦਾ ਰੈਸਟ ਟੂ ਹਿਜ਼ ਵਾਈਫ, ਤੇ ਬਾਕੀ ਸਾਰੇ ਪੈਸੇ ਉਹਨੇ ਜਨਾਨੀ ਨੂੰ ਦੇਤੇ। ਤੇ ਕਹਿੰਦੇ ਜੇ ਵਾਈਫ ਨੂੰ 36000 ਰੁਪਏ ਮਿਲੇ ਨੇ, ਵਟ ਵਾਸ ਦਾ ਟੋਟਲ ਅਮਾਊਂਟ ਹੀ ਹੈਡ। ਬਿਲਕੁਲ ਬੱਚੇ ਸਿਮਿਲਰ ਕੁਐਸਚਨ ਹੈ, ਜਿਵੇਂ ਪਿਛਲੇ ਕੁਐਸਚਨ ਦੇ ਵਿੱਚ ਵੈਲਿਊਜ਼ ਸਾਨੂੰ ਪਰਸੈਂਟੇਜ ਦੇ ਵਿੱਚ ਦਿੱਤੀਆਂ ਹੋਈਆਂ ਸੀ, ਅਗਲੇ ਕੁਐਸਚਨ ਦੇ ਵਿੱਚ ਸਾਨੂੰ ਫ੍ਰੈਕਸ਼ਨਸ ਦੇ ਵਿੱਚ ਦਿੱਤੀਆਂ ਨੇ, ਬਾਕੀ ਸਾਰਾ ਕੁਐਸਚਨ ਸੇਮ ਹੈ। ਮੰਨ ਲਓ ਉਹਦੇ ਕੋਲ ਟੋਟਲ ਪੈਸੇ ਨੇ ਜਿਹੜੇ ਉਹ ਅਮਾਊਂਟ ਹੈ, ਉਹ ਟੋਟਲ ਪੈਸੇ ਦੇ ਵਿੱਚੋਂ ਵਾਈਫ ਨੂੰ ਕਿੰਨੇ ਦਿੱਤੇ ਆ? 36000 ਰੁਪਏ ਦਿੱਤੇ ਆ ਨਾ, ਤਾਂ ਆਪਾਂ ਟੋਟਲ ਅਮਾਊਂਟ 'ਚੋਂ 36000 ਤੇ ਪਹੁੰਚਣਾ ਹੈ। ਟੋਟਲ ਅਮਾਊਂਟ 'ਚੋਂ ਉਹਨੇ ਜਨਾਨੀ ਨੂੰ 36000 ਰੁਪਏ ਦਿੱਤੇ, ਅਖੀਰ ਤੇ ਜਿਹੜੀ ਵੈਲਿਊ ਦਿੱਤੀ ਹੋਈ ਹੈ, ਤਾਂ ਆਪਾਂ ਅਮਾਊਂਟ 'ਚੋਂ 36000 ਤੇ ਪਹੁੰਚਣਾ। ਤਾਂ ਸ਼ੁਰੂ ਤੋਂ ਚੱਲੋ, ਸਭ ਤੋਂ ਪਹਿਲਾਂ ਉਹਨੇ ਆਪਣੇ ਮੁੰਡੇ ਨੂੰ 5/14 ਦਿੱਤੇ। 5/14 ਦਾ ਮਤਲਬ 14 'ਚੋਂ 5 ਰੁਪਏ ਦੇਤੇ, ਤਾਂ ਬੱਚੇ ਪਿੱਛੇ ਕੀ ਬਚ ਗਏ? ਬਾਕੀ 9 ਰੁਪਏ ਬਚ ਗਏ। ਫ੍ਰੈਕਸ਼ਨ 'ਚ ਲਿਖਣਾ ਤਾਂ 9/14 ਬਚ ਗਏ। ਤਾਂ ਜਿਹੜੇ 36000 ਰੁਪਏ ਅਖੀਰ ਤੇ ਵਾਈਫ ਨੂੰ ਦੇ ਰਿਹਾ ਹੈ ਉਹ 5/14 ਚੋਂ ਲੱਭਣਗੇ ਜਾਂ 9/14 ਚੋਂ ਲੱਭਣਗੇ? ਓਬਵੀਅਸਲੀ ਬਚੇ ਹੋਏ ਚੋਂ ਲੱਭਣਗੇ, ਤਾਂ 9/14 ਇਹ ਉਹਨੇ ਆਪਣੇ ਮੁੰਡੇ ਨੂੰ ਪੈਸੇ ਦੇਣ ਤੋਂ ਬਾਅਦ ਜੋ ਬਚ ਗਏ, ਜਿਹੜੇ ਪੈਸੇ ਲੈ ਕੇ ਉਹ ਆਪਦੀ ਕੁੜੀ ਕੋਲ ਜਾਊਗਾ, ਇੰਨਾ ਰਿਮੇਨਿੰਗ ਪੈਸਾ ਹੈ ਉਹ ਆਪਦੀ ਕੁੜੀ ਕੋਲ ਗਿਆ। ਕੁੜੀ ਨੂੰ ਕਿੰਨਾ ਦਿੱਤਾ? 2/3 ਆਫ ਦਾ ਰਿਮੇਨਿੰਗ ਸਾਡੇ ਸਾਹਮਣੇ ਆਇਆ ਹੋਇਆ, ਇਹਦਾ 2/3 ਉਹਨੇ ਆਪਣੀ ਕੁੜੀ ਨੂੰ ਦਿੱਤਾ। ਤਾਂ 2/3 ਕੁੜੀ ਨੂੰ ਦੇਣ ਦਾ ਮਤਲਬ ਬਾਕੀ ਕੀ ਬਚ ਗਿਆ? 1/3 ਬਚ ਗਿਆ। ਉਹ 1/3 ਜਨਾਨੀ ਨੂੰ ਦੇਣਾ, ਤਾਂ ਉਹ 36000 ਦੇ ਬਰਾਬਰ ਧਰ ਦਾਂਗੇ ਆਪਾਂ। ਤਾਂ ਬੱਚੇ ਆਪਣਾ ਆਨਸਰ ਕਿੰਨਾ ਆ ਜਾਊਗਾ? ਆਹ 3 ਤੇ 36000 ਕੱਟ ਦੋ 12000 ਆ ਗਿਆ, ਇੰਟੂ 14 ਕਰਕੇ ਸਾਡਾ ਆਨਸਰ ਆ ਜਾਊਗਾ 16800। 14 ਗੁਣਾ 12 168 ਹੁੰਦਾ, ਪਿੱਛੇ ਉਹ ਜਿਹੜੀਆਂ 3 0 12 ਦੇ ਪਿੱਛੇ ਨੇ ਉਹ ਆ ਜਾਣਗੀਆਂ। 1,68,000 ਸਾਡਾ ਸੈਕਿੰਡ ਆਪਸ਼ਨ ਆ ਜਾਊਗਾ ਇਸ ਕੁਐਸਚਨ ਦੇ ਵਿੱਚ ਆਨਸਰ। ਤਾਂ ਇਹਦੇ ਵਿੱਚ ਸਾਡਾ ਆਨਸਰ ਜਿਹੜਾ ਆ ਗਿਆ 1,68,000 ਕਿਵੇਂ ਆਇਆ ਕਿ ਮੁਖਰਜੀ ਕੋਲ ਸ਼ੁਰੂ 'ਚ ਜਿੰਨਾ ਵੀ ਪੈਸਾ ਸੀ ਉਹਨੇ ਆਪਦੇ ਮੁੰਡੇ ਨੂੰ ਇੰਨਾ ਹਿੱਸਾ ਦਿੱਤਾ, ਫ੍ਰੈਕਸ਼ਨ 'ਚ ਸਾਨੂੰ ਦਿੱਤਾ ਹੋਇਆ। ਕੁੜੀ ਨੂੰ ਜਿਹੜਾ ਪੈਸਾ ਦਿੱਤਾ ਉਹ ਵੀ ਫ੍ਰੈਕਸ਼ਨ 'ਚ ਦਿੱਤਾ, ਪਰ ਉਹ ਕਾਹਦਾ? 2/3 ਆਫ ਦਾ ਰਿਮੇਨਿੰਗ। ਆਹ ਬਹੁਤ ਜ਼ਰੂਰੀ ਹੈ ਕਿ ਰਿਮੇਨਿੰਗ ਦਾ ਦੇ ਰਿਹਾ ਹੈ, ਕਿਉਂਕਿ ਰਿਮੇਨਿੰਗ ਦਾ ਦੇ ਰਿਹਾ ਪੈਸਾ, ਤਾਂ ਇਸ ਕਰਕੇ ਇੱਕੋ ਲਾਈਨ 'ਚ ਆਨਸਰ ਆ ਜਾਊਗਾ ਬੱਚੇ ਆਪਣਾ। ਟੋਟਲ ਅਮਾਊਂਟ ਲਿਖ ਲਿਆ ਕਿ ਇੰਨਾ,
ਫਿਰ ਉਹਦੇ ਵਿੱਚੋਂ ਅਖੀਰ ਤੇ 36000 ਰੁਪਏ ਜਨਾਨੀ ਨੂੰ ਦਿੱਤਾ ਤਾਂ ਬਸ ਆਪਾਂ 36000 ਤੱਕ ਪਹੁੰਚਣਾ ਹੈ। ਸਭ ਤੋਂ ਪਹਿਲਾਂ ਮੁੰਡੇ ਨੂੰ 5/14 ਦਿੱਤੇ ਤਾਂ 36000 ਤੱਕ ਪਹੁੰਚਣ ਲਈ ਆਪਾਂ ਨੂੰ 9/14 ਕੱਢਣਾ ਪੈਣਾ ਤਾਂ ਉਹਦਾ 9/14 ਕਰਤਾ, ਰਿਮੇਨਿੰਗ ਇਹ ਰਹਿ ਗਿਆ। ਕੁੜੀ ਨੂੰ ਇਸ ਰਿਮੇਨਿੰਗ ਦਾ 2/3 2/3 ਆਫ ਦਾ ਰਿਮਾਈਂਡਰ ਲਿਖਿਆ ਨਾ, ਇਹ ਰਿਮਾਈਂਡਰ ਹੈ, ਇਹਦਾ 2/3 ਕੁੜੀ ਨੂੰ ਦੇਤਾ ਤਾਂ 36000 ਤਾਂ ਬਾਕੀ ਬਚ ਗਿਆ, ਉਹ 1/3 ਹੈ ਤਾਂ 1/3 ਕਰਤਾ, ਉਹ 36000 ਦੇ ਬਰਾਬਰ ਹੈ ਕਿਉਂਕਿ ਉਸ ਤੋਂ ਬਾਅਦ ਸਿੱਧਾ ਵਾਈਫ ਨੂੰ ਦੇਤੇ ਸਾਰੇ ਪੈਸੇ, ਹੋਰ ਕਿਤੇ ਨਹੀਂ ਗਏ ਤਾਂ ਉਹ 36000 ਦੇ ਬਰਾਬਰ ਰੱਖਤਾ। ਅਮਾਊਂਟ ਆ ਗਿਆ 168,000 1,68,000। ਇਹੀ ਕੁਐਸਚਨ ਦੇ ਵਿੱਚ ਧਿਆਨ ਨਾਲ ਸੁਣਿਓ, ਅਗਲਾ ਕੁਐਸਚਨ ਕਰਵਾਉਣ ਤੋਂ ਪਹਿਲਾਂ ਇਹੀ ਕੁਐਸਚਨ ਦੇ ਵਿੱਚ ਜੇ 2/3 ਆਫ ਦਾ ਰਿਮਾਈਂਡਰ ਸ਼ਬਦ ਨਾ ਲਿਖਿਆ ਹੁੰਦਾ ਬੱਚੇ, ਜੇ ਆਫ ਦਾ ਰਿਮਾਈਂਡਰ ਨਾ ਲਿਖਿਆ ਹੁੰਦਾ, मतलब क्वेश्चन की लिखा होंदा कि मुखर्जी ने अपनी कुल कमाई चों गेव 5/14 टू हिज सन, 5/14 टू हिज सन, 2/3 टू हिज डॉटर, सीधा लिखा होंदा 2/3 टू दी डॉटर। ਜਦੋਂ ਤਾਂ ਬੱਚੇ ਆਫ ਦਾ ਰਿਮੇਨਿੰਗ ਲਿਖਿਆ ਹੋਇਆ ਉਦੋਂ ਤਾਂ ਫਿਰ ਆਪਾਂ ਇੱਕ ਲਾਈਨ 'ਚ ਆਪਾਂ ਆਨਸਰ ਕੱਢ ਲੈਨੇ ਆ। ਜੇ ਰਿਮੇਨਿੰਗ ਦਾ ਨਾਂ ਲਿਖਿਆ ਹੋਵੇ ਫਿਰ ਇਹਦਾ ਮਤਲਬ ਇਹੀ ਹੋਇਆ ਨਾ ਕਿ ਉਹਦੇ ਕੋਲ ਟੋਟਲ ਜਿੰਨੇ ਵੀ ਪੈਸੇ ਹੋਣਗੇ ਉਹਦਾ 5/14 ਮੁੰਡੇ ਨੂੰ ਦਿੱਤੇ, ਉਸੇ ਪੈਸੇ ਦਾ 2/3 ਕੁੜੀ ਨੂੰ ਦਿੱਤੇ। फिर 2/3 ਦਾ ਬੇਸ ਰਿਮੇਨਿੰਗ ਨਹੀਂ ਨਾ ਰਹਿ ਗਿਆ, ਫਿਰ 2/3 ਦਾ ਬੇਸ ਟੋਟਲ ਪੈਸਾ ਹੀ ਹੈ। ਟੋਟਲ ਦਾ ਹੀ 5/14 ਮੁੰਡੇ ਨੂੰ ਦਿੱਤੇ, ਟੋਟਲ ਦਾ ਹੀ 2/3 ਕੁੜੀ ਨੂੰ ਦਿੱਤੇ, ਜਿਹੜੇ ਬਚ ਗਏ ਜਨਾਨੀ ਨੂੰ ਦਿੱਤੇ। ਤਾਂ ਉਦੋਂ ਕੀ ਕਰਾਂਗੇ, ਉਦੋਂ ਬੱਚੇ ਆ ਫਰੈਕਸ਼ਨਾਂ ਐਡ ਕਰਨੀਆਂ ਪੈਣਗੀਆਂ ਕਿਉਂਕਿ ਇਹ ਫਰੈਕਸ਼ਨ ਕਾਹਦੀ ਹੈ, ਟੋਟਲ ਦੀ, ਇਹ ਫਰੈਕਸ਼ਨ ਵੀ ਕਾਹਦੀ ਹੈ, ਟੋਟਲ ਦੀ। ਤਾਂ ਫਰੈਕਸ਼ਨਾਂ ਕਿਵੇਂ ਐਡ ਕਰਨੀਆਂ, ਜੇ ਆਫ ਦਾ ਰਿਮੇਨਿੰਗ ਨਾ ਹੋਵੇ ਉਹ ਵੀ ਕੁਐਸਚਨ ਲੈ ਕੇ ਆਇਆ। ਮਤਲਬ ਕਿੰਨੇ ਕੁ ਤਰ੍ਹਾਂ ਦੇ ਕੁਐਸਚਨ, ਇੱਕ ਅੱਧਾ ਸ਼ਬਦ ਇੱਧਰ ਉੱਧਰ ਕਰਨ ਨਾਲ ਕਿੰਨੇ ਤਰ੍ਹਾਂ ਦੇ ਕੁਐਸਚਨਸ ਬਣ ਰਹੇ ਨੇ, ਮੈਂ ਸਾਰੇ ਕਰਵਾ ਰਿਹਾ। ਆ ਦੇਖੋ ਜੀ ਕੁਐਸਚਨ ਕੀ ਆ, ਇੰਦਰਵੀਰ ਸਪੈਂਡਸ 2/5 ਆਫ ਹਿਜ਼ ਸੈਲਰੀ ਔਨ ਹਾਊਸ ਰੈਂਟ। ਇੰਦਰ ਹੈ ਕੋਈ ਮੁੰਡਾ, ਉਹਨੇ ਆਪਣੀ ਕੁੱਲ ਸੈਲਰੀ ਚੋਂ 2/5 ਪਾਰਟ ਹਾਊਸ ਰੈਂਟ ਤੇ ਲਾਤਾ। 3/10 ਆਫ ਹਿਜ਼ ਸੈਲਰੀ ਔਨ ਫੂਡ, ਤਾਂ ਫੂਡ ਤੇ ਕਿੰਨਾ ਲਾਇਆ 3/10। ਤਾਂ ਬੱਚੇ ਦੇਖੋ ਹਾਊਸ ਰੈਂਟ ਤੇ ਕਿੰਨਾ ਲਾਇਆ 2/5, ਤਾਂ 2/5 ਟੋਟਲ ਦਾ ਹੀ ਹੈ, ਤੇ ਫੂਡ ਤੇ ਕਿੰਨਾ ਲਾਇਆ 3/10, ਤਾਂ 3/10 ਆਫ ਦਾ ਰਿਮੇਨਿੰਗ ਨਹੀਂ ਨਾ ਲਿਖਿਆ, ਤਾਂ ਟੋਟਲ ਦਾ ਹੀ ਲਿਖਿਆ ਵੀ ਹੋਇਆ 3/10 ਆਫ ਹਿਜ਼ ਸੈਲਰੀ, ਮਤਲਬ ਟੋਟਲ ਦੀ ਹੀ ਗੱਲ ਹੋ ਰਹੀ ਹੈ। ਟੋਟਲ ਦਾ ਹੀ 2/5 ਉਹਨੇ ਹਾਊਸ ਰੈਂਟ ਤੇ, ਟੋਟਲ ਦਾ ਹੀ 3/10 ਉਹਨੇ ਫੂਡ ਤੇ, ਐਂਡ 1/8 ਆਫ ਹਿਜ਼ ਸੈਲਰੀ ਔਨ ਕਨਵੇਅੰਸ, ਤੇ 1/8 ਟੋਟਲ ਦਾ ਹੀ 1/8 ਕਨਵੇਅੰਸ ਤੇ ਲਾਤਾ। ਉਹ ਕਹਿੰਦੇ ਇਫ ਹੀ ਹੈਜ਼ ਰੁਪੀਸ 1400 ਲੈਫਟ ਵਿਦ ਹਿਮ, ਅਖੀਰ ਤੇ ਜੇ ਉਹਦੇ ਕੋਲ 1400 ਰੁਪਏ ਬਚ ਗਏ ਦੈਨ ਫਾਈਂਡ ਹਿਜ਼ ਐਕਸਪੈਂਡੀਚਰ ਔਨ ਫੂਡ ਐਂਡ ਕਨਵੇਅੰਸ। ਤਾਂ ਆਪਾਂ ਫੂਡ ਤੇ ਕਿੰਨਾ ਖਰਚਾ ਹੋਇਆ, ਕਨਵੇਅੰਸ ਤੇ ਕਿੰਨਾ ਖਰਚਾ ਹੋਇਆ, ਉਹ ਦੋਨੇ ਵੈਲਿਊਜ਼ ਦੱਸਣੇ ਨੇ। ਤਾਂ ਸਾਰੇ ਆਪਸ਼ਨਾਂ 'ਚ ਦੋ ਦੋ ਵੈਲਿਊਜ਼ ਨੇ। ਤਾਂ ਬੱਚੇ ਮੰਨ ਲਓ ਆ ਉਹਦੀ ਟੋਟਲ ਸੈਲਰੀ ਹੈ, ਆ ਮੰਨ ਲਓ ਉਹਦੀ ਟੋਟਲ ਸੈਲਰੀ ਹੈ। ਤਾਂ ਐਗਜ਼ਾਮੀਨਰ ਦੀ ਗੱਲ ਮੰਨੀਏ ਤਾਂ ਉਹਨੇ ਟੋਟਲ ਸੈਲਰੀ ਦੇ ਵਿੱਚੋਂ 2/5 ਹਾਊਸ ਰੈਂਟ ਤੇ ਲਾਤਾ। ਮੈਂ ਇਹ ਗੱਲ ਸਮਝਾਉਣ ਲੱਗਿਆ ਪਰ ਮੈਂ ਮਿਟਾ ਦੂੰਗਾ। 2/5 ਉਹਨੇ ਹਾਊਸ ਰੈਂਟ ਤੇ ਲਾਤਾ, 3/10 ਉਹਨੇ ਫੂਡ ਤੇ ਲਾਤਾ, ਤੇ 1/8 ਉਹਨੇ ਕਨਵੇਅੰਸ ਤੇ ਲਾਤਾ। ਤਾਂ ਬੱਚੇ ਆ ਜਿੰਨੇ ਉਹਨੇ ਖਰਚੇ ਕੀਤੇ ਆ, ਐਗਜ਼ਾਮੀਨਰ ਸਾਨੂੰ ਫਰੈਕਸ਼ਨ 'ਚ ਦੇ ਰਿਹਾ ਹੈ, ਇਹ ਜਿੰਨੇ ਉਹਨੇ ਖਰਚੇ ਕੀਤੇ ਆ ਇਹ ਸਾਰੇ ਦੇ ਸਾਰੇ ਖਰਚੇ ਆਫ ਦਾ ਸੈਲਰੀ, ਆਫ ਦਾ ਸੈਲਰੀ, ਆਫ ਦਾ ਸੈਲਰੀ ਹੀ ਲਿਖਿਆ ਹੋਇਆ ਨਾ। ਤੇ ਅਖੀਰ ਤੇ ਕਹਿੰਦੇ ਉਹਦੇ ਕੋਲ 14000 ਰੁਪਏ ਬਚ ਗਿਆ, ਇਹ ਅਖੀਰ ਤੇ ਬਚ ਗਿਆ। ਤਾਂ ਬੱਚੇ ਕਿਉਂਕਿ ਆਫ ਦਾ ਰਿਮੇਨਿੰਗ 'ਚ ਨਹੀਂ ਚੱਲ ਰਿਹਾ ਇਹ ਕੁਐਸਚਨ, ਜੇ ਤਾਂ ਆਫ ਦਾ ਰਿਮੇਨਿੰਗ 'ਚ ਚੱਲ ਰਿਹਾ ਹੁੰਦਾ ਜਿਵੇਂ ਪਿਛਲਾ ਕੁਐਸਚਨ ਕੀਤਾ ਉਵੇਂ ਕਰ ਲੈਂਦੇ, ਇਹ ਆਫ ਦਾ ਰਿਮੇਨਿੰਗ 'ਚ ਨਹੀਂ ਚੱਲ ਰਿਹਾ ਤਾਂ ਇਹਦੇ ਵਿੱਚ ਆਪਾਂ ਕੀ ਕਰਨਾ, ਫਰੈਕਸ਼ਨਾਂ ਐਡ ਕਰਨੀਆਂ ਹੁੰਦੀਆਂ ਨੇ। ਤਾਂ ਫਰੈਕਸ਼ਨਾਂ ਕਿਵੇਂ ਐਡ ਕਰਾਂਗੇ, ਤਾਂ ਫਰੈਕਸ਼ਨਾਂ ਐਡ ਕਰਨ ਦੀ ਲੋੜ ਨਹੀਂ ਹੁੰਦੀ। ਤੁਸੀਂ ਹਮੇਸ਼ਾ ਕੀ ਕਰਨਾ, 2/5 ਦਾ ਮਤਲਬ ਕੀ ਹੈ, ਟੋਟਲ 5 ਦੇ ਵਿੱਚੋਂ 2। 2/5 ਦਾ ਮਤਲਬ ਇਹ ਹੈ ਨਾ ਕਿ ਜੇ ਟੋਟਲ 5 ਹੈ ਤਾਂ ਉਹ 'ਚੋਂ 2 ਰੁਪਏ ਉਹਨੇ ਹਾਊਸ ਰੈਂਟ ਤੇ ਲਾਤੇ। 3/10 ਦਾ ਮਤਲਬ ਜੇ ਟੋਟਲ 10 ਹੈ ਤਾਂ 10 ਚੋਂ 3 ਰੁਪਏ ਫੂਡ ਤੇ ਲਾਤੇ। 1/8 ਦਾ ਮਤਲਬ ਜੇ ਟੋਟਲ 8 ਹੈ ਤਾਂ 8 ਚੋਂ 1 ਰੁਪਏ ਕਨਵੇਅੰਸ ਤੇ ਲਾਤਾ। ਤਾਂ ਟੋਟਲ ਕੀ ਹੈ, ਕਦੇ 5 ਹੈ ਜੀ, ਕਦੇ 10 ਹੈ, ਕਦੇ 8 ਹੈ, ਤਾਂ ਟੋਟਲ ਤਾਂ ਕੁਛ ਇੱਕੋ ਹੀ ਹੋਊਗਾ ਨਾ, ਸੈਲਰੀ ਤਾਂ ਕੁਛ ਇੱਕੋ ਹੀ ਹੋਊਗੀ। ਤਾਂ ਸੈਲਰੀ ਦਾ ਟੋਟਲ ਤੁਸੀਂ ਕੀ ਅਜ਼ਿਊਮ ਕਰ ਲੈਣਾ, ਡਿਨੋਮੀਨੇਟਰਾਂ ਦਾ ਐਲਸੀਐਮ, 5 10 8 ਦਾ ਐਲਸੀਐਮ 40। ਤਾਂ ਬੱਚੇ ਤੁਸੀਂ ਸੈਲਰੀ ਆਪਣੇ ਵੱਲੋਂ 40 ਰੁਪਏ ਅਜ਼ਿਊਮ ਕਰ ਲਓ। ਕਿਵੇਂ ਆਇਆ 40 ਰੁਪਏ, ਡਿਨੋਮੀਨੇਟਰਾਂ ਦਾ ਐਲਸੀਐਮ, ਕਿਉਂਕਿ ਸਾਰੀਆਂ ਜਿਹੜੀਆਂ ਫਰੈਕਸ਼ਨਾਂ ਨੇ ਆਫ ਦਾ ਸੈਲਰੀ ਹੀ ਖਰਚਾ ਕਰ ਰਹੀਆਂ ਨੇ, ਉਹ ਸਾਰੀਆਂ ਫਰੈਕਸ਼ਨਾਂ ਆਫ ਦਾ ਸੈਲਰੀ ਹੀ ਹੈ। ਤਾਂ ਟੋਟਲ ਸੈਲਰੀ ਅਜ਼ਿਊਮ ਕਰ ਲਓ ਸਾਰਿਆਂ ਡਿਨੋਮੀਨੇਟਰਾਂ ਦਾ ਐਲਸੀਐਮ। ਤਾਂ 40 ਰੁਪਏ ਅਜ਼ਿਊਮ ਕਰ ਲਿਆ, ਤਾਂ 40 ਰੁਪਏ ਦਾ 2/5 ਬਣ ਗਏ 16 ਰੁਪਏ ਹਾਊਸ ਰੈਂਟ ਤੇ, 40 ਰੁਪਏ ਦਾ 3/10 ਬਣ ਗਏ 12 ਰੁਪਏ ਫੂਡ ਤੇ, 40 ਰੁਪਏ ਦਾ 1/8 ਬਣ ਗਏ 5 ਰੁਪਏ ਕਨਵੇਅੰਸ ਤੇ, ਅਖੀਰ ਤੇ ਬਚ ਗਏ 14000 ਰੁਪਏ। ਤਾਂ ਬੱਚੇ ਜਦੋਂ ਆਪਾਂ ਰੇਸ਼ੀਓ 'ਚ ਗੱਲ ਕਰ ਰਹੇ ਹਾਂ ਤਾਂ ਟੋਟਲ ਸੈਲਰੀ 40 ਅਜ਼ਿਊਮ ਕੀਤੀ, ਕਿੰਨਾ ਖਰਚਾ ਕਰਤਾ 16 ਤੇ 12 28 ਤੇ 5 33 ਰੁਪਏ ਖਰਚਾ ਕਰਤਾ।
ਜਦੋਂ ਆਪਾਂ ਟੋਟਲ ਸੈਲਰੀ 40 ਰੁਪਏ ਮੰਨੀ ਰੇਸ਼ੀਓ ਦੇ ਵਿੱਚ ਤਾਂ ਕਿੰਨਾ ਖਰਚਾ ਕਰਤਾ 16 12 28 ਤੇ 5 33 ਤਾਂ ਕਿੰਨੇ ਰੁਪਏ ਬਚ ਗਏ ਰੇਸ਼ੀਓ ਦੇ ਵਿੱਚ ਬਚ ਗਏ 40 ਚੋਂ 33 ਖਰਚਾ ਕਰਤਾ ਤਾਂ 7 ਬਚ ਗਏ ਪਰ ਐਗਜ਼ਾਮੀਨਰ ਕਹਿੰਦਾ ਕਿ 14000 ਰੁਪਏ ਬਚੇ ਨੇ ਇਹਦਾ ਮਤਲਬ 7 ਦੀ ਵੈਲਿਊ 14000 ਹੈ ਤਾਂ ਮਤਲਬ 1 ਦੀ ਵੈਲਿਊ 2000 ਹੈ 1 ਯੂਨਿਟ ਦੀ ਵੈਲਿਊ 2000 ਹੈ ਤਾਂ ਬੱਚੇ ਫੂਡ ਤੇ ਕਿੰਨਾ ਖਰਚਾ ਫੂਡ ਤੇ ਖਰਚਾ 12 1 ਦੀ ਵੈਲਿਊ 2000 ਹੈ ਤਾਂ 12 ਦੀ ਵੈਲਿਊ 24000 ਕਨਵੇਂਸ ਤੇ ਕਿੰਨਾ ਖਰਚਾ 5 1 ਦੀ ਵੈਲਿਊ 2000 ਹੈ ਤਾਂ 5 ਦੀ ਵੈਲਿਊ 10000 ਤਾਂ 24000 ਤੇ 10000 ਮੈਨੂੰ ਲੱਗਦਾ 0 ਚ ਗਲਤੀ ਹੋ ਗਈ 24000 ਤੇ 10000 ਮੈਂ ਆਪਸ਼ਨ ਗਲਤ ਲੈ ਆਇਆ ਮਤਲਬ 0 ਘੱਟ ਵੱਧ ਪੈ ਗਈਆਂ ਸਾਰੇ ਆਪਸ਼ਨ ਮੈਂ ਸੈੱਟ ਕਰ ਲੂੰਗਾ ਜੇ ਤੁਹਾਡੇ ਵਿੱਚੋਂ ਕਿਸੇ ਬੱਚੇ ਕੋਲ ਮੇਰਾ WhatsApp ਨੰਬਰ ਹੈਗਾ ਮੈਨੂੰ ਆਹ ਕੁਐਸਚਨ ਦਾ ਸਕਰੀਨਸ਼ਾਟ WhatsApp ਕਰ ਦਿਓ ਸਕਰੀਨਸ਼ਾਟ ਲੈ ਕੇ ਹੁਣੇ WhatsApp ਕਰ ਦਿਓ ਮੈਂ ਇਹਦੇ PPT ਦੇ ਵਿੱਚ ਆਪਸ਼ਨਸ ਸੈੱਟ ਕਰ ਲੂੰਗਾ ਸਾਰੇ ਆਪਸ਼ਨਾਂ ਦੇ ਵਿੱਚ 0 ਘੱਟ ਵੱਧ ਲੱਗੀਆਂ ਨੇ ਕਿਤੇ ਮੇਰੇ ਤੋਂ ਓਕੇ 1400 ਹੈ 0 ਨਹੀਂ ਘੱਟ ਵੱਧ ਲੱਗੀਆਂ ਕੱਲੀ ਇੱਥੇ 0 ਘੱਟ ਵੱਧ ਲੱਗੀ ਹੈ ਮੈਂ ਜਿਹੜਾ 14000 ਲਿਖ ਗਿਆ ਮਤਲਬ ਹੋ ਸਕਦਾ ਕਾਫੀ ਬੱਚਿਆਂ ਨੇ ਛੇਤੀ ਨੋਟ ਕਰ ਲਿਆ ਹੋਵੇ ਅਸਲ 'ਚ 1400 ਰੁਪਏ ਬਚਿਆ ਹੋਇਆ ਤਾਂ 1 ਦਾ ਤਾਂ ਹੱਲ ਇੱਥੇ ਹੀ ਹੋ ਗਿਆ ਆਪਣਾ ਕੱਲਾ ਉਹ ਜਿਹੜਾ 100 ਰੁਪਏ ਲਿਖਿਆ ਹੋਇਆ ਸੀ ਉਹ 10000 ਰੁਪਏ ਹੋਣਾ ਸੀ ਬਾਕੀ 0 ਸੈੱਟ ਨੇ ਤਾਂ 7 ਯੂਨਿਟ ਦੀ ਵੈਲਿਊ 1400 ਰੁਪਏ ਅਖੀਰ ਤੇ 1400 ਰੁਪਏ ਬਚੇ ਰੇਸ਼ੀਓ 'ਚ ਬਚੇ 16 12 28 5 33 ਲੱਗ ਗਏ ਤਾਂ 40 ਚੋਂ 33 ਲੱਗਣ ਦਾ ਮਤਲਬ 7 ਬਚ ਗਏ ਉਹ 7 ਦੀ ਅਸਲ 'ਚ ਵੈਲਿਊ 1400 ਹੈ ਤਾਂ 1 ਦੀ ਵੈਲਿਊ 200 ਤਾਂ 12 ਦੀ ਵੈਲਿਊ 2400 5 ਦੀ ਵੈਲਿਊ 1000 ਤਾਂ ਬੱਚੇ 1000 ਆਊਗਾ 10 ਵੱਧ ਲੱਗੀ ਹੋਈ ਹੈ ਇੱਥੇ ਆਪਸ਼ਨ ਠੀਕ ਆ ਆਹ ਆਪਸ਼ਨ ਠੀਕ ਕਰਨਾ ਸੀ ਸਿਰਫ 100 ਰੁਪਏ ਲਿਖਿਆ ਹੋਇਆ ਸੀਗਾ 10 ਘੱਟ ਲੱਗਿਆ 1000 ਰੁਪਏ ਆਨਸਰ ਆਊਗਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਦਿਓ ਕਿ ਕੁਐਸਚਨ ਸਮਝ ਆ ਗਿਆ ਗੱਲ ਪਤਾ ਲੱਗ ਗਈ ਮੇਰੇ ਤੋਂ ਕਿੱਥੇ ਗਲਤੀ ਹੋਈ ਸੀ ਇੱਕ ਤਾਂ ਮੈਂ ਉਧਰ 0 ਵੱਧ ਲਾ ਗਿਆ ਸੀ 1400 ਦੀ ਥਾਂ ਤੇ 14000 ਲਿਖ ਗਿਆ ਸੀ ਤਾਂ ਉਸ ਕਰਕੇ 7 ਯੂਨਿਟ ਜਦੋਂ 14000 ਰੱਖਿਆ ਤਾਂ 2000 ਆ ਗਿਆ ਤਾਂ 2000 ਕਰਦੇ 24000 ਤੇ 10000 ਆ ਗਿਆ ਸੀ ਪਰ ਉਹ 1400 ਹੈ ਤਾਂ 1 ਦੀ ਵੈਲਿਊ 200 ਤਾਂ 2400 ਤੇ 1000 ਰੁਪਏ ਆਨਸਰ ਆਊਗਾ ਤਾਂ ਫਸਟ ਆਪਸ਼ਨ ਬੱਚੇ ਫੂਡ ਤੇ 2400 ਕਨਵੇਂਸ ਤੇ 1000 ਰੁਪਏ ਅਗਲਾ ਕੁਐਸਚਨ ਇਹ ਵੀ ਮਿਲਦਾ ਜੁਲਦਾ ਕੁਐਸਚਨ ਹੈ ਇਹ ਵੀ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਹੈ ਤੇ ਥੋੜਾ ਜਿਹਾ ਦਿਮਾਗ ਲਾਉਣ ਵਾਲਾ ਕੁਐਸਚਨ ਹੈ ਤੇ ਉਹ ਜਿਹੜਾ ਥੋੜਾ ਜਿਹਾ ਦਿਮਾਗ ਲਾਉਣ ਦੀ ਮੈਂ ਗੱਲ ਕਰ ਰਿਹਾ ਜਿਹੜਾ ਬੱਚਾ ਉਹ ਦਿਮਾਗ ਲਾ ਗਿਆ ਉਦੋਂ ਇਹ ਕੁਐਸਚਨ ਬਹੁਤ ਸੌਖਾ ਬਣ ਜਾਊਗਾ ਬਿਨਾ ਪੈਨ ਵਰਤੇ ਹੋ ਜਾਊਗਾ ਮਤਲਬ ਬਹੁਤ ਘੱਟ ਪੈਨ ਯੂਜ਼ ਕਰਕੇ ਹੋ ਜਾਊਗਾ ਜਿਹੜਾ ਬੱਚਾ ਉਹ ਥੋੜਾ ਜਿਹਾ ਦਿਮਾਗ ਜਿਹੜੇ ਪੋਰਸ਼ਨ ਤੇ ਦਿਮਾਗ ਲਾਉਣ ਦੀ ਲੋੜ ਹੈ ਜੇ ਉਹ ਨਾ ਲਾਇਆ ਤਾਂ ਇਹੀ ਕੁਐਸਚਨ ਲੈਂਥੀ ਬਣ ਜਾਊਗਾ ਸੋਲਵ ਫਿਰ ਵੀ ਹੋ ਜਾਊਗਾ ਤਾਂ ਬੱਚੇ ਐਗਜ਼ਾਮੀਨਰ ਕਹਿੰਦਾ ਕਿਸੇ ਆਦਮੀ ਕੋਲ 3 ਮੁੰਡੇ 2 ਕੁੜੀਆਂ ਤੇ 1 ਜਨਾਨੀ ਹੈ they divided a sum of rupees 19000 ਉਹਨਾਂ ਨੇ 19000 ਰੁਪਏ ਵੰਡੇ among themselves such that each daughter got 1.5 times the amount received by each son ਤਾਂ ਹਰ ਇੱਕ ਕੁੜੀ ਨੂੰ ਕਿੰਨੇ ਮਿਲੇ ਹਰ ਇੱਕ ਮੁੰਡੇ ਤੋਂ 1.5 ਗੁਣਾ ਵੈਸੇ ਤਾਂ ਕੁਝ ਬੱਚਿਆਂ ਨੇ 1.5:1 ਲਿਖ ਲੈਣਾ 1.5 ਗੁਣਾ ਦਾ ਮਤਲਬ ਇਹੀ ਹੈ ਕਿ 1.5:1 ਪਰ ਹੋਲ ਨੰਬਰ ਦੇ ਵਿੱਚ ਕਨਵਰਟ ਕਰਨ ਲਈ ਡਬਲ ਕਰ ਦਿਓ ਦੋਨੇ ਪਾਸੇ ਤਾਂ ਇਹ ਬਣ ਗਿਆ 3 ਇਹ ਬਣ ਗਿਆ 2 ਤਾਂ 3:2 ਤਾਂ 1.5 ਗੁਣਾ ਵੇਲੇ ਬੱਚੇ ਤੁਸੀਂ 3:2 ਵੀ ਲਿਖ ਸਕਦੇ ਹੋ ਤਾਂ ਈਚ ਡਾਟਰ ਗੋਟ 1.5 ਟਾਈਮਸ ਦਾ ਅਮਾਉਂਟ ਰਿਸੀਵਡ ਬਾਈ ਈਚ ਸਨ ਤਾਂ ਇੱਕ ਕੁੜੀ ਇੱਕ ਮੁੰਡੇ ਨੂੰ ਪੈਸੇ ਕੀ ਮਿਲੇ ਕੁੜੀ ਨੂੰ ਮੁੰਡੇ ਤੋਂ 1.5 ਗੁਣਾ ਤਾਂ 1.5:1 ਲਿਖਿਆ ਸੀ ਡੈਸੀਮਲ ਨੂੰ ਹੋਲ ਨੰਬਰ 'ਚ ਕਨਵਰਟ ਕਰਨ ਲਈ ਦੁੱਗਣਾ ਕਰਤਾ 3:2 ਐਂਡ ਹਿਜ਼ ਵਾਈਫ ਰਿਸੀਵਡ 600 ਰੁਪਏ ਲੈਸ ਦੈਨ ਈਚ ਸਨ ਤੇ ਜਨਾਨੀ ਨੂੰ ਕਿੰਨੇ ਮਿਲੇ ਮੁੰਡੇ ਨੂੰ ਜਿੰਨੇ ਮਿਲੇ ਉਹ ਤੋਂ 600 ਰੁਪਏ ਘੱਟ ਖੈਰ ਮੁੰਡੇ ਉਹਦੇ ਕੋਲ 3 ਨੇ ਪਰ ਈਚ ਸਨ ਲਿਖਿਆ ਤਾਂ ਇੱਕ ਮੁੰਡੇ ਨੂੰ ਜਿੰਨੇ ਮਿਲੇ ਉਹ ਤੋਂ 600 ਰੁਪਏ ਘੱਟ ਜਨਾਨੀ ਨੂੰ ਮਿਲੇ ਤਾਂ ਬੱਚੇ ਡਾਟਰ ਤੇ ਸਨ ਦੀ ਤਾਂ ਰੇਸ਼ੀਓ ਹੈ ਸਾਡੇ ਕੋਲ 3:2 ਵਾਈਫ ਰੇਸ਼ੀਓ 'ਚ ਐਡਜਸਟ ਨਹੀਂ ਹੋ ਰਹੀ ਕਿਉਂਕਿ ਵਾਈਫ ਦਾ ਸਨ ਦੇ ਨਾਲ ਇਹੋ ਜਿਹਾ ਰਿਲੇਸ਼ਨ ਨਹੀਂ ਦਿੱਤਾ ਕਿ 5:3 ਦੇ ਵਿੱਚ ਪੈਸੇ ਮਿਲੇ ਜਾਂ ਇੰਨੀ ਰੇਸ਼ੀਓ ਦੇ ਵਿੱਚ ਪੈਸੇ ਮਿਲੇ ਵਾਈਫ ਦਾ ਇਹ ਦੱਸਿਆ ਕਿ ਸਨ ਤੋਂ 600 ਰੁਪਏ ਘੱਟ ਮਿਲੇ ਮੈਂ ਕਹਿੰਦਾ ਯਾਰ ਜਿਹੜੇ ਵਾਈਫ ਨੂੰ 600 ਰੁਪਏ ਘੱਟ ਦਿੱਤੇ ਹੈ ਜੇ 600 ਰੁਪਏ ਜ਼ਿਆਦਾ ਦੇ ਦਿੰਦੇ ਜੇ ਵਾਈਫ ਨੂੰ 600 ਰੁਪਏ ਜ਼ਿਆਦਾ ਦੇ ਦਿੰਦੇ ਤਾਂ ਸਨ ਦੇ ਬਰਾਬਰ ਪੈਸੇ ਆ ਜਾਂਦੇ ਜਿਹੜੇ ਵਾਈਫ ਨੂੰ ਅਸਲ 'ਚ 600 ਰੁਪਏ ਸਨ ਨਾਲੋਂ 600 ਰੁਪਏ ਘੱਟ ਮਿਲੇ ਆ ਮੈਂ ਕਿਹਾ ਜੇ 600 ਰੁਪਏ ਜ਼ਿਆਦਾ ਦੇ ਦਿੰਦੇ ਤਾਂ ਸਨ ਦੇ ਬਰਾਬਰ ਆ ਜਾਂਦੇ ਸਨ ਦੇ ਬਰਾਬਰ ਆ ਜਾਂਦੇ ਤਾਂ ਬੱਚੇ ਰੇਸ਼ੀਓ ਕੀ ਬਣ ਜਾਂਦੀ ਫਿਰ ਡਾਟਰ ਸਨ ਤੇ ਵਾਈਫ ਦੀ ਰੇਸ਼ੀਓ ਬਣ ਜਾਂਦੀ ਡਾਟਰ ਤੇ ਸਨ ਤਾਂ 3:2 ਸੀ ਜੇ ਵਾਈਫ ਨੂੰ ਸਨ ਦੇ ਬਰਾਬਰ ਮਿਲ ਜਾਂਦੇ ਤਾਂ ਉਹ ਵੀ 2 ਤੇ ਪਹੁੰਚ ਜਾਂਦੀ ਮੈਂ ਜਿਹੜਾ ਕਹਿ ਰਿਹਾ ਕਿ ਇਸ ਕੁਐਸਚਨ 'ਚ ਜਗਾੜਬਾਜੀ ਜੀ ਕਰਨੀ ਹੈ ਥੋੜਾ ਜਿਹਾ ਦਿਮਾਗ ਲਾਉਣਾ ਹੈਗਾ ਇਹ ਕੁਐਸਚਨ ਬਹੁਤ ਸੌਖਾ ਹੋ ਜਾਊਗਾ ਤਾਂ ਐਗਜ਼ਾਮੀਨਰ ਕਹਿੰਦਾ ਬੰਦੇ ਨੇ ਆਪਣੇ 3 ਮੁੰਡੇ 2 ਕੁੜੀਆਂ ਤੇ 1 ਜਨਾਨੀ 'ਚ ਪੈਸੇ ਵੰਡੇ 19000 ਰੁਪਏ ਕਿਵੇਂ ਵੰਡੇ ਡਾਟਰ ਨੂੰ ਸਨ ਤੋਂ 1.5 ਗੁਣਾ ਤੋਂ 3:2 ਆਪਾਂ ਬਣਾ ਲਿਆ ਤੇ ਜਨਾਨੀ ਨੂੰ ਇੱਕ ਮੁੰਡੇ ਤੋਂ 600 ਰੁਪਏ ਘੱਟ
ਆ ਰਿਲੇਸ਼ਨ ਤਾਂ ਸਾਨੂੰ ਦਿੱਤਾ ਕਿ ਜਨਾਨੀ ਨੂੰ ਮੁੰਡੇ ਤੋਂ 600 ਰੁਪਏ ਘੱਟ। ਮੈਂ ਕਿਹਾ ਕਿ ਯਾਰ ਜੇ ਕਿਉਂਕਿ ਜਨਾਨੀ ਨੂੰ ਮੁੰਡੇ ਤੋਂ 600 ਰੁਪਏ ਘੱਟ ਲਿਖਿਆ, ਉਹਦੇ ਤੋਂ ਜਨਾਨੀ ਰੇਸ਼ੋ 'ਚ ਨਹੀਂ ਐਡਜਸਟ ਹੋ ਰਹੀ। ਆਪਾਂ ਇਹ ਕਰ ਲਿਆ ਕਿ ਯਾਰ ਜੇ ਉਹਨੂੰ 600 ਰੁਪਏ ਘੱਟ ਨਾ ਦਿੱਤੇ ਹੁੰਦੇ, ਮਤਲਬ 600 ਵੱਧ ਦੇ ਦਿਓ, ਮੁੰਡੇ ਦੇ ਬਰਾਬਰ ਹੋ ਜਾਂਦੀ, ਉਹ ਮੁੰਡੇ ਦੇ ਬਰਾਬਰ ਹੋ ਜਾਂਦੀ ਤਾਂ ਰੇਸ਼ੋ 'ਚ ਵੀ ਮੁੰਡੇ ਦੇ ਬਰਾਬਰ ਹੋ ਜਾਂਦੀ। ਆਹ ਰੇਸ਼ੀਓ ਬਣ ਗਈ ਜੀ ਸਾਡੇ ਕੋਲ। ਪਰ ਇਹ ਕਦੋਂ ਬਣੀ ਇਹ ਰੇਸ਼ੀਓ? ਇਹ ਰੇਸ਼ੀਓ ਕਦੋਂ ਬਣੀ? ਜਦੋਂ ਜਨਾਨੀ ਨੂੰ ਅਸਲ ਪੈਸੇ ਦੇਣ ਤੋਂ 600 ਵੱਧ ਗਿਣ ਰਹੇ ਆ ਆਪਾਂ, ਤਾਂ ਅਸਲ ਪੈਸੇ ਨਾਲੋਂ 600 ਵੱਧ ਗਿਣ ਰਹੇ ਆ, ਤਾਂ ਉਹ ਪੈਸੇ ਵੀ 600 ਵਧਾ ਦਿਓ, 19,600 ਹੋ ਜਾਣਗੇ। ਅਸਲ 'ਚ ਤਾਂ 19,000 ਵੰਡੇ ਸੀ, ਪਰ ਆ 600 ਆਪਾਂ ਆਪਣਾ ਜਿਹੜਾ ਜਗਾੜ ਜਾਂ ਲਾਇਆ ਕੁਐਸਚਨ ਦੇ ਵਿੱਚ, ਉਹਦੇ ਹਿਸਾਬ ਨਾਲ 600 ਰੁਪਏ ਵੱਧ ਦੇ ਰਹੇ ਆ ਵਾਈਫ ਨੂੰ, ਤਾਂ ਕਿ ਰੇਸ਼ੋ ਬਹੁਤ ਸੌਖੀ ਬਣ ਜਾਏ। ਨਹੀਂ ਤਾਂ ਰੇਸ਼ੋ ਹੀ ਨਹੀਂ ਸੀ ਬਣ ਰਹੀ, ਨਹੀਂ ਤਾਂ ਇਕੁਏਸ਼ਨ ਬਣੂਗੀ ਤੇ ਇਕੁਏਸ਼ਨਾਂ ਵੀ ਦੋ ਬਣਨਗੇ ਤੇ ਉਹ ਲੈਂਥੀ ਹੋ ਜਾਊਗਾ ਕੁਐਸਚਨ। ਤਾਂ ਆਪਾਂ ਡਾਟਰ ਸਨ ਤੇ ਵਾਈਫ ਨੂੰ ਰੇਸ਼ੋ 'ਚ ਲੈ ਆਏ। ਰੇਸ਼ੋ 'ਚ ਕਿਵੇਂ ਲੈ ਕੇ ਆਏ? ਵਾਈਫ ਨੂੰ ਸਨ ਤੋਂ 600 ਘੱਟ ਮਿਲੇ ਸੀ, ਉਹ 600 ਵੱਧ ਦੇਤੇ, ਤਾਂ ਵਾਈਫ ਰੇਸ਼ੋ 'ਚ 2 ਦੇ ਬਰਾਬਰ ਆ ਗਈ ਤੇ ਟੋਟਲ ਵੀ 19,600 ਹੋ ਗਿਆ। ਤਾਂ ਬੱਚੇ ਇਹ ਤਾਂ ਸੀਗਾ ਡਾਟਾ ਸਾਡੇ ਕੋਲ ਇੱਕ ਜਾਣੇ ਦਾ, ਪਰ 3 ਮੁੰਡੇ ਨੇ, ਤਾਂ ਇੱਕ ਮੁੰਡੇ ਨੂੰ 2 ਰੁਪਏ, ਤਾਂ 3 ਮੁੰਡਿਆਂ ਨੂੰ 2 ਗੁਣਾ 3। 2 ਕੁੜੀਆਂ ਨੇ, ਇੱਕ ਕੁੜੀ ਨੂੰ 2 ਰੁਪਏ, ਤਾਂ 3 ਕੁੜੀਆਂ ਨੂੰ 3 ਗੁਣਾ 2। ਇੱਕ ਵਾਈਫ ਹੈ, ਵਾਈਫ ਨੂੰ 2 ਰੁਪਏ, ਤਾਂ 2 ਗੁਣਾ 1 2 ਰੁਪਏ। ਤਾਂ ਟੋਟਲ 19,600 ਕਿਹਦੇ ਬਰਾਬਰ? 3 ਗੁਣਾ 2 6, 2 ਗੁਣਾ 3 6, 2 ਗੁਣਾ 1 1 2, ਤਾਂ 6 ਤੇ 6 12 ਤੇ 2 14। 14 ਯੂਨਿਟ। 14 ਯੂਨਿਟ ਦੀ ਵੈਲਿਊ 19,600 ਰੁਪਏ, ਤਾਂ 1 ਯੂਨਿਟ ਦੀ ਵੈਲਿਊ 1,400 ਰੁਪਏ। 1 ਯੂਨਿਟ 1,400 ਰੁਪਏ ਦੇ ਬਰਾਬਰ ਐਗਜ਼ਾਮੀਨਰ ਨੇ ਕੀ ਪੁੱਛਿਆ? 3 ਮੁੰਡਿਆਂ ਨੂੰ ਟੁਗੈਦਰ, ਤਾਂ 3 ਮੁੰਡਿਆਂ ਨੂੰ ਟੁਗੈਦਰ 6 ਰੁਪਏ ਮਿਲੇ ਨੇ। 6 ਰੁਪਏ ਮਿਲੇ ਨੇ। 1 ਦੀ ਵੈਲਿਊ 1,400 ਹੈ, ਤਾਂ 6 ਦੀ ਵੈਲਿਊ 6 ਗੁਣਾ 1,400, ਆਨਸਰ ਆਜੂ ਬੱਚੇ ਤੁਹਾਡਾ 8,400 ਰੁਪਏ। ਤਾਂ ਇਸ ਕੁਐਸਚਨ ਦਾ ਆਨਸਰ ਡੀ ਆਪਸ਼ਨ 8,400 ਰੁਪਏ। ਸਮਝ ਆ ਗਿਆ ਬੱਚੇ ਸਾਰਿਆਂ ਨੂੰ? ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਓ। ਹਾਂਜੀ, ਵੈਰੀ ਗੁੱਡ। ਤਾਂ ਇਹ ਬੱਚੇ ਆਪਣੇ ਜਿਹੜੇ 5 ਕੁਐਸਚਨ ਅੱਜ ਦੀ ਕਲਾਸ ਦੇ ਚੱਲੇ ਨੇ, ਇਹ ਸਾਰੇ ਇੱਕ ਤਰ੍ਹਾਂ ਦੇ ਕੁਐਸਚਨ ਸੀਗੇ। ਇਸ ਤੋਂ ਬਾਅਦ ਆਪਣਾ ਬੱਚੇ ਕੁਐਸਚਨ ਆ ਗਿਆ ਬੋਟਸ ਐਂਡ ਸਟਰੀਮਸ ਦਾ। ਮਤਲਬ ਬੋਟਸ ਐਂਡ ਸਟਰੀਮਸ ਮੈਂ ਪਿਛਲੇ ਵੀਡੀਓਜ਼ ਦੇ ਕਮੈਂਟਸ ਪੜ੍ਹ ਰਿਹਾ ਸੀ, ਲਾਈਵ ਕਮੈਂਟਸ ਜਿਹੜੇ ਚੱਲਦੇ ਆ, ਜਿਹੜੇ ਹੁਣ ਵੀ ਚੱਲ ਰਹੇ ਆ, ਪਲੱਸ ਇਸ ਤੋਂ ਬਿਨਾ ਮੈਂ ਜਿਹੜੇ ਵੀਡੀਓ ਦੇ ਉੱਤੇ YouTube ਤੇ ਤੁਸੀਂ ਕਮੈਂਟ ਕਰ ਦਿਓ, ਬੋਟਸ ਐਂਡ ਸਟਰੀਮਸ ਕਾਫੀ ਬੱਚੇ ਨੇ ਕਿਹਾ ਹੋਇਆ ਸੀਗਾ। ਹੈਂਡਸ਼ੇਕ ਵਾਲੇ ਕੁਐਸਚਨ 2-3 ਬੱਚਿਆਂ ਨੇ ਕਹੇ ਸੀ, ਤਾਂ ਅੱਜ ਦੀ ਕਲਾਸ 'ਚ ਬੋਟਸ ਐਂਡ ਸਟਰੀਮਸ ਦੇ ਇੱਕ ਤਾਂ ਆਹ ਤਰ੍ਹਾਂ ਦੇ ਕੁਐਸਚਨ ਨੇ, ਇੱਕ ਇਸ ਤੋਂ ਅਗਲਾ ਕੁਐਸਚਨ ਵੀ ਇਸੇ ਤਰ੍ਹਾਂ ਦਾ। ਇੱਕ ਡਿਫਰੈਂਟ ਟਾਈਪ ਦੇ ਕੁਐਸਚਨ ਨੇ, ਉਹ ਇਸ ਤੋਂ ਥੋੜਾ ਜਿਹਾ ਅੱਗੇ ਆ ਜਾਣਗੇ ਹੋਰ 20-25 ਮਿੰਟਾਂ ਬਾਅਦ। ਵਿੱਚ ਤੁਹਾਡੇ ਕੋਲ ਏਜਿਸ ਦੇ 2-3 ਕੁਐਸਚਨ ਨੇ, ਉਹ ਦੋਨੇ ਤਿੰਨੇ ਥੋੜੇ ਜਿਹੇ ਔਖੇ ਕੁਐਸਚਨ ਨੇ, ਈਜ਼ੀ ਕੁਐਸਚਨ ਨਹੀਂ ਹੈਗੇ। ਤੇ ਅਖੀਰ ਤੇ ਨੰਬਰ ਸਿਸਟਮ ਦੇ 3 ਤਰ੍ਹਾਂ ਦੇ ਕੁਐਸਚਨ ਮਿਲਣਗੇ ਅੱਜ ਦੀ ਕਲਾਸ ਦੇ ਵਿੱਚ, ਜਿਹਦੇ ਵਿੱਚ ਇੱਕ LCM HCF ਵਾਲੇ ਕੁਐਸਚਨਸ ਮਿਲਣਗੇ, ਨੰਬਰ ਸਿਸਟਮ ਦੇ ਐਲਜੈਬਰਿਕ ਐਕਸਪ੍ਰੈਸ਼ਨਸ ਵਾਲੇ ਕੁਐਸਚਨ ਤੇ ਹੈਂਡਸ਼ੇਕ ਵਾਲੇ ਕੁਐਸਚਨਸ ਅਖੀਰ ਤੇ ਮਿਲਣਗੇ। ਉੱਥੇ ਕਲਾਸ ਆਪਾਂ ਨਿਬੇੜਾਂਗੇ। 21 ਕੁਐਸਚਨ ਨੇ ਅੱਜ ਦੀ ਕਲਾਸ 'ਚ। ਸੈਸ਼ਨ ਸਮਝ ਆਈ ਜਾਂਦਾ, ਲਾਈਕ ਸ਼ੇਅਰ ਕਰਦੇ ਜਾਓ, ਧਿਆਨ ਨਾਲ ਸੁਣੋ। ਜਿਹੜੇ ਬੱਚਿਆਂ ਨੂੰ ਆਨਸਰ ਆਉਂਦੇ ਨੇ ਛੇਤੀ ਕਰੋ, ਮੇਰੀ ਵੇਟ ਨਾ ਕਰੋ ਕਿ ਮੈਂ ਸੋਲਵ ਕਰ ਰਿਹਾ, ਆਪਦਾ ਜਲਦੀ ਆਨਸਰ ਕੱਢੋ। ਜਿਹੜੇ ਬੱਚਿਆਂ ਨੂੰ ਲੱਗਦਾ ਕਿ ਨਹੀਂ ਪੜ੍ਹੀਆਂ ਹੋਈਆਂ ਚੀਜ਼ਾਂ, ਜਾਂ ਪੜ੍ਹੀਆਂ ਹੋਈਆਂ ਨੇ ਲੈਂਥੀ ਪੜ੍ਹੀਆਂ ਨੇ, ਚੰਗੀ ਤਰ੍ਹਾਂ ਨਹੀਂ ਪੜ੍ਹੀਆਂ, ਜਾਂ ਫੇਡ ਹੋ ਗਿਆ, ਦਿਮਾਗ 'ਚੋਂ ਨਿਕਲ ਗਿਆ, ਉਹ ਮੈਨੂੰ ਥੋੜਾ ਜਿਹਾ ਜ਼ਿਆਦਾ ਧਿਆਨ ਨਾਲ ਦੇਖੋ, ਫਿਰ ਅਗਲੇ ਸਮੇਂ 'ਚ ਜਦੋਂ ਪ੍ਰੈਕਟਿਸ ਕਰੋਗੇ ਉਦੋਂ ਕਰਦੇ ਹੋ ਜਾਓਗੇ। ਤਾਂ ਬੱਚੇ ਕੁਐਸਚਨ ਕੀ ਹੈ ਕਿ ਇੱਕ ਕਿਸ਼ਤੀ ਵਾਲਾ ਬੰਦਾ ਹੈ, ਰੋਜ਼ 1 ਕਿਲੋਮੀਟਰ ਇਨ 5 ਮਿੰਟਸ ਅਲੋਂਗ ਦਾ ਸਟਰੀਮ। ਬੱਚੇ ਤੁਸੀਂ ਬੋਟਸ ਐਂਡ ਸਟਰੀਮਸ ਚੈਪਟਰ ਦੇ ਵਿੱਚ 2 ਸ਼ਬਦ ਪੜ੍ਹੇ ਹੋਣਗੇ, ਅਪ ਸਟਰੀਮ ਤੇ ਡਾਊਨ ਸਟਰੀਮ। ਇਹ ਸ਼ਬਦ ਤਾਂ ਸਾਰਿਆਂ ਨੇ ਪੜ੍ਹੇ ਆ। ਮੈਂ ਜਮਾ ਦੇਸੀ ਜਿਹੇ ਤਰੀਕੇ ਨਾਲ ਦੱਸਦਾ, ਅਪ ਸ਼ਬਦ ਉੱਪਰ ਜਾਣਾ ਹੁੰਦਾ, ਡਾਊਨ ਸ਼ਬਦ ਥੱਲੇ ਆਉਣਾ ਹੁੰਦਾ। ਉੱਪਰ ਅਸੀਂ ਜਾਵਾਂਗੇ ਤਾਂ ਗ੍ਰੈਵਿਟੀ ਸਾਨੂੰ ਥੱਲੇ ਖਿੱਚੂਗੀ, ਤਾਂ ਅਸੀਂ ਉੱਪਰ ਹੌਲੀ ਜਾਵਾਂਗੇ, ਸਾਡੀ ਸਪੀਡ ਘੱਟ ਹੁੰਦੀ ਆ। ਜੇ ਆਪਾਂ ਥੱਲੇ ਆ ਰਹੇ ਆ, ਰਿੜ ਰਹੇ ਆਂਗੇ, ਜਾਂ ਆਪਾਂ ਅਸਮਾਨ 'ਚ ਹੀ ਛਾਲ ਮਾਰ ਦਈਏ, ਬਹੁਤ ਤੇਜ਼ ਆਵਾਂਗੇ, ਸਾਡੀ ਸਪੀਡ ਜ਼ਿਆਦਾ ਹੁੰਦੀ ਹੈ। ਸੋ ਪਹਿਲੀ ਗੱਲ, ਸਪੀਡ ਘੱਟ ਵੱਧ ਚਲੋ ਮੈਂ ਮਗਰੋਂ ਦੱਸਦਾ। ਅਪ ਸਟਰੀਮ ਹੁੰਦਾ ਹੈ ਵਹਾਅ ਦੇ ਉਲਟ ਜਾਣਾ, ਤਾਂ ਇਹ ਬੱਚੇ ਬੇਸਿਕਲੀ ਹੁੰਦਾ ਅਗੇਂਸਟ ਦਾ ਸਟਰੀਮ। ਇਹ ਵੈਸੇ ਜਦੋਂ ਮੈਂ ਚੈਪਟਰ ਪੜਾਉਂਗਾ, ਚੈਪਟਰ ਦੇ ਵਿੱਚ ਡਿਟੇਲ 'ਚ ਦੱਸੂਗਾ। ਹੁਣ ਕਿਉਂਕਿ ਕੁਐਸਚਨ ਦੇ ਵਿੱਚ ਅਪ ਸਟਰੀਮ ਜਾਂ ਡਾਊਨ ਸਟਰੀਮ ਸ਼ਬਦ ਨਹੀਂ ਲਿਖਿਆ, ਅਲੋਂਗ ਦਾ ਸਟਰੀਮ, ਅਗੇਂਸਟ ਦਾ ਸਟਰੀਮ ਲਿਖਿਆ, ਤਾਂ ਡਾਊਨ ਸਟਰੀਮ ਹੁੰਦਾ ਅਲੋਂਗ ਦਾ ਸਟਰੀਮ। ਇਹ ਸ਼ਬਦਾਂ ਤੋਂ ਬੱਚੇ ਕਦੇ ਭੁਲੇਖਾ ਨਹੀਂ ਖਾਣਾ। ਐਗਜ਼ਾਮੀਨਰ ਜ਼ਰੂਰੀ ਨਹੀਂ ਹੈਗਾ ਕਿ ਅਪਸਟਰੀਮ ਤੇ ਡਾਊਨਸਟਰੀਮ ਲਿਖੂਗਾ, ਐਗਜ਼ਾਮੀਨਰ ਅਲੋਂਗ ਦਾ ਸਟਰੀਮ ਲਿਖ ਦੂਗਾ, ਤਾਂ ਇਹਦਾ ਮਤਲਬ ਐਗਜ਼ਾਮੀਨਰ ਡਾਊਨਸਟਰੀਮ ਦੀ ਗੱਲ ਕਰ ਰਿਹਾ। ਐਗਜ਼ਾਮੀਨਰ ਅਗੇਂਸਟ ਦਾ ਸਟਰੀਮ ਲਿਖ ਦੂ, ਮਤਲਬ ਅਪਸਟਰੀਮ ਦੀ ਗੱਲ ਕਰ ਰਿਹਾ। ਇਹ ਸਿੱਧਾ ਦਿਮਾਗ 'ਚ ਆ ਜਾਣਾ ਚਾਹੀਦਾ। ਉੱਪਰ ਜਾਂਦੇ ਸਪੀਡ ਸਲੋ ਹੁੰਦੀ ਹੈ ਤਾਂ B- W, ਥੱਲੇ ਆਉਂਦੇ ਸਪੀਡ ਤੇਜ਼ ਹੁੰਦੀ ਹੈ ਤਾਂ B + W। ਇਹ
ਜਦੋਂ ਚੈਪਟਰ ਪੜ੍ਹਦੇ ਆ ਉਹਦੇ ਵਿੱਚ ਆਪਾਂ 20-25 ਮਿੰਟ ਲਾ ਕੇ ਸਾਰੀਆਂ ਚੀਜ਼ਾਂ ਸਮਝਦੇ ਹੁੰਦੇ ਆ। ਇੱਥੇ ਮੈਂ ਬਰੀਫ ਕਰਤਾ ਇੱਕ ਵਾਰ ਮਾੜਾ ਜਿਹਾ। ਐਗਜ਼ਾਮੀਨਰ ਕਹਿੰਦਾ ਕੋਈ ਬੰਦਾ ਅਪ ਡਾਊਨ ਸਟਰੀਮ ਜਾਂਦਾ ਤਾਂ 1 ਘੰਟੇ 'ਚ ਉਹ 5 ਮਿੰਟਾਂ 'ਚ ਉਹ 1 ਕਿਲੋਮੀਟਰ ਕਵਰ ਕਰਦਾ। ਤਾਂ ਬੱਚੇ ਸਾਨੂੰ ਡਾਊਨ ਸਟਰੀਮ ਚਾਹੀਦੀ ਆ। ਡਾਊਨ ਸਟਰੀਮ ਕਿੰਨੀ ਹੈ? 5 ਮਿੰਟਾਂ ਦੇ ਵਿੱਚ 1 ਕਿਲੋਮੀਟਰ। ਆਪਾਂ ਜਿਹੜੀ ਸਪੀਡ ਦੇਖਣੀ, ਆਪਾਂ ਤਾਂ ਸਪੀਡ ਦੇਖਣੀ ਕਿਲੋਮੀਟਰ ਪਰ ਆਵਰ ਦੇ ਵਿੱਚ। ਕਿਲੋਮੀਟਰ ਪਰ ਆਵਰ ਦਾ ਮਤਲਬ 1 ਘੰਟੇ 'ਚ। ਤਾਂ ਜਿਹੜਾ 5 ਮਿੰਟਾਂ 'ਚ 1 ਕਿਲੋਮੀਟਰ ਹੈ, 1 ਘੰਟੇ 'ਚ ਕਿੰਨਾ ਹੋ ਜੂ? ਘੰਟਾ ਬਣਾਉਣ ਲਈ 12 ਗੁਣਾ ਕਰਾਂਗੇ ਨਾ, 60 ਹੋ ਜੂਗਾ। ਤਾਂ ਇੱਧਰ ਵੀ 12 ਗੁਣਾ ਹੋ ਜੂਗਾ, ਤਾਂ ਉਹਦੀ ਸਪੀਡ ਹੋ ਜੂ 12 ਕਿਲੋਮੀਟਰ ਪਰ ਆਵਰ। ਤਾਂ ਇਹ ਤੋਂ ਸੌਖਾ ਤਰੀਕਾ ਨਹੀਂ ਹੈਗਾ, ਇਹ ਮੈਂ ਲਿਖ ਕੇ ਸਮਝਾਇਆ, ਪਰ ਤੁਹਾਡੇ ਦਿਮਾਗ 'ਚ ਚੱਲੂ ਕਿ ਜਿਹੜਾ ਬੰਦਾ 5 ਮਿੰਟਾਂ ਦੇ ਵਿੱਚ 1 ਕਿਲੋਮੀਟਰ ਕਰ ਰਿਹਾ ਹੈ, ਉਹਦੀ ਸਪੀਡ ਕਿਲੋਮੀਟਰ ਪਰ ਆਵਰ 'ਚ ਕਿੰਨੀ ਬਣ ਜੂ? ਕਿਲੋਮੀਟਰ ਪਰ ਆਵਰ ਦਾ ਮਤਲਬ 1 ਘੰਟੇ 'ਚ ਕਿੰਨੇ ਕਿਲੋਮੀਟਰ। ਤਾਂ 5 ਮਿੰਟਾਂ 'ਚ ਜੇ 1 ਕਿਲੋਮੀਟਰ ਹੈ ਤਾਂ ਘੰਟੇ 'ਚ ਮਤਲਬ 60 ਮਿੰਟਾਂ 'ਚ 12 ਗੁਣਾ ਕਰਕੇ, ਤਾਂ ਇੱਧਰ ਵੀ 12 ਗੁਣਾ ਕਰਕੇ ਉਹਦੀ ਸਪੀਡ ਆ ਜੂਗੀ 12। ਡਾਊਨ ਸਟਰੀਮ ਕਹਿੰਦੇ ਅੱਧੇ ਘੰਟੇ 'ਚ 3 ਕਿਲੋਮੀਟਰ ਹੈ, ਤਾਂ ਪੂਰੇ ਘੰਟੇ 'ਚ ਕਿੰਨਾ ਹੋ ਜੂ? ਅਪ ਸਟਰੀਮ ਕੀ ਹੈ? ਅੱਧੇ ਘੰਟੇ ਦੇ ਵਿੱਚ 3 ਕਿਲੋਮੀਟਰ। ਅੱਧੇ ਘੰਟੇ 'ਚ 3 ਕਿਲੋਮੀਟਰ, ਤਾਂ ਪੂਰੇ ਘੰਟੇ 'ਚ ਕਿੰਨਾ ਹੋ ਜੂਗਾ? 2 ਗੁਣਾ ਕਰਕੇ ਪੂਰਾ ਘੰਟਾ, ਤਾਂ ਇਹਦੀ ਸਪੀਡ ਹੋ ਜੂਗੀ 6 ਕਿਲੋਮੀਟਰ ਪਰ ਆਵਰ। ਤਾਂ ਬੱਚੇ ਤੁਸੀਂ ਅਪ ਸਟਰੀਮ ਤੇ ਡਾਊਨ ਸਟਰੀਮ ਕੱਢ ਲਿਆ। ਅਪ ਸਟਰੀਮ ਤੇ ਡਾਊਨ ਸਟਰੀਮ ਆ ਗਿਆ, ਫਿਰ ਤੁਸੀਂ ਕੀ ਕੱਢਣਾ? ਸਪੀਡ ਆਫ ਸਟਰੀਮ। ਸਪੀਡ ਆਫ ਸਟਰੀਮ ਮਤਲਬ W ਕੱਢਣਾ। ਤਾਂ ਬੱਚੇ ਜੇ ਤਾਂ ਤੁਸੀਂ B ਕੱਢਣਾ ਹੁੰਦਾ, ਸਪੀਡ ਆਫ ਬੋਟ ਇਨ ਸਟਿਲ ਵਾਟਰ, ਉਹ ਤਾਂ ਹੁੰਦਾ D + U/2। ਜੇ ਤੁਸੀਂ ਵਾਟਰ ਦੀ ਸਪੀਡ ਕੱਢਣੀ ਹੈ ਤਾਂ ਉਹ ਹੁੰਦੀ ਹੈ D - U/2। ਤਾਂ ਇਹ ਸਪੀਡ ਆਫ ਸਟਰੀਮ ਮਤਲਬ ਵਾਟਰ ਦੀ ਸਪੀਡ ਕੱਢਣੀ ਹੈ, ਤਾਂ D - U/2। D ਆ ਗਿਆ 12 - U ਆ ਗਿਆ 6, 12 - 6 ਹੋ ਗਿਆ 6/2, 3 ਕਿਲੋਮੀਟਰ ਪਰ ਆਵਰ। ਤਾਂ ਵਾਟਰ ਦੀ ਸਪੀਡ ਇਸ ਕੁਐਸਚਨ 'ਚ ਕਿੰਨੀ ਆ ਜੂ ਤੁਹਾਡੀ? ਫਸਟ ਆਪਸ਼ਨ 3 ਕਿਲੋਮੀਟਰਸ ਪਰ ਆਵਰ। ਤਾਂ ਆ ਮੈਂ ਥੋੜਾ ਜਿਹਾ ਬਰੀਫ ਜਿਹਾ ਕਰਤਾ ਕਿ ਸ਼ਬਦਾਂ ਦੇ ਮਤਲਬ ਕੀ ਹੁੰਦੇ ਆ। ਜੇ ਅਗੇਂਸਟ ਦਾ ਸਟਰੀਮ ਲਿਖਿਆ ਮਤਲਬ ਅਪ ਸਟਰੀਮ, ਜੇ ਅਲੋਂਗ ਦਾ ਸਟਰੀਮ ਲਿਖਿਆ ਮਤਲਬ ਡਾਊਨ ਸਟਰੀਮ। ਕਿਵੇਂ ਕੈਲਕੂਲੇਟ ਕਰਨਾ ਹੁੰਦਾ, ਇੱਥੇ ਆਪਾਂ ਕੈਲਕੂਲੇਟ ਕਰ ਲਿਆ। ਸਾਨੂੰ ਸਿੱਧਾ ਸਪੀਡਸ ਨਹੀਂ ਦਿੱਤੀਆਂ। ਐਗਜ਼ਾਮੀਨਰ ਕਹਿੰਦਾ ਕੋਈ ਕਿਸ਼ਤੀ ਅਲੋਂਗ ਦਾ ਸਟਰੀਮ ਯਾਨੀ ਕਿ ਡਾਊਨ ਸਟਰੀਮ 5 ਮਿੰਟਾਂ ਦੇ ਵਿੱਚ ਕਿਲੋਮੀਟਰ ਕਵਰ ਕਰਦੀ ਹੈ, ਤਾਂ ਆਪਾਂ ਸਪੀਡ ਕੱਢੀ ਕਿਲੋਮੀਟਰ ਪਰ ਆਵਰ 'ਚ 12 ਬਣ ਗਈ। ਤੇ ਅਗੇਂਸਟ ਦਾ ਸਟਰੀਮ ਯਾਨੀ ਕਿ ਅਪ ਸਟਰੀਮ ਉਹ ਅੱਧੇ ਘੰਟੇ 'ਚ 3 ਕਿਲੋਮੀਟਰ ਕਵਰ ਕਰਦੀ ਹੈ, ਤਾਂ ਮਤਲਬ ਪੂਰੇ ਘੰਟੇ 'ਚ 6, ਉਹਦੀ ਸਪੀਡ ਆ ਗਈ 6। ਤਾਂ ਅਪ ਸਟਰੀਮ ਤੇ ਡਾਊਨ ਸਟਰੀਮ ਕੱਢ ਲਿਆ। ਫਿਰ ਜੇ B ਕੱਢਣਾ ਹੁੰਦਾ ਆ ਜਾਂਦਾ, W ਕੱਢਣਾ ਹੁੰਦਾ ਆ ਜਾਂਦਾ, ਤਾਂ ਆਪਾਂ ਸਪੀਡ ਆਫ ਸਟਰੀਮ ਪੁੱਛਿਆ ਮਤਲਬ W ਪੁੱਛਿਆ ਤਾਂ D - U/2, 12 - 6/2, 3 ਕਿਲੋਮੀਟਰਸ ਪਰ ਆਵਰ। ਤਾਂ ਇਹ ਬੱਚੇ ਆਪਣਾ ਕੁਐਸਚਨ ਸੀਗਾ ਅੱਜ ਦੀ ਕਲਾਸ ਦਾ। ਹਾਂਜੀ ਬੱਚੇ, ਅਗਲਾ ਕੁਐਸਚਨ ਦੇਖੋ। ਅ ਮੋਟਰ ਬੋਟ ਇਨ ਸਟਿਲ ਵਾਟਰ ਮੋਟਰ ਬੋਟ ਇਨ ਸਟਿਲ ਵਾਟਰ ਮਤਲਬ ਕੈਪੀਟਲ B ਦੀ ਗੱਲ ਹੁੰਦੀ ਹੈ। ਮੈਂ ਪਿੱਛੇ ਸ਼ਬਦ ਵਰਤੇ ਸੀ ਨਾ, ਸਪੀਡ ਆਫ ਬੋਟ ਇਨ ਸਟਿਲ ਵਾਟਰ, ਤਾਂ ਉਹ B ਦੀ ਗੱਲ ਹੈ। ਤਾਂ ਉਹ ਕਹਿੰਦਾ ਅ ਮੋਟਰ ਬੋਟ ਇਨ ਸਟਿਲ ਵਾਟਰ ਟਰੈਵਲਸ ਐਟ ਅ ਸਪੀਡ ਆਫ 36 ਕਿਲੋਮੀਟਰ ਪਰ ਆਵਰ। ਤਾਂ ਬੱਚੇ ਸਾਨੂੰ B ਦੀ ਵੈਲਿਊ ਦਿੱਤੀ ਹੋਈ ਹੈ 36। ਇਟ ਗੋਜ਼ 56 ਕਿਲੋਮੀਟਰ ਅਪਸਟਰੀਮ ਇਨ 1 ਘੰਟਾ 45 ਮਿੰਟ। ਤਾਂ ਬੱਚੇ ਅਪਸਟਰੀਮ ਉਹ ਗਈ 56 ਕਿਲੋਮੀਟਰ ਕਿੰਨੇ ਟਾਈਮ 'ਚ? 1 ਘੰਟਾ 45 ਮਿੰਟ 'ਚ। ਤਾਂ ਸਪੀਡ ਕਿੰਨੀ ਹੋ ਗਈ ਬੱਚੇ? ਸਾਨੂੰ ਅਪਸਟਰੀਮ ਦਾ ਡਿਸਟੈਂਸ ਦਿੱਤਾ 56 ਕਿਲੋਮੀਟਰ, ਟਾਈਮ ਦਿੱਤਾ 1 ਘੰਟਾ 45 ਮਿੰਟ। ਤਾਂ ਸਪੀਡ ਕਿਵੇਂ ਨਿਕਲਦੀ? ਡਿਸਟੈਂਸ ਅਪੋਨ ਟਾਈਮ। ਤਾਂ ਡਿਸਟੈਂਸ ਤਾਂ 56 ਹੈਗਾ, ਟਾਈਮ ਕੀ ਹੋ ਜਾਊਗਾ? ਟਾਈਮ ਹੋ ਜਾਊਗਾ 1 ਘੰਟਾ ਪੂਰਾ, ਜਿਹੜਾ 45 ਮਿੰਟ ਦਾ ਸਮਾਂ ਉਹਨੂੰ ਘੰਟਿਆਂ 'ਚ ਕਰਨ ਲਈ ਬਟੇ 60 ਕਰਾਂਗੇ 3/4। ਤਾਂ ਇਹ ਬਣ ਗਿਆ ਬੱਚੇ 7/4 ਆਵਰਸ। ਵੈਸੇ ਜਿਹੜੇ ਬੱਚਿਆਂ ਦੀ ਕੈਲਕੂਲੇਸ਼ਨ ਥੋੜੀ ਜਿਹੀ ਚੰਗੀ ਆ ਉਹ 1 ਘੰਟਾ 45 ਮਿੰਟ ਪੜ੍ਹਦੇ ਹੀ ਆਈਡੀਆ ਲਾ ਲੈਣਗੇ ਕਿ ਉਹ 7/4 ਬਣ ਗਿਆ। ਨਹੀਂ ਤਾਂ ਮੈਂ ਦੱਸ ਰਿਹਾ ਕਿ ਘੰਟਾ ਤਾਂ ਹੋ ਗਿਆ ਪੂਰਾ, ਇੱਕ ਮੂਰੇ ਲਿਖਤਾ। ਜਿਹੜੇ 45 ਮਿੰਟ ਨੇ ਉਹਨੂੰ ਘੰਟੇ 'ਚ ਵਰਤਣਾ, ਤਾਂ ਬਟੇ 60 ਕਰਕੇ 3/4 ਬਣ ਗਿਆ, ਤਾਂ ਇਹ ਬਣ ਗਿਆ 7/4। ਤਾਂ ਬੱਚੇ ਅਪਸਟਰੀਮ ਦੀ ਸਪੀਡ ਕਿੰਨੀ ਆ ਗਈ? 56 ਕਿਲੋਮੀਟਰ ਡਿਸਟੈਂਸ ਡਿਵਾਈਡ ਬਾਈ ਟਾਈਮ 7/4। ਤਾਂ 7 ਥੱਲੇ 4 ਉੱਪਰ ਚਲ ਗਿਆ, ਇਹ ਆ ਗਿਆ 8 × 4। ਅਪਸਟਰੀਮ ਆ ਗਿਆ ਤੁਹਾਡਾ 32 ਕਿਲੋਮੀਟਰ ਪਰ ਆਵਰ। ਤਾਂ ਅਪਸਟਰੀਮ ਦੀ ਸਪੀਡ ਆ ਗਈ। The time taken by it to cover the same distance downstream will be, ਉਹ ਕਹਿੰਦੇ ਡਾਊਨਸਟ੍ਰੀਮ ਇਹੀ ਡਿਸਟੈਂਸ 50 ਕਿਲੋਮੀਟਰ ਕਿੰਨੇ ਟਾਈਮ 'ਚ ਕਰੂ। ਬੱਚੇ ਇਸ ਕੁਐਸਚਨ ਦੇ ਵਿੱਚ ਵੈਸੇ ਤਾਂ ਬਹੁਤ ਕੁਛ ਆ ਸਮਝਾਉਣ ਨੂੰ, ਪਰ ਮੈਂ ਇੱਕ ਟ੍ਰਿਕ ਜਿਹਾ ਦੱਸ ਦਿੰਦਾ। ਹਮੇਸ਼ਾ ਦੇਖਿਓ, ਮੈਂ ਵੈਸੇ ਪਿਛਲੀ ਸਲਾਈਡ ਵੀ ਵਾਪਸ ਖੋਲਦਾ। ਆਹ ਮੰਨ ਲਓ ਬੋਟ ਦੀ ਸਪੀਡ ਆ, ਕਿਸ਼ਤੀ ਦੀ ਸਪੀਡ ਆ B। ਮੈਂ ਪਿਛਲੀ ਸਲਾਈਡ ਤੇ ਕੀ ਕਿਹਾ ਸੀਗਾ? ਅਪਸਟਰੀਮ ਜਾਂ ਡਾਊਨਸਟਰੀਮ ਕਿਵੇਂ ਹੁੰਦੀਆਂ ਨੇ? ਸਪੀਡ ਆਫ ਬੋਟ ਜਿੰਨੀ ਵੀ ਹੈ B, ਉਹਦੇ ਵਿੱਚ W ਐਡ ਕਰ ਦੋ ਤਾਂ ਡਾਊਨਸਟਰੀਮ ਬਣ ਜੂ, ਉਹਦੇ ਵਿੱਚੋਂ W ਮਾਈਨਸ ਕਰ ਦੋ ਤਾਂ ਅਪਸਟਰੀਮ ਬਣ ਜੂ। ਇਹ ਮੈਂ ਸਮਝਾਇਆ ਸੀਗਾ।
ਤਾਂ ਇਹਨੂੰ ਹੁਣ ਤੁਸੀਂ ਦੇਖੋ ਅਗਲੀ ਸਲਾਈਡ ਤੇ ਕਿਵੇਂ ਯੂਜ਼ ਕਰ ਰਿਹਾ ਮੈਂ। ਆ ਸਪੀਡ ਆਫ ਬੋਟ ਇਨ ਸਟਿਲ ਵਾਟਰ ਹੈ B, ਨੰਬਰ ਲਾਈਨ ਤੇ ਮੈਂ ਗ੍ਰਾਫ ਤੇ ਨੰਬਰ ਲਾਈਨ ਤੇ ਆਹ B ਬਣਾ ਲਿਆ। ਇਹਦੇ ਵਿੱਚ ਜੇ ਮੈਂ W ਜੋੜਦਾ ਤਾਂ ਬੱਚੇ ਕੀ ਬਣ ਜੂ ਸਾਡਾ ਡਾਊਨ ਸਟ੍ਰੀਮ ਆਜੂ। ਇਹਦੇ ਵਿੱਚੋਂ W ਮਾਈਨਸ ਕਰਦਾ ਤਾਂ ਕੀ ਆਜੂ ਸਾਡਾ ਅਪ ਸਟ੍ਰੀਮ ਆਜੂ। ਕਹਿਣ ਦਾ ਮਤਲਬ ਜੇ ਸਾਡੇ ਕੋਲ ਸਪੀਡ ਆਫ ਬੋਟ ਇਨ ਸਟਿਲ ਵਾਟਰ ਹੋਵੇ ਤੇ ਅਪ ਸਟ੍ਰੀਮ ਤੇ ਡਾਊਨ ਸਟ੍ਰੀਮ ਦੇ ਵਿੱਚੋਂ ਕੋਈ ਇੱਕ ਹੋਵੇ, ਦਿਮਾਗ 'ਚ ਕੀ ਚੱਲਣਾ ਚਾਹੀਦਾ ਇਹ ਪੱਕੇ ਤੌਰ ਤੇ ਬਿਠਾਉਣ ਲੱਗਿਆ। B ਦੀ ਵੈਲਿਊ ਹੋਵੇ, ਫਿਰ ਅਪ ਸਟ੍ਰੀਮ ਜਾਂ ਡਾਊਨ ਸਟ੍ਰੀਮ 'ਚੋਂ ਕੋਈ ਇੱਕ ਚੀਜ਼ ਹੋਵੇ, ਦੂਜੀ ਨਿਕਲ ਆਊਗੀ। ਕਿਵੇਂ? ਸਾਨੂੰ ਪਤਾ B ਤੋਂ ਅਪ ਸਟ੍ਰੀਮ ਜਿੰਨੀ ਪਿੱਛੇ ਹੈ ਡਾਊਨ ਸਟ੍ਰੀਮ ਓਨੀ ਹੀ ਅੱਗੇ ਹੋਊਗੀ। ਤਾਂ ਅਪ ਸਟ੍ਰੀਮ ਜੇ ਸਾਡੀ 32 ਆ ਗਈ, ਸਾਡੀ B ਦੀ ਸਪੀਡ ਕਿੰਨੀ ਹੈ 36। ਜੇ ਅਪਸਟ੍ਰੀਮ 4 ਘੱਟ ਹੈ ਤਾਂ ਡਾਊਨਸਟ੍ਰੀਮ 4 ਜ਼ਿਆਦਾ ਹੋਊਗੀ, 40 ਆ ਜਾਊਗੀ ਡਾਊਨਸਟ੍ਰੀਮ। ਤਾਂ ਕੈਲਕੂਲੇਟ ਕਰਨ ਦੀ ਜਮਾ ਲੋੜ ਨਹੀਂ ਹੈਗੀ, ਆਹ ਦਿਮਾਗ ਲਾਉਣਾ। ਸਾਨੂੰ B ਦੀ ਸਪੀਡ ਤਾਂ ਕੁਐਸਚਨ ਦੇ ਵਿੱਚ ਗਿਵਨ ਹੈ ਪਹਿਲੀ ਲਾਈਨ ਦੇ ਵਿੱਚ ਕਿ ਸਪੀਡ 36 ਕਿਲੋਮੀਟਰ ਪਰ ਆਵਰ ਹੈ। ਜੇ B 36 ਦਿੱਤਾ ਹੈ, ਅਪਸਟ੍ਰੀਮ ਅਸੀਂ 32 ਕੱਢ ਲਿਆ, ਉਹ 4 ਘੱਟ ਹੈ ਤਾਂ ਡਾਊਨਸਟ੍ਰੀਮ ਪੱਕਾ 4 ਜ਼ਿਆਦਾ ਹੋਊ 40। ਉਹ ਕਿਵੇਂ ਜ਼ਿਆਦਾ ਹੋਊ ਉਹ ਮੈਂ ਥੋੜਾ ਜਿਹਾ ਸਮਝਾਤਾ। ਡਾਊਨਸਟ੍ਰੀਮ ਦੀ ਸਪੀਡ ਆ ਗਈ, ਐਗਜ਼ਾਮੀਨਰ ਕਹਿੰਦਾ ਓਨਾ ਹੀ ਡਿਸਟੈਂਸ ਡਾਊਨਸਟ੍ਰੀਮ ਕਿੰਨੇ ਟਾਈਮ 'ਚ ਕਵਰ ਕਰੂ। ਇਨ ਵਟ ਟਾਈਮ ਇਟ ਵਿਲ ਕਵਰ ਦਾ ਸੇਮ ਡਿਸਟੈਂਸ ਡਾਊਨਸਟ੍ਰੀਮ। ਤਾਂ ਡਾਊਨਸਟ੍ਰੀਮ ਲਈ ਕਿੰਨਾ ਟਾਈਮ ਲੱਗੂ? ਡਿਸਟੈਂਸ ਅਪੌਨ ਸਪੀਡ, ਡਿਸਟੈਂਸ 56 ਬਟੇ ਸਪੀਡ 40। ਤਾਂ ਟਾਈਮ ਕਿੰਨਾ ਆ ਗਿਆ? 8 ਦੇ ਟੇਬਲ 'ਚ 7 ਤੇ 5 ਜਾਂ ਚਲੋ 14, 4 ਦੇ ਟੇਬਲ 'ਚ ਕੱਟੋ 14 ਤੇ 10, ਇੰਨੇ ਘੰਟੇ ਆ ਗਏ। ਇੰਨੇ ਘੰਟਿਆਂ ਨੂੰ ਤੁਸੀਂ ਕੀ ਲਿਖੋਗੇ? 7 5 ਹੀ ਲਿਖ ਸਕਦੇ ਕਿਉਂ ਨਾ, ਤਾਂ 60 ਹੀ ਕਰਨਾ ਹੈਗਾ ਖੈਰ ਆਪਾਂ। ਤਾਂ 7/5, 7/5 ਹੋ ਗਿਆ ਬੱਚੇ 1 2/5। 1 2/5 ਮਤਲਬ 1 ਘੰਟਾ ਪੂਰਾ। ਜਿਹੜੇ 2/5 ਨੇ ਉਹਨੂੰ 60 ਗੁਣਾ ਕਰਕੇ ਦੇਖ ਲਾਂਗੇ 24 ਮਿੰਟ। ਤਾਂ 1 ਘੰਟਾ ਤੇ 24 ਮਿੰਟ ਲੱਗਣਗੇ। ਥਰਡ ਆਪਸ਼ਨ ਬੱਚੇ ਸਮਝ ਆ ਗਿਆ ਸਾਰਿਆਂ ਨੂੰ? ਆਹਾ ਜੇ ਕਿਸੇ ਨੂੰ ਸਮਝ ਆ ਗਈ ਚੀਜ਼ ਤਾਂ ਬਸ ਅਪਸਟ੍ਰੀਮ ਕੱਢੀ 56 ਕਿਲੋਮੀਟਰ ਇੰਨੇ ਘੰਟਿਆਂ ਦੇ ਵਿੱਚ ਆ, ਉਹ 7/4 ਬਣ ਗਿਆ ਤਾਂ 32 ਸਪੀਡ ਆ ਗਈ। ਅਪਸਟ੍ਰੀਮ ਕੱਢੀ 32, B ਗਿਵਨ ਹੈ ਤਾਂ ਡਾਊਨਸਟ੍ਰੀਮ 4 ਜ਼ਿਆਦਾ ਹੋ ਜੂਗੀ, ਕਿਉਂਕਿ ਅਪਸਟ੍ਰੀਮ 4 ਘੱਟ ਹੈ ਤਾਂ ਡਾਊਨਸਟ੍ਰੀਮ 4 ਜ਼ਿਆਦਾ ਹੋ ਜੂ। 40 ਕੱਢਣ ਦੀ ਲੋੜ ਨਹੀਂ ਪੈਣੀ ਹੋਰ ਕਿਸੇ ਤਰ੍ਹਾਂ। ਫਿਰ ਉਹ ਕਹਿੰਦੇ ਸੇਮ ਡਿਸਟੈਂਸ ਯਾਨੀ ਕਿ 56 ਕਿਲੋਮੀਟਰ ਡਾਊਨਸਟ੍ਰੀਮ ਜਾਂਦੇ ਆ ਕਿੰਨੇ ਟਾਈਮ 'ਚ ਕਵਰ ਕਰੂ। ਤਾਂ ਟਾਈਮ ਹੁੰਦਾ ਡਿਸਟੈਂਸ ਅਪੌਨ ਸਪੀਡ, ਤਾਂ ਡਿਸਟੈਂਸ 56 ਸਪੀਡ 40 ਆ ਗਈ। ਆਨਸਰ ਆ ਗਿਆ 1 2/5 ਮਤਲਬ 1 ਆਵਰ ਪੂਰਾ। 2/5 ਨੂੰ ਮਿੰਟਾਂ 'ਚ ਕੀਤਾ 60 ਗੁਣਾ ਕਰਕੇ 24 ਮਿੰਟ। ਆਨਸਰ ਆ ਗਿਆ 1 ਘੰਟਾ 24 ਮਿੰਟ। ਤਾਂ ਬੱਚੇ ਇਹ ਆਪਣਾ ਬੋਟਸ ਐਂਡ ਸਟ੍ਰੀਮਸ ਦਾ ਕੁਐਸਚਨ ਸੀ। 2 ਕੁਐਸਚਨ ਕਰ ਲਏ, ਅੱਗੇ ਕੁਐਸਚਨਸ ਆਉਣਗੇ। ਆ ਆਪਣਾ ਪੁਰਾਣੇ ਪੇਪਰ ਦਾ ਬਹੁਤ ਇੰਟਰਸਟਿੰਗ ਕੁਐਸਚਨ ਹੈ, ਪੁਰਾਣੇ ਪੇਪਰ ਦਾ ਏਜਿਸ ਦਾ ਕੁਐਸਚਨ ਹੈ। ਇਸ ਤੋਂ ਬਾਅਦ ਜਿਹੜਾ ਇਹਦੇ ਨਾਲ ਦਾ ਮਿਲਦਾ ਜੁਲਦਾ ਕੁਐਸਚਨ ਲੈ ਕੇ ਆ ਉਹ ਵੀ ਟੇਢਾ ਹੈ, ਇਹ ਵੀ ਸੌਖਾ ਕੁਐਸਚਨ ਨਹੀਂ ਹੈਗਾ। ਤਾਂ ਮੈਂ ਉਮੀਦ ਕਰਦਾ ਕਿ ਇਹ ਕੁਐਸਚਨ ਜੇ ਹੁਣ ਇਸ ਵੇਲੇ 35 40 ਬੱਚਾ ਬੈਠਾ ਦੇਖ ਰਿਹਾ ਜਾਂ ਮਗਰੋਂ ਜਿੰਨੇ ਵੀ 500 700 1000 ਬੱਚੇ ਵੀਡੀਓ ਦੇਖਣਗੇ, ਇਹ ਕੁਐਸਚਨ ਹਾਰਡਲੀ ਕਿਸੇ ਬੱਚੇ ਨੂੰ ਆਉਂਦਾ ਹੋਊਗਾ। ਸੋ ਇਸ ਕਰਕੇ ਮੇਰੀ ਬੇਨਤੀ ਹੈ ਥੋੜਾ ਜਿਹਾ ਧਿਆਨ ਨਾਲ ਦੇਖ ਲਿਓ। ਜਦੋਂ ਧਿਆਨ ਨਾਲ ਦੇਖ ਲਓਗੇ ਉਦੋਂ ਬਹੁਤ ਸੌਖਾ ਲੱਗਣ ਲੱਗ ਜੂਗਾ। ਐਗਜ਼ਾਮੀਨਰ ਕਹਿੰਦਾ ਕੋਈ ਬੰਦਾ ਆਪਣੇ ਮੁੰਡੇ ਨੂੰ ਕੀ ਕਹਿੰਦਾ? ਅ ਮੈਨ ਸੈਡ ਟੂ ਹਿਜ਼ ਸਨ ਕਿ ਆਈ ਵਾਜ਼, ਆਈ ਦੇ ਨਾਲ ਉਹਨੇ ਵਾਜ਼ ਲਾਤਾ, ਮਤਲਬ ਆਪਣੀ ਕੋਈ ਪੁਰਾਣੀ ਗੱਲ ਕਰਨ ਲੱਗ ਗਿਆ। ਆਈ ਵਾਜ਼ 1/3 ਆਫ ਯੂਅਰ ਪ੍ਰੈਜ਼ੈਂਟ ਏਜ। ਮੁੰਡੇ ਦੀ ਪ੍ਰੈਜ਼ੈਂਟ ਏਜ ਤੋਂ ਕਹਿ ਰਿਹਾ ਕਿ ਮੇਰੀ ਕਿਸੇ ਪੁਰਾਣੀ ਏਜ ਦੀ ਮੈਂ ਗੱਲ ਦੱਸਦਾ, ਤੇਰੀ ਪ੍ਰੈਜ਼ੈਂਟ ਏਜ ਤੋਂ 1/3 ਸੀ। ਕਿਹੜੀ ਪ੍ਰੈਜ਼ੈਂਟ ਏਜ? ਵੈਨ ਯੂ ਵਰ ਬੋਰਨ। ਮੇਰੀ ਕਿਹੜੀ? ਆਈ ਵਾਜ਼, ਆਈ ਦੇ ਨਾਲ ਉਹਨੇ ਵਾਜ਼ ਲਾਤਾ, ਮਤਲਬ ਆਪਦੀ ਕੋਈ ਪੁਰਾਣੀ ਗੱਲ ਕਰਦਾ। ਕਿਹੜੀ ਪੁਰਾਣੀ ਗੱਲ? ਵੈਨ ਯੂ ਵਰ ਬੋਰਨ, ਜਦੋਂ ਤੂੰ ਜੰਮਿਆ ਸੀਗਾ। ਉਹ ਕਹਿੰਦਾ ਇਫ ਦਾ ਪ੍ਰੈਜ਼ੈਂਟ ਏਜ ਆਫ ਦਾ ਮੈਨ ਇਜ਼ 48 ਈਅਰਸ ਦੈਨ ਫਾਈਂਡ ਦਾ ਪ੍ਰੈਜ਼ੈਂਟ ਏਜ ਆਫ ਦਾ ਸਨ। ਬੰਦੇ ਦੀ ਜੇ ਪ੍ਰੈਜ਼ੈਂਟ ਏਜ ਕਹਿੰਦੇ 48 ਹੈ ਤਾਂ ਸਨ ਦੀ ਦੱਸੋ। ਬੱਚੇ ਆਪ ਸਨ ਇਜ਼ ਬੋਰਨ, ਉਹਦਾ ਕੇਸ ਲਿਖ ਲਿਆ ਆਪਾਂ। ਆਹਾ ਇਹਨਾਂ ਦਾ ਪ੍ਰੈਜ਼ੈਂਟ ਦਾ ਕੇਸ ਲਿਖ ਲਿਆ। ਬਸ ਮੈਨੂੰ ਦੇਖ ਲਿਓ ਲਿਖਦਾ ਕਿਵੇਂ ਆ ਮੈਂ, ਉੱਥੋਂ ਹੀ ਕੁਐਸਚਨ ਬਹੁਤ ਸੌਖਾ ਆ ਜਾਊਗਾ ਸਮਝ। ਤਾਂ ਪ੍ਰੈਜ਼ੈਂਟ ਦੇ ਵਿੱਚ ਫਾਦਰ ਸਨ, ਸਨ ਇਜ਼ ਬੋਰਨ, ਫਾਦਰ ਸਨ। ਤਾਂ ਸਾਨੂੰ ਪਹਿਲੀ ਲਾਈਨ 'ਚ ਐਗਜ਼ਾਮੀਨਰ ਕੀ ਕਹਿ ਰਿਹਾ ਕਿ ਬੰਦਾ ਕੀ ਕਹਿੰਦਾ? ਬੰਦਾ ਆਪਦੇ ਨਿਆਣੇ ਨੂੰ ਕਹਿੰਦਾ ਆਈ ਵਾਜ਼ 1/3 ਆਫ ਯੂਅਰ ਪ੍ਰੈਜ਼ੈਂਟ ਏਜ। ਆਈ ਵਾਜ਼ ਮਤਲਬ ਸਨ ਇਜ਼ ਬੋਰਨ, ਵੈਨ ਯੂ ਵਰ ਬੋਰਨ ਮਤਲਬ ਸਨ ਇਜ਼ ਬੋਰਨ। ਤੇਰੇ ਜੰਮਣ ਵੇਲੇ ਮੇਰੀ ਉਮਰ ਕਿੰਨੀ ਸੀ? ਤੇਰੇ ਜੰਮਣ ਵੇਲੇ ਮੇਰੀ ਉਮਰ ਕਿੰਨੀ ਸੀ? ਤੇਰੀ ਪ੍ਰੈਜ਼ੈਂਟ ਏਜ ਦਾ 1/3। ਤਾਂ ਪ੍ਰੈਜ਼ੈਂਟ ਏਜ ਦਾ 1/3 ਮਤਲਬ ਜੇ ਉਹਦੀ ਪ੍ਰੈਜ਼ੈਂਟ ਏਜ 3 ਹੈ ਤਾਂ ਬੰਦੇ ਦੀ ਉਮਰ ਉਦੋਂ 1 ਸੀਗੀ। ਇੰਨੀ ਗੱਲ ਸਮਝ ਆ ਗਈ? ਜੇ ਮੁੰਡੇ ਦੀ ਪ੍ਰੈਜ਼ੈਂਟ ਏਜ 3 ਹੈ ਤਾਂ ਬੰਦਾ ਕਹਿੰਦਾ ਮੇਰੀ ਤੇਰੇ ਜੰਮਣ ਵੇਲੇ ਮੇਰੀ ਏਜ 1/3 ਸੀ ਤੇਰੀ ਪ੍ਰੈਜ਼ੈਂਟ ਦਾ। ਤਾਂ ਜੇ ਮੁੰਡੇ ਦੀ ਪ੍ਰੈਜ਼ੈਂਟ 3 ਲਾ ਲਈ ਤਾਂ ਬੰਦੇ ਦੇ ਜੰਮਣ ਵੇਲੇ ਉਹਦੀ ਏਜ 1 ਸੀ। ਤਾਂ ਸਨ ਦੀ ਏਜ ਜੰਮਣ ਵੇਲੇ ਕਿੰਨੀ ਸੀ ਬੱਚੇ? 0। ਜਦੋਂ ਉਹ ਜੰਮਿਆ ਉਹਦੀ ਏਜ 0। ਤਾਂ ਪਿਓ ਕਿੰਨਾ ਵੱਡਾ ਹੈ? ਰੇਸ਼ੀਓ 'ਚ 1 ਯੂਨਿਟ ਵੱਡਾ ਹੈ। ਤਾਂ ਇੱਥੇ ਵੀ ਪਿਓ ਕਿੰਨਾ ਵੱਡਾ ਹੋਊਗਾ? ਓਨਾ ਹੀ ਵੱਡਾ ਹੋਊਗਾ। ਐ ਤਾਂ ਹੈ ਨਹੀਂਗਾ ਕਿ ਜੰਮਣ ਵੇਲੇ ਪਿਓ ਆਪਦੇ ਮੁੰਡੇ ਨਾਲੋਂ 20 ਸਾਲ ਵੱਡਾ ਸੀਗਾ, ਅੱਜ ਉਹ 27 ਸਾਲ ਵੱਡਾ ਹੋਇਆ ਫਿਰਦਾ। ਇਹ ਤਾਂ ਹੈ ਨਹੀਂ।
ਜੇ ਉਦੋਂ ਉਹ ਆਪਦੇ ਮੁੰਡੇ ਤੋਂ 20 ਸਾਲ ਵੱਡਾ ਸੀ ਤਾਂ ਸਾਰੀ ਉਮਰ ਉਹਨੇ 20 ਸਾਲ ਹੀ ਵੱਡੇ ਰਹਿਣਾ ਹੈਗਾ। ਤਾਂ ਜੇ ਉਦੋਂ ਉਹ 0 ਤੋਂ 1 ਮਤਲਬ 1 ਯੂਨਿਟ ਜ਼ਿਆਦਾ ਹੈ ਤਾਂ ਉਹ ਹਮੇਸ਼ਾ 1 ਯੂਨਿਟ ਹੀ ਜ਼ਿਆਦਾ ਰਹੂਗਾ। ਪ੍ਰੈਜ਼ੈਂਟ ਜੇ ਸਨ ਦੀ ਉਮਰ 3 ਹੈ ਤਾਂ ਫਾਦਰ ਦੀ 4 ਹੋਊਗੀ ਤੇ ਉਸ 4 ਦੀ ਸਾਨੂੰ ਵੈਲਿਊ ਦਿੱਤੀ ਹੋਈ ਹੈ ਪ੍ਰੈਜ਼ੈਂਟ ਏਜ ਆਫ ਮੈਨ ਇਜ਼ 48। 4 ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ 48 ਈਅਰਸ। ਐਗਜ਼ਾਮੀਨਰ ਕਹਿੰਦਾ ਫਾਈਂਡ ਦਾ ਪ੍ਰੈਜ਼ੈਂਟ ਏਜ ਆਫ ਸਨ। ਸਨ ਦੀ ਪ੍ਰੈਜ਼ੈਂਟ ਏਜ ਦੱਸੋ ਜੀ। 4 ਦੀ ਵੈਲਿਊ 48 ਹੈ, 12 ਗੁਣਾ ਤਾਂ 3 ਦੀ ਵੈਲਿਊ ਵੀ 12 ਗੁਣਾ ਹੋ ਜੂ 36 ਸਾਲ ਆਨਸਰ ਆ ਗਿਆ ਬੱਚੇ ਇਸ ਕੁਐਸਚਨ ਦਾ। ਤਾਂ ਇਸ ਕੁਐਸਚਨ ਦਾ ਆਨਸਰ 36 ਸਾਲ। ਤਾਂ ਇਹ ਹੁਣ ਬਹੁਤ ਸੌਖਾ ਕੁਐਸਚਨ ਬਣ ਜੂ। ਮੈਂ ਉਮੀਦ ਕਰਦਾ ਹੁਣ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਿਹੜੇ ਬੱਚੇ ਚਾਹੇ ਲਾਈਵ ਵੀਡੀਓ ਦੇਖ ਰਹੇ ਨੇ ਜਾਂ ਜਿਹੜੇ ਮਰਜ਼ੀ ਸਮੇਂ ਵੀਡੀਓ ਖੋਲ ਕੇ ਦੇਖ ਰਹੇ ਨੇ, ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਹੁਣ ਤੋਂ 1.5-2 ਮਿੰਟ ਪਹਿਲਾਂ ਜਦੋਂ ਇਹ ਸਟੇਟਮੈਂਟ ਪੜ੍ਹਨੀ ਸ਼ੁਰੂ ਕੀਤੀ ਸੀ ਉਦੋਂ ਕਿੰਨੇ ਕੁ ਬੱਚਿਆਂ ਨੂੰ ਲੱਗਿਆ ਸੀਗਾ ਕਿ ਇਹ ਕਿਹੋ ਜਿਹਾ ਕੁਐਸਚਨ ਬਣ ਗਿਆ ਤੇ ਕਰਨ ਤੋਂ ਬਾਅਦ ਕਿੰਨੇ ਕੁ ਬੱਚਿਆਂ ਨੂੰ ਬਹੁਤ ਸੌਖਾ ਲੱਗਣ ਲੱਗ ਗਿਆ। ਪਲੀਜ਼ ਇਹ ਗੱਲਬਾਤ ਕਮੈਂਟ ਸੈਕਸ਼ਨ ਦੇ ਵਿੱਚ ਕਰਿਓ। ਸੋ ਇਸ ਕਰਕੇ ਮੈਂ ਕਹਿੰਦਾ ਹੁੰਦਾ ਕਿ ਜਿਹੜੀਆਂ ਚੀਜ਼ਾਂ ਪਹਿਲੀ ਵਾਰ ਚ ਨਹੀਂ ਸਮਝ ਆ ਰਹੀਆਂ ਜਾਂ ਦੇਖ ਕੇ ਲੱਗਦਾ ਕਿ ਇਹੋ ਜਿਹਾ ਕੁਛ ਤਾਂ ਦੇਖਿਆ ਹੀ ਨਹੀਂ ਅੱਜ ਤੱਕ ਜਾਂ ਦੇਖਿਆ ਸੀਗਾ ਪਰ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਹੈਗਾ, ਜਿੱਥੇ ਮਰਜ਼ੀ ਪੜ੍ਹ ਕੇ ਆਏ ਆ, ਤਾਂ ਉਹ ਥੋੜ੍ਹਾ ਜਿਹਾ ਧਿਆਨ ਨਾਲ ਦੇਖ ਲਿਆ ਕਰੋ ਮੈਂ ਕੀ ਬੋਲ ਰਿਹਾ, ਕੀ ਲਿਖ ਰਿਹਾ, ਕਿਵੇਂ ਲਿਖ ਰਿਹਾ। ਤੇ ਜਿਹੜੇ ਬੱਚਿਆਂ ਨੂੰ ਚੀਜ਼ਾਂ ਆਉਂਦੀਆਂ ਨੇ ਉਹ ਮੇਰੀ ਵੇਟ ਨਾ ਕਰਿਆ ਕਰੋ, ਉਹ ਨਾਲ ਦੇ ਨਾਲ ਆਪਦਾ ਸੋਲਵ ਕਰਿਆ ਕਰੋ। ਤਾਂ ਇਹ ਬੱਚੇ ਆਪਣਾ ਕੁਐਸਚਨ ਸੀ, ਇਹਦਾ ਆਨਸਰ ਆ ਗਿਆ ਸਨ ਦੀ ਪ੍ਰੈਜ਼ੈਂਟ ਏਜ ਆ ਗਈ 36 ਸਾਲ। ਅਗਲਾ ਕੁਐਸਚਨ ਇਹਦੇ ਨਾਲ ਮਿਲਦਾ ਜੁਲਦਾ, ਇਹ ਮੈਂ ਕਲਾਸ 'ਚ ਕੁਐਸਚਨ ਕਰਵਾਉਣਾ ਹੁੰਦਾ ਏਜਿਸ ਚੈਪਟਰ ਦੇ ਵਿੱਚ। A said to B, A ਨੇ ਜਿਵੇਂ ਪਿਛਲੇ ਕੁਐਸਚਨ 'ਚ ਮੈਨ said to his son ਸੀ, ਇਹ 'ਚ A B ਨੂੰ ਕਹਿੰਦਾ I am twice as old as you were। I ਮਤਲਬ A, ਟਵਾਈਸ ਮਤਲਬ ਦੁੱਗਣੀ ਉਮਰ ਦਾ, ਰੇਸ਼ੋ ਦੇ ਵਿੱਚ ਉਹਨੂੰ ਆਪਾਂ 2:1 ਲਿਖ ਸਕਦੇ ਹਾਂ। ਮੇਰੀ ਉਮਰ ਦੁੱਗਣੀ ਹੈ। ਇਹ ਕਹਿੰਦਾ ਮੇਰੀ ਪ੍ਰੈਜ਼ੈਂਟ ਏਜ, ਕਿਉਂਕਿ ਆਈ ਦੇ ਨਾਲ ਉਹਨੇ ਐਮ ਲਾਤਾ, ਇਹ ਕਹਿੰਦਾ ਮੇਰੀ ਪ੍ਰੈਜ਼ੈਂਟ ਏਜ ਤੇਰੇ ਤੋਂ ਦੁੱਗਣੀ ਹੈ, ਪਰ ਤੇਰੀ ਕਿਹੜੀ ਉਮਰ ਤੋਂ? ਯੂ ਵਰ, ਤੇਰੀ ਕਿਸੇ ਪੁਰਾਣੀ ਉਮਰ ਤੋਂ ਮੇਰੀ ਪ੍ਰੈਜ਼ੈਂਟ ਏਜ ਦੁੱਗਣੀ ਹੈ। ਤੇ ਪੁਰਾਣੀ ਕਿਹੜੀ? when I was as old as you are, ਜਦੋਂ ਮੇਰੀ ਉਮਰ ਕਿੰਨੀ ਸੀ? ਜਿੰਨੀ ਤੇਰੀ ਅੱਜ ਉਮਰ ਹੈ, you are। ਤਾਂ ਸਮਝ ਆ ਗਿਆ ਜੀ। ਤਾਂ ਆਹ ਬੱਚੇ ਤੁਸੀਂ ਲਿਖ ਲਓ A ਦੀ ਉਮਰ B ਦੀ ਕਿਸੇ ਪੁਰਾਣੀ ਉਮਰ ਨਾਲੋਂ, ਤਾਂ ਮੈਂ B ਦੇ ਨਾਲ ਡੈਸ਼ ਲਾਤਾ। ਆਹ ਮੰਨ ਲਓ B ਦੀ ਪੁਰਾਣੀ, ਆਹ B ਦੀ ਪ੍ਰੈਜ਼ੈਂਟ ਏਜ ਹੈ, ਤਾਂ A ਤੇ B ਦੀਆਂ ਪ੍ਰੈਜ਼ੈਂਟ ਏਜਿਸ ਮੈਂ A ਤੇ B ਲਿਖ ਲੀਆਂ। ਐਗਜ਼ਾਮੀਨਰ ਕਹਿੰਦਾ ਵੀ A ਕਹਿ ਰਿਹਾ ਹੈ B ਨੂੰ ਕਿ ਮੇਰੀ ਉਮਰ ਤੇਰੇ ਤੋਂ ਦੁੱਗਣੀ ਹੈ, ਤਾਂ ਮੇਰੀ ਦੁੱਗਣੀ ਮਤਲਬ 2:1, ਪਰ ਕਿਹਦੇ ਤੋਂ? ਤੇਰੀ ਕਿਸੇ ਪੁਰਾਣੀ ਉਮਰ ਤੋਂ। ਸੋ A ਦੀ ਤਾਂ ਪ੍ਰੈਜ਼ੈਂਟ ਏਜ ਹੈ 2, ਪਰ B ਦੀ ਪੁਰਾਣੀ ਏਜ B ਡੈਸ਼ ਉਹ 1 ਦੇ ਬਰਾਬਰ ਹੈ। ਕਿਹੜੀ ਪੁਰਾਣੀ ਏਜ? ਜਦੋਂ ਮੈਂ ਤੇਰੀ ਉਮਰ ਦਾ ਸੀ, ਜਿੰਨੀ ਤੇਰੀ ਉਮਰ ਅੱਜ ਹੈ। B ਦੀ ਉਮਰ ਅੱਜ ਆ ਹੈ ਨਾ, ਜਦੋਂ ਮੈਂ ਇਸ ਉਮਰ ਦਾ ਸੀ ਤਾਂ B ਓਨਾ ਹੀ ਪਿੱਛੇ ਹੋਊਗਾ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ। ਮੰਨ ਲਓ B ਦੀ ਉਮਰ, ਮੰਨ ਲਓ B ਦੀ ਉਮਰ 24 ਸਾਲ ਹੈ, ਮੰਨ ਲਓ, ਵੈਸੇ ਇਹਦੇ ਹਿਸਾਬ ਨਾਲ ਨਾ ਚੱਲਿਓ, ਮੰਨ ਲਓ B ਦੀ ਉਮਰ 24 ਸਾਲ ਹੈ, A ਦੀ ਉਮਰ 30 ਸਾਲ ਹੈ, ਤਾਂ A ਕਹਿੰਦਾ ਜਦੋਂ ਮੈਂ ਤੇਰੀ ਉਮਰ ਦਾ ਸੀ, ਤਾਂ A B ਦੀ ਉਮਰ ਦਾ ਕਦੋਂ ਸੀਗਾ? 6 ਸਾਲ ਪਹਿਲਾਂ, ਤਾਂ ਉਦੋਂ B ਦੀ ਉਮਰ ਕਿੰਨੀ ਸੀ? 6 ਪਿੱਛੇ 18 ਦਾ ਹੋਊਗਾ। ਇਹੀ ਗੱਲ ਹੈ ਨਾ। ਤਾਂ A B ਦੀ ਉਮਰ ਦਾ ਜਿੰਨੇ ਸਾਲ ਪਹਿਲਾਂ ਸੀ B ਓਨਾ ਹੀ ਪਿੱਛੇ ਹੋਊਗਾ। ਕਹਿਣ ਦਾ ਮਤਲਬ ਜੇ ਆਪਾਂ ਇੱਧਰ A ਤੇ ਇੱਧਰ B ਡੈਸ਼ ਨੂੰ ਦੇਖੀਏ, A ਤੋਂ B ਜਿੰਨਾ ਪਿੱਛੇ, B ਤੋਂ B ਡੈਸ਼ ਓਨਾ ਹੀ ਪਿੱਛੇ। ਕਹਿਣ ਦਾ ਮਤਲਬ B ਬਿਲਕੁਲ ਸੈਂਟਰ 'ਚ ਹੈ, A ਤੇ B ਡੈਸ਼ ਦੇ ਬਿਲਕੁਲ ਸੈਂਟਰ 'ਚ ਹੈ। ਤਾਂ ਜੇ A ਦੀ ਵੈਲਿਊ 2 ਹੈ, B ਡੈਸ਼ ਦੀ ਵੈਲਿਊ 1 ਹੈ, ਤਾਂ ਇਹ ਬਿਲਕੁਲ ਸੈਂਟਰ 'ਚ ਇਹਦੀ ਵੈਲਿਊ 1.5 ਹੋਊਗੀ, ਇਹਦੀ ਵੈਲਿਊ 1.5 ਹੋਊਗੀ। ਤਾਂ A ਤੇ B ਦੀ ਪ੍ਰੈਜ਼ੈਂਟ ਏਜਿਸ ਦੀ ਰੇਸ਼ੀਓ ਕੀ ਆ ਗਈ? 2:1.5। ਦੁੱਗਣਿਆਂ ਕਰਕੇ ਰੇਸ਼ੀਓ ਆ ਜੂਗੀ 4:3। 2 ਦਾ ਦੁੱਗਣਾ 4, 1.5 ਦਾ ਦੁੱਗਣਾ 3। ਇੱਥੇ ਡੈਸੀਮਲ ਲੁਕ ਗਿਆ, ਡੈਸੀਮਲ ਪਾ ਦਿੰਦੇ ਆ। ਹਾਂਜੀ, ਤਾਂ A ਤੇ B ਦੀਆਂ ਪ੍ਰੈਜ਼ੈਂਟ ਏਜਿਸ ਦੀ ਰੇਸ਼ੀਓ ਕੀ ਆ ਗਿਆ? 4:3। ਐਗਜ਼ਾਮੀਨਰ ਕਹਿੰਦਾ ਸਮ ਆਫ देयर ਏਜਿਸ ਇਜ਼ 63। ਉਹਨਾਂ ਦੀਆਂ ਪ੍ਰੈਜ਼ੈਂਟ ਏਜਿਸ ਦਾ ਸਮ 63 ਆ। ਤਾਂ ਰੇਸ਼ੀਓ ਦੇ ਵਿੱਚ ਸਮ ਕਿੰਨਾ? ਰੇਸ਼ੀਓ 'ਚ ਸਮ ਬਣਿਆ 4 ਤੇ 3 7। 7 ਦੀ ਵੈਲਿਊ ਸਾਨੂੰ ਕੁਐਸਚਨ 'ਚ ਦਿੱਤੀ ਹੋਈ ਆ 63 ਸਾਲ। ਜੇ 7 ਦੀ ਵੈਲਿਊ 63 ਸਾਲ ਹੈ ਤਾਂ 1 ਦੀ ਵੈਲਿਊ 9 ਸਾਲ ਹੋ ਗਈ। ਅਸੀਂ ਕੀ ਫਾਈਂਡ ਕਰਨਾ? ਪ੍ਰੈਜ਼ੈਂਟ ਏਜ ਆਫ A। ਪ੍ਰੈਜ਼ੈਂਟ ਏਜ ਆਫ A, 1 ਦੀ ਵੈਲਿਊ 9 ਸਾਲ, ਤਾਂ 4 ਦੀ ਵੈਲਿਊ 4 ਗੁਣਾ 9, 36 ਸਾਲ। ਬੱਚੇ ਇਸ ਕੁਐਸਚਨ ਦਾ ਤੁਹਾਡਾ ਆਨਸਰ ਆ ਜਾਊਗਾ। ਆ ਤੁਹਾਡਾ ਆਨਸਰ ਆ ਗਿਆ 36 ਈਅਰਸ। ਤਾਂ ਇਹ ਬੱਚੇ ਤੁਹਾਡਾ ਟਿਪੀਕਲ ਕੁਐਸਚਨ ਹੈ, ਕੋਈ ਸੌਖਾ ਕੁਐਸਚਨ ਨਹੀਂ ਹੈਗਾ। ਇਹ ਤੋਂ ਪਿਛਲਾ ਜਿਹੜਾ ਮੈਂ ਕੁਐਸਚਨ ਕਰਵਾਇਆ ਤੁਹਾਨੂੰ, Man said to his son, I was 1/3 of your age when you were born, ਜੋ ਇਹੋ ਜਿਹਾ ਕੁਛ ਲਿਖਿਆ ਹੋਇਆ ਸੀਗਾ, ਉਹ ਕੋਈ ਸੌਖਾ ਕੁਐਸਚਨ ਨਹੀਂ ਸੀ ਹੈਗਾ ਏਜਿਸ ਦਾ। ਇਹ ਵੀ ਕੋਈ ਸੌਖਾ ਕੁਐਸਚਨ ਨਹੀਂ ਸੀ ਹੈਗਾ ਏਜਿਸ ਦਾ। ਤਾਂ ਉਹ ਪਿਛਲਾ ਕੁਐਸਚਨ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਹੈ। ਇਹ ਮੈਨੂੰ ਯਾਦ ਨਹੀਂ ਹੈਗਾ ਕਿਹੜੇ ਪੇਪਰ 'ਚ ਕੁਐਸਚਨ ਆਇਆ ਸੀ, ਜਾਂ ਪੰਜਾਬ 'ਚ ਆਇਆ ਸੀ ਜਾਂ SSC CGL 'ਚ ਆਇਆ ਸੀ, ਪਰ ਮੈਂ ਏਜਿਸ ਚੈਪਟਰ ਜਦੋਂ ਪੜ੍ਹਾਉਣਾ ਉਦੋਂ ਇਹ ਯੂਜੂਅਲੀ ਕੁਐਸਚਨ ਕਰਵਾਉਂਦਾ ਹੁੰਨਾਗਾ।
ਤਾਂ ਇਹ ਪੁਰਾਣੇ ਪੇਪਰਾਂ ਦੇ ਕੁਐਸਚਨ ਨੇ। ਪਿਛਲਾ ਕੁਐਸਚਨ ਤਾਂ ਪੰਜਾਬ ਦੇ ਪੁਰਾਣੇ ਪੇਪਰ ਦਾ, ਇਹ ਮੈਨੂੰ ਯਾਦ ਨਹੀਂ ਕਿਹੜੇ ਪੇਪਰ ਦਾ। ਇਸ ਤੋਂ ਅਗਲਾ ਏਜਿਸ ਦਾ ਕੁਐਸਚਨ ਥੋੜਾ ਜਿਹਾ ਸਿੰਪਲ ਹੈ ਤੇ ਉਹ ਵੀ ਪੁਰਾਣੇ ਪੇਪਰ ਦਾ ਕੁਐਸਚਨ ਹੈ। ਅਗਲਾ ਕੁਐਸਚਨ ਦੇਖੋ ਬੱਚੇ, ਕਰ ਲੈਣਗੇ ਕਾਫੀ ਬੱਚੇ, ਕਈਆਂ ਨੇ ਤਾਂ ਪ੍ਰੈਕਟਿਸ ਕੀਤੀ ਹੋ। ਇਫ 6 years ਆਰ ਸਬਸਟ੍ਰੈਕਟਡ ਫਰੋਮ ਦਾ ਪ੍ਰੈਜ਼ੈਂਟ ਏਜ ਆਫ ਗੁਰਦੀਪ। ਐਗਜ਼ਾਮੀਨਰ ਕਹਿੰਦੇ ਜੇ ਗੁਰਦੀਪ ਦੀ ਪ੍ਰੈਜ਼ੈਂਟ ਏਜ ਦੇ ਵਿੱਚੋਂ 6 ਮਾਈਨਸ ਕਰ ਦੇ, 6 years ਆਰ ਸਬਸਟ੍ਰੈਕਟਡ, ਐਂਡ ਦਾ ਰਿਮਾਈਂਡਰ ਜੋ ਬਚ ਜੂ ਏਜ ਇਜ਼ ਡਿਵਾਈਡਡ ਬਾਈ 18, ਤੇ ਜੋ ਬਚ ਗਿਆ 6 ਮਾਈਨਸ ਕਰਕੇ ਜੋ ਬਚ ਗਿਆ ਉਹਨੂੰ ਅਸੀਂ 18 ਤੇ ਡਿਵਾਈਡ ਕਰ ਦਈਏ, ਦੈਨ ਦਾ ਪ੍ਰੈਜ਼ੈਂਟ ਏਜ ਆਫ ਹਿਸ ਗ੍ਰੈਂਡਸਨ ਅਨੂਪ ਇਜ਼ obtained। ਤਾਂ ਕਹਿੰਦੇ ਗੁਰਦੀਪ ਦੀ ਪ੍ਰੈਜ਼ੈਂਟ ਏਜ ਚੋਂ ਜੇ 6 ਮਾਈਨਸ ਕਰ ਦਈਏ ਤੇ -6 ਕਰਨ ਤੋਂ ਬਾਅਦ ਜੋ ਬਚ ਗਿਆ ਉਹਨੂੰ 18 ਤੇ ਡਿਵਾਈਡ ਕਰ ਦਈਏ ਤਾਂ ਅਨੂਪ ਦੀ ਪ੍ਰੈਜ਼ੈਂਟ ਏਜ ਆ ਜੂ। ਅਨੂਪ ਦੇ ਬਾਰੇ ਕਹਿੰਦੇ ਅਨੂਪ ਇਜ਼ 2 years ਯੰਗਰ, ਅਨੂਪ 2 ਸਾਲ ਛੋਟਾ ਹੈ ਰਾਘਵ ਤੋਂ, ਹੂਜ਼ ਏਜ ਇਜ਼ 5 years। ਤਾਂ ਅਨੂਪ ਕੀ ਹੈ, ਰਾਘਵ ਤੋਂ 2 ਸਾਲ ਛੋਟਾ ਹੈ ਤੇ ਰਾਘਵ ਦੀ ਉਮਰ ਸਾਨੂੰ 5 ਦਿੱਤੀ ਹੋਈ ਆ। ਤਾਂ ਅਨੂਪ ਦੀ ਉਮਰ ਕਿੰਨੀ ਹੋ ਜੂਗੀ ਬੱਚੇ, 3। ਅਨੂਪ ਦੀ ਉਮਰ 3 ਹੋ ਜੂਗੀ। ਤਾਂ ਅਨੂਪ ਦੀ ਉਮਰ ਕਿਵੇਂ ਆਈ ਸੀ, ਗੁਰਦੀਪ ਦੀ ਉਮਰ ਦੇ ਵਿੱਚੋਂ 6 ਮਾਈਨਸ ਕਰ ਦੋ, ਬਚਿਆ ਹੋਇਆ 18 ਤੇ ਡਿਵਾਈਡ ਕਰ ਦੋ, ਤਾਂ ਕਹਿੰਦੇ ਅਨੂਪ ਦੀ ਉਮਰ ਆ ਜੂਗੀ। 6 years ਆਰ ਸਬਸਟ੍ਰੈਕਟਡ ਫਰੋਮ ਗੁਰਦੀਪ, G-6 ਲਿਖਤਾ, ਤੇ ਜੋ ਬਚ ਗਿਆ G-6 ਜੋ ਬਚ ਗਿਆ ਇਜ਼ ਡਿਵਾਈਡਡ ਬਾਈ 18, ਤਾਂ ਕਹਿੰਦੇ ਅਨੂਪ ਦੀ ਉਮਰ ਆ ਜੂਗੀ। ਅਨੂਪ ਦੀ ਉਮਰ ਆਪਾਂ ਰਾਘਵ ਤੋਂ ਕੱਢ ਲਈ ਕਿ ਉਹ ਰਾਘਵ ਤੋਂ 2 ਸਾਲ ਛੋਟਾ ਹੈ। ਜੇ ਰਾਘਵ 5 ਦਾ ਹੈ ਤਾਂ ਉਹ 2 ਛੋਟਾ, ਮਤਲਬ 3 ਸਾਲ ਦਾ, ਤਾਂ 3 ਦੇ ਬਰਾਬਰ ਰੱਖਤਾ। ਤਾਂ 18 ਗੁਣਾ 3 54, ਤਾਂ ਬੱਚੇ G-6 ਦੀ ਵੈਲਿਊ 54, ਤਾਂ ਗੁਰਦੀਪ ਦੀ ਪ੍ਰੈਜ਼ੈਂਟ ਏਜ ਕਿੰਨੀ ਆ ਗਈ 54, ਤੇ 6 ਉਧਰ ਐਡ ਹੋ ਜਾਊਗਾ 60 ਸਾਲ। ਤਾਂ ਆਨਸਰ ਕਿੰਨਾ ਆ ਗਿਆ, ਵਟ ਇਜ਼ ਗੁਰਦੀਪਸ ਪ੍ਰੈਜ਼ੈਂਟ ਏਜ, 60 ਸਾਲ। ਇਸ ਕੁਐਸਚਨ ਨੂੰ ਕਰਨ ਦੇ ਲਈ ਆ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ, ਸਾਨੂੰ ਇਹ ਪਤਾ ਹੈ। ਐਗਜ਼ਾਮੀਨਰ ਸਾਨੂੰ ਜਦੋਂ ਗੁਰਦੀਪ ਦੀ ਪ੍ਰੈਜ਼ੈਂਟ ਏਜ ਪੁੱਛ ਰਿਹਾ ਹੈ, ਐਗਜ਼ਾਮੀਨਰ ਕਹਿੰਦਾ ਗੁਰਦੀਪ ਦੀ ਪ੍ਰੈਜ਼ੈਂਟ ਏਜ ਦੱਸੋ, ਤਾਂ ਬੱਚੇ ਗੁਰਦੀਪ ਦੀ ਪ੍ਰੈਜ਼ੈਂਟ ਏਜ ਕੀ ਹੈ, ਉਹਦੇ ਵਿੱਚੋਂ 6 ਮਾਈਨਸ ਕਰ ਦਾਂਗੇ ਤਾਂ ਉਹ 18 ਤੇ ਡਿਵਾਈਡ ਹੋਣਾ ਚਾਹੀਦਾ ਨੰਬਰ। ਗੁਰਦੀਪ ਦੀ ਪ੍ਰੈਜ਼ੈਂਟ ਏਜ ਕੁਛ ਇਹੋ ਜਿਹੀ ਹੋਊਗੀ ਕਿ ਉਹਨੂੰ ਉਹਦੇ ਵਿੱਚੋਂ 6 ਮਾਈਨਸ ਕਰਾਂਗੇ ਤਾਂ 18 ਤੇ ਡਿਵਾਈਡ ਹੋਣਾ ਚਾਹੀਦਾ। 48 ਚੋਂ 6 ਕੱਢੇ 42, 18 ਤੇ ਡਿਵਾਈਡ ਹੁੰਦਾ ਨਹੀਂ। 60 ਚੋਂ 6 ਕੱਢੇ 54, 18 ਤੇ ਡਿਵਾਈਡ ਹੁੰਦਾ। 65 ਚੋਂ 6 ਕੱਢੇ 59, 18 ਤੇ ਡਿਵਾਈਡ ਨਹੀਂ ਹੁੰਦਾ। 84 ਚੋਂ 6 ਕੱਢੇ 78, 18 ਤੇ ਡਿਵਾਈਡ ਨਹੀਂ ਹੁੰਦਾ। ਤਾਂ ਇੱਕੋ ਹੀ ਆਪਸ਼ਨ ਹੈ ਬੱਚੇ ਜਿਹੜਾ 6 ਮਾਈਨਸ ਕਰਨ ਤੋਂ ਬਾਅਦ 18 ਤੇ ਡਿਵਾਈਡ ਹੋਊਗਾ, ਤਾਂ ਉਹ ਗੁਰਦੀਪ ਦੀ ਪ੍ਰੈਜ਼ੈਂਟ ਏਜ ਆ ਜਾਊਗੀ। ਫਿਰ ਕੁਝ ਨਹੀਂ ਕਰਨ ਦੀ ਲੋੜ ਹੈਗੀ, 54 ਸਾਲ, ਸੌਰੀ 60 ਸਾਲ ਆਨਸਰ ਆ ਜਾਊਗਾ ਬੱਚੇ ਤੁਹਾਡਾ। ਸਮਝ ਆ ਗਈ ਇੰਨੀ ਕੀ ਗੱਲ, ਮਾੜਾ ਜਿਹਾ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸੀ ਜਾਓ। ਮੈਂ ਕਿਸੇ ਕੁਐਸਚਨ ਦੇ ਵਿੱਚ ਕੁਐਸਚਨ ਸੋਲਵ ਕਿਵੇਂ ਕਰਨਾ ਹੈ ਉਹ ਤਾਂ ਦੱਸਦਾ, ਪਰ ਜਿੱਥੇ ਕਿਤੇ ਆਪਣਾ ਇਹ ਜਗਾੜ ਜਾਂ ਲੱਗਦਾ ਕਿ ਆਪਾਂ ਕੁਐਸਚਨ ਬਿਲਕੁਲ ਸੋਲਵ ਨਾ ਕਰੀਏ, ਸਿੱਧਾ ਆਪਸ਼ਨ ਚੱਕ ਸਕਦੇ ਹਾਂ। ਆਪਸ਼ਨ ਚੱਕਣ ਵੇਲੇ ਯੂਜੂਅਲੀ ਕੀ ਹੁੰਦਾ ਹੈ, ਅਸੀਂ ਸਹੀ ਆਨਸਰ ਨਹੀਂ ਲੱਭਦੇ ਹੁੰਦੇ, ਅਸੀਂ 3 ਗਲਤ ਲੱਭ ਲੈਂਦੇ ਹਾਂ। ਸਾਨੂੰ ਥੋੜੀ ਪਤਾ ਵੀ 60 ਸਹੀ ਹੈ, ਸਾਨੂੰ ਇਹ ਪਤਾ 48, 65 ਤੇ 84 ਪੱਕਾ ਗਲਤ ਨੇ, ਤੇ ਜਿਹੜਾ ਬਚ ਗਿਆ ਉਹ ਸਹੀ ਹੀ ਹੋਊਗਾ, ਉਹ ਸੈਟੀਸਫਾਈ ਕਰ ਰਿਹਾ ਹੈ, ਪਰ ਪੱਕਾ ਸਹੀ ਤਾਂ ਨਹੀਂ ਸੀ ਪਤਾ ਲੱਗਿਆ, ਪਰ ਕਿਉਂਕਿ ਬਾਕੀ ਸਾਰੇ ਗਲਤ ਨੇ ਤਾਂ ਉਹ ਪੱਕਾ ਸਹੀ ਬਣ ਗਿਆ। ਸੋ ਇਸ ਕਰਕੇ ਬੱਚੇ ਆਪਾਂ ਆਪਸ਼ਨਸ ਚੱਕਣੇ ਵੀ ਸਿੱਖਦੇ ਰਹਿੰਦੇ ਆਂਗੇ। ਅੱਗੇ ਆ ਜਾਓ, ਬੋਰਡਸ ਐਂਡ ਸਟਰੀਮਸ ਦਾ ਕੁਐਸਚਨ ਪੰਜਾਬ ਦੇ ਪੁਰਾਣੇ ਪੇਪਰਾਂ 'ਚ ਇਸ ਤਰ੍ਹਾਂ ਦੇ 2-3 ਕੁਐਸਚਨ ਨੇ, ਫਿਗਰਸ ਅਲੱਗ-ਅਲੱਗ ਨਾਲ 2-3 ਕੁਐਸਚਨ ਨੇ, ਸਾਰੇ ਪੰਜਾਬ ਦੇ ਪੇਪਰਾਂ 'ਚ ਆਏ ਹੋਏ ਨੇ। ਤਾਂ 2 ਕੁਐਸਚਨ ਮੇਰੇ ਖਿਆਲ 'ਚ ਮੈਂ ਲੈ ਕੇ ਆਇਆ, ਉਹ ਦੋਨਾਂ ਕੁਐਸਚਨਾਂ ਨੂੰ ਬੱਚੇ ਮੈਂ ਦੱਸੂਗਾ ਕਿ ਕਿਵੇਂ ਕਰਨਾ ਹੈ, ਫਿਰ ਮੈਂ ਟ੍ਰਿਕ ਦੱਸੂਗਾ। ਟ੍ਰਿਕ ਦੱਸਣ ਤੋਂ ਬਾਅਦ ਫਿਰ ਮੈਂ ਇੱਕ ਹੋਰ ਜ਼ਿਆਦਾ ਟ੍ਰਿਕ ਦੱਸੂਗਾ। ਤਾਂ ਮੈਂ 2 ਟ੍ਰਿਕ ਦੱਸੂਗਾ ਇਸ ਕੁਐਸਚਨ ਦੇ ਵਿੱਚ। ਹਾਂਜੀ, ਇੱਕ ਕੁਐਸਚਨ ਆ ਹੈ, ਇੱਕ ਕੁਐਸਚਨ ਆ ਹੈ, 2 ਹੀ ਲੈ ਕੇ ਆਇਆ ਨਾ, ਹਾਂ ਠੀਕ ਹੈ। ਹਾਂਜੀ ਬੱਚੇ, ਕੁਐਸਚਨ ਹੈ, ਉਹ ਕਹਿੰਦੇ ਇੱਕ ਕਿਸ਼ਤੀ 30 ਕਿਲੋਮੀਟਰ ਅਪਸਟ੍ਰੀਮ ਗਈ ਤੇ 44 ਕਿਲੋਮੀਟਰ ਡਾਊਨਸਟ੍ਰੀਮ ਗਈ ਤੇ ਉਹਨੂੰ 10 ਘੰਟੇ ਲੱਗੇ। ਐਗਜ਼ਾਮੀਨਰ ਕਹਿੰਦਾ ਕਿਸ਼ਤੀ ਦੀ ਕੋਈ ਸਪੀਡ ਹੋਣੀ ਹੈ ਅਪਸਟ੍ਰੀਮ ਦੀ, ਕੋਈ ਸਪੀਡ ਹੋਣੀ ਹੈ ਡਾਊਨਸਟ੍ਰੀਮ ਦੀ। ਤਾਂ ਉਹ ਕਹਿੰਦੇ 30 ਕਿਲੋਮੀਟਰ ਤਾਂ ਅਪਸਟ੍ਰੀਮ ਗਈ ਤੇ 44 ਕਿਲੋਮੀਟਰ ਡਾਊਨਸਟ੍ਰੀਮ ਗਈ, ਕੁੱਲ ਮਿਲਾ ਕੇ 10 ਘੰਟੇ ਲੱਗੇ। ਸਾਨੂੰ ਨਹੀਂ ਪਤਾ ਉਹ 10 ਘੰਟੇ 'ਚੋਂ ਕਿੰਨੇ 30 ਕਿਲੋਮੀਟਰ ਅਪਸਟ੍ਰੀਮ ਲਈ, ਕਿੰਨੇ 44 ਕਿਲੋਮੀਟਰ ਡਾਊਨਸਟ੍ਰੀਮ ਲਈ, ਸਾਨੂੰ ਨਹੀਂ ਪਤਾ। ਨਾ ਸਾਨੂੰ ਅਪਸਟ੍ਰੀਮ ਦੀ ਸਪੀਡ ਪਤਾ, ਨਾ ਡਾਊਨਸਟ੍ਰੀਮ ਦੀ ਸਪੀਡ ਪਤਾ, ਦੋਨਾਂ ਦੇ ਕੁੱਲ ਮਿਲਾ ਕੇ 10 ਘੰਟੇ ਲੱਗੇ। ਫਿਰ ਕਹਿੰਦੇ ਉਹੀ ਕਿਸ਼ਤੀ 40 ਕਿਲੋਮੀਟਰ ਅਪਸਟ੍ਰੀਮ ਗਈ, 55 ਕਿਲੋਮੀਟਰ ਡਾਊਨਸਟ੍ਰੀਮ ਗਈ ਤੇ ਉਹਨੂੰ 13 ਘੰਟੇ ਲੱਗੇ। ਫਾਈਂਡ ਦਾ ਸਪੀਡ ਆਫ ਬੋਟ ਇਨ ਸਟਿਲ ਵਾਟਰ। ਆਪਾਂ ਸਪੀਡ ਆਫ ਬੋਟ ਇਨ ਸਟਿਲ ਵਾਟਰ ਫਾਈਂਡ ਕਰਨਾ, ਤਾਂ B ਕੀ ਹੁੰਦਾ, D + U/2। ਇਹ ਆਪਾਂ ਪਿਛਲੇ ਬੋਟਸ ਐਂਡ ਸਟਰੀਮਸ ਦੇ ਕੁਐਸਚਨਸ ਦੇ ਵਿੱਚ ਦੇਖਿਆ ਸੀ ਨਾ। B ਫਾਈਂਡ ਕਰਨਾ ਤਾਂ D + U/2, W ਫਾਈਂਡ ਕਰਨਾ ਤਾਂ D - U/2। ਕੁਐਸਚਨ 'ਚ ਆਪਾਂ W ਫਾਈਂਡ ਕੀਤਾ ਸੀ ਹੁਣ ਤੋਂ ਅੱਧਾ ਕੁ ਘੰਟਾ ਪਹਿਲਾਂ, ਤਾਂ D - U/2। ਬੋਟ ਦੀ ਸਪੀਡ ਫਾਈਂਡ ਕਰਨੀ ਤਾਂ D + U/2। ਤਾਂ ਆਪਾਂ ਡਾਊਨਸਟ੍ਰੀਮ ਤੇ ਅਪਸਟ੍ਰੀਮ ਕੱਢ ਲਈਏ, ਐਡ ਕਰਕੇ /2 ਕਰਕੇ ਸਾਡਾ ਆਨਸਰ ਆ ਜਾਊਗਾ। ਤਾਂ ਡਾਊਨਸਟ੍ਰੀਮ ਤੇ ਅਪਸਟ੍ਰੀਮ ਸਾਨੂੰ ਡਾਟਾ ਦਿੱਤਾ ਹੈ। ਐਗਜ਼ਾਮੀਨਰ ਕਹਿੰਦਾ ਕੋਈ ਕਿਸ਼ਤੀ 30 ਕਿਲੋਮੀਟਰ ਅਪਸਟ੍ਰੀਮ ਗਈ ਤੇ 44 ਕਿਲੋਮੀਟਰ ਡਾਊਨਸਟ੍ਰੀਮ ਗਈ, ਉਹਨੂੰ 10 ਘੰਟੇ ਲੱਗੇ।
ਉਹੀ ਕਿਸ਼ਤੀ ਕਹਿੰਦੇ 40 ਕਿਲੋਮੀਟਰ ਅਪਸਟ੍ਰੀਮ ਗਈ, 55 ਕਿਲੋਮੀਟਰ ਡਾਊਨਸਟ੍ਰੀਮ ਗਈ, ਉਹਨੂੰ 13 ਘੰਟੇ ਲੱਗੇ। ਇਹ ਕੁਐਸਚਨ ਬੱਚੇ ਸਾਨੂੰ ਦਿੱਤਾ ਹੋਇਆ, ਐਗਜ਼ਾਮੀਨਰ ਕਹਿੰਦਾ ਕਰ ਕਰਾ ਕੇ ਫਿਰ ਉਹ ਕੱਢੋ। ਉਹ ਆਪਾਂ B ਤਾਂ ਕੱਢ ਸਕਾਂਗੇ ਜੇ D ਤੇ U ਦੀਆਂ ਵੈਲਿਊਜ਼ ਆਉਣਗੀਆਂ ਵੀ ਭਾਈ ਡਾਊਨਸਟ੍ਰੀਮ ਦੀ ਸਪੀਡ ਕਿੰਨੀ ਹੈ, ਅਪਸਟ੍ਰੀਮ ਦੀ ਸਪੀਡ ਕਿੰਨੀ ਹੈ। ਤਾਂ ਬੱਚੇ ਜਿੱਧਰੋਂ ਮਰਜ਼ੀ ਸ਼ੁਰੂ ਕਰ ਲਓ। ਇੱਕ ਤਰੀਕਾ ਤਾਂ ਇਹ ਹੈ ਕਿ ਇਹਦੇ ਵਿੱਚ ਇਕੁਏਸ਼ਨਾਂ ਜਿਹਾ ਬਣਾ ਲਓ, ਇਕੁਏਸ਼ਨਾਂ ਵੀ ਬਣਾਉਂਦੇ ਰਹਾਂਗੇ, ਕੋਈ ਚੱਕਰ ਨਹੀਂਗਾ, ਬਹੁਤ ਲੈਂਥੀ ਹੋ ਜਾਊਗਾ। ਸੋ ਆਪਣੇ ਕੋਲ ਪਹਿਲਾ ਟ੍ਰਿਕ ਕੀ ਆ ਜਾਂਦਾ ਹੈ, ਸਾਨੂੰ ਇਹ ਪਤਾ ਹੈ ਯਾਰ ਵੀ ਅਪਸਟ੍ਰੀਮ ਦਾ ਪਹਿਲਾ ਕੇਸ ਚੱਕਿਆ ਤਾਂ ਅਪਸਟ੍ਰੀਮ ਦੇ 30 ਕਿਲੋਮੀਟਰ ਕਵਰ ਹੋਏ ਨੇ, ਦੂਜੇ ਕੇਸ 'ਚ ਅਪਸਟ੍ਰੀਮ ਦੇ 40 ਕਿਲੋਮੀਟਰ ਕਵਰ ਹੋਏ ਨੇ। ਤਾਂ ਅਪਸਟ੍ਰੀਮ ਦੀ ਸਪੀਡ ਕੁਛ ਇਹੋ ਜਿਹੀ ਹੋਊਗੀ ਨਾ, ਅਪਸਟ੍ਰੀਮ ਦੀ ਸਪੀਡ ਕੁਛ ਇਹੋ ਜਿਹੀ ਹੋਊਗੀ ਨਾ ਜਿਹੜੀ 30 ਨੂੰ ਡਿਵਾਈਡ ਕਰੂਗੀ। ਡਾਊਨਸਟ੍ਰੀਮ ਦੀ ਆਪਣੇ ਅਪਸਟ੍ਰੀਮ ਦੀ ਸਪੀਡ ਸਿਰਫ 30 ਨੂੰ ਨਹੀਂ ਡਿਵਾਈਡ ਕਰੂਗੀ, 40 ਨੂੰ ਵੀ ਡਿਵਾਈਡ ਕਰੂਗੀ। ਡਾਊਨਸਟ੍ਰੀਮ ਵਾਲੇ ਪਾਸੇ ਆ ਜਾਓ, ਡਾਊਨਸਟ੍ਰੀਮ ਦੀ ਸਪੀਡ ਕੀ ਹੈ? ਡਾਊਨਸਟ੍ਰੀਮ ਦੇ ਕੇਸ 'ਚ ਇੱਕ ਕੇਸ 'ਚ ਅਸੀਂ 44 ਕਿਲੋਮੀਟਰ ਡਿਸਟੈਂਸ ਕਰਦੇ ਹਾਂ, ਦੂਜੇ 'ਚ ਅਸੀਂ 55 ਕਿਲੋਮੀਟਰ ਡਿਸਟੈਂਸ ਕਵਰ ਕਰਦੇ ਹਾਂ। ਤਾਂ ਡਾਊਨਸਟ੍ਰੀਮ ਦੀ ਸਪੀਡ ਕੁਛ ਇਹੋ ਜਿਹੀ ਹੋਊਗੀ ਜਿਹਦੇ ਨਾਲ 44 ਵੀ ਡਿਵਾਈਡ ਹੋਊਗਾ, 55 ਵੀ ਡਿਵਾਈਡ ਹੋਊਗਾ। ਕਿਉਂ ਹੋਊਗਾ? ਤੁਹਾਡੇ 'ਚੋਂ ਕੁਝ ਬੱਚੇ ਕਹਿ ਸਕਦੇ ਨੇ ਵੀ ਸਰ ਜ਼ਰੂਰੀ ਥੋੜ੍ਹੀ ਡਿਵਾਈਡ ਹੋਊਗਾ, ਨਾ ਡਿਵਾਈਡ ਹੋਵੇ। ਮੈਂ ਕਿਹਾ ਠੀਕ ਹੈ ਜੀ, ਨਾ ਡਿਵਾਈਡ ਹੋਵੇ। ਮੰਨ ਲਓ ਡਾਊਨਸਟ੍ਰੀਮ ਦੀ ਸਪੀਡ 8 ਆ ਗਈ, ਮੰਨ ਲਓ 8 ਸਪੀਡ ਆ ਗਈ, ਤਾਂ ਜੇ 8 ਸਪੀਡ ਤੇ ਅਸੀਂ 44 ਕਿਲੋਮੀਟਰ ਕਵਰ ਕਰਾਂਗੇ ਤਾਂ 44/8 ਕਿੰਨਾ ਸਮਾਂ ਲੱਗਿਆ? 44/8 5.5 ਘੰਟੇ ਲੱਗੇ। 10 ਕੁੱਲ ਲੱਗਦੇ ਆ, ਜੇ 5.5 ਇੱਥੇ ਲੱਗੇ ਤਾਂ 4.5 ਇੱਥੇ ਲੱਗੇ, ਠੀਕ ਆ। 55 ਕਿਲੋਮੀਟਰ ਜੇ 8 ਦੀ ਸਪੀਡ ਤੇ ਕਵਰ ਕਰਾਂਗੇ ਤਾਂ ਕਿੰਨਾ ਸਮਾਂ ਲੱਗਿਆ? 6.87। ਡੈਸੀਮਲ 'ਚ ਗੰਦਾ ਜਿਹਾ ਨੰਬਰ ਆ ਜਾਊਗਾ। 13 ਦੇ ਵਿੱਚੋਂ 6.87 ਲੱਗੇ ਤਾਂ ਉਹੀ ਮਾਈਨਸ ਕਰਕੇ ਗੰਦਾ ਜਿਹਾ ਡੈਸੀਮਲ 'ਚ ਨੰਬਰ ਇੱਥੇ ਆ ਜਾਊਗਾ। ਤਾਂ 30 ਕਿਲੋਮੀਟਰ ਇੰਨੇ ਘੰਟਿਆਂ 'ਚ, 40 ਕਿਲੋਮੀਟਰ ਇੰਨੇ ਘੰਟਿਆਂ 'ਚ, ਤੁਹਾਨੂੰ ਲੱਗਦਾ ਕੋਈ 30 ਤੇ 40 ਦੀ ਫਿਰ ਕੋਈ ਅਪਸਟ੍ਰੀਮ ਦੀ ਕਾਮਨ ਸਪੀਡ ਆ ਜਾਊਗੀ? ਕਦੇ ਨਹੀਂ ਆਊਗੀ। ਤਾਂ ਅਪਸਟ੍ਰੀਮ ਦੀ ਵੀ ਇੱਕ ਕਾਮਨ ਸਪੀਡ ਕਦੋਂ ਆਊਗੀ? ਜਦੋਂ ਕੁੱਲ 10 ਘੰਟਿਆਂ ਦੇ ਵਿੱਚੋਂ ਕੁਛ ਟਾਈਮ 44 ਕਿਲੋਮੀਟਰ ਤੇ ਲੱਗਣਾ, ਕੁਛ 30 ਕਿਲੋਮੀਟਰ ਅਪਸਟ੍ਰੀਮ ਤੇ ਲੱਗਣਾ। ਉਸੇ ਤਰ੍ਹਾਂ 13 ਦੇ ਵਿੱਚੋਂ ਕੁਛ 55 ਤੇ ਕੁਛ 40 ਤੇ ਲੱਗਣਾ। ਉਹ ਹੋਲ ਨੰਬਰ ਦੇ ਵਿੱਚ ਵੰਡੇ ਜਾਣਗੇ ਨਾ ਟਾਈਮ, ਕਿ 10 ਚੋਂ 6 ਇੱਥੇ ਲੱਗ ਗਏ, 4 ਇੱਥੇ ਲੱਗ ਗਏ, ਜਾਂ 5 ਤੇ 5 ਚਲੋ ਲੱਗ ਗਏ, ਜਾਂ 4 ਤੇ 6 ਲੱਗ ਗਏ। 13 ਦੇ ਵਿੱਚੋਂ 5 ਇੱਧਰ ਲੱਗ ਗਏ, 8 ਇੱਧਰ ਲੱਗ ਗਏ, 13 ਦੇ ਵਿੱਚੋਂ 7 ਇੱਧਰ ਲੱਗ ਗਏ, 6 ਇੱਧਰ ਲੱਗ ਗਏ। ਐਂ ਟਾਈਮ ਵੰਡਿਆ ਜਾਊਗਾ। ਉਹ ਟਾਈਮ ਕਦੋਂ ਵੰਡਿਆ ਜਾਊਗਾ? ਜਦੋਂ ਡਾਊਨਸਟ੍ਰੀਮ ਦੀ ਸਪੀਡ ਕੁਛ ਇਹੋ ਜਿਹੀ ਹੋਊਗੀ ਜਿਹੜੀ 44 ਨੂੰ ਵੀ ਡਿਵਾਈਡ ਕਰੇ, 55 ਨੂੰ ਵੀ ਡਿਵਾਈਡ ਕਰੇ। ਤਾਂ ਸਪੀਡ ਯੂਜੂਅਲੀ, ਹਮੇਸ਼ਾ ਨਹੀਂ, ਆਮ ਤੌਰ ਤੇ ਕੀ ਹੋਊਗੀ? 44 ਤੇ 55 ਦਾ ਕਾਮਨ ਫੈਕਟਰ। ਤਾਂ 44 ਤੇ 55 ਦਾ ਕਾਮਨ ਫੈਕਟਰ ਤਾਂ ਇੱਕੋ ਹੀ ਹੈ, 11। ਤੁਸੀਂ 30 ਤੇ 40 ਵਾਲੇ ਪਾਸਿਓਂ ਵੀ ਸ਼ੁਰੂ ਕਰ ਸਕਦੇ ਹੋ, ਪਰ 30 ਤੇ 40 ਵਾਲੇ ਪਾਸੇ ਸ਼ੁਰੂ ਕਰਾਂਗੇ ਤਾਂ ਕਾਮਨ ਫੈਕਟਰ ਬਾਹਲੇ ਆ ਜਾਣਗੇ। 2 ਵੀ ਆ ਜਾਊਗਾ, 5 ਵੀ ਆ ਜਾਊਗਾ, 10 ਵੀ ਆ ਜਾਊਗਾ, ਬਾਹਲੇ ਆ ਗਏ ਨਾ। ਸੋ ਇਸ ਕਰਕੇ ਆਪਾਂ ਔਡ ਨੰਬਰ ਵਾਲੇ ਪਾਸੇ, ਜਿੱਧਰ ਕੋਈ ਔਡ ਨੰਬਰ 'ਚ ਵੈਲਿਊ ਪਈ ਆ ਉਧਰੋਂ ਸ਼ੁਰੂ ਕੀਤਾ। ਤਾਂ ਕਾਮਨ ਫੈਕਟਰ ਆ ਗਿਆ 11। ਤਾਂ 11 ਸਪੀਡ ਨਹੀਂ ਆ ਗਈ, ਹੋ ਸਕਦਾ ਸਪੀਡ 11 ਹੋਵੇ, ਚੈੱਕ ਕਰਨਾ ਪਊਗਾ। ਤਾਂ ਬੱਚੇ 11 ਸਪੀਡ ਦਾ ਮਤਲਬ 55 ਕਿਲੋਮੀਟਰ 5 ਘੰਟਿਆਂ 'ਚ, 55/11, 44 ਕਿਲੋਮੀਟਰ 4 ਘੰਟਿਆਂ 'ਚ। ਜੇ 10 ਚੋਂ 4 ਲੱਗ ਗਏ ਤਾਂ 6 ਇੱਥੇ ਰਹਿ ਗਏ ਘੰਟੇ, 13 ਚੋਂ 5 ਲੱਗ ਗਏ ਤਾਂ 8 ਇੱਥੇ ਰਹਿ ਗਏ ਘੰਟੇ। ਤਾਂ ਕੀ ਸੇਮ ਸਪੀਡ ਆਉਂਦੀ ਹੈ 30/6 ਤੇ 40/8? ਬਿਲਕੁਲ ਜੀ ਸੇਮ ਸਪੀਡ ਆਉਂਦੀ ਹੈ। ਤਾਂ ਇਹਦਾ ਮਤਲਬ ਇੱਧਰ 11 ਠੀਕ ਹੈ, ਇੱਧਰ ਸਪੀਡ ਆ ਗਈ 5। ਤਾਂ ਬੱਚੇ ਅਸੀਂ ਸਪੀਡ ਕਿਵੇਂ ਕੱਢੀ? ਡਾਊਨਸਟ੍ਰੀਮ ਦੇ 44 ਕਿਲੋਮੀਟਰ ਤੇ 55 ਕਿਲੋਮੀਟਰ ਹੈ, ਪਹਿਲੇ ਕੇਸ 'ਚ 44, ਦੂਜੇ 'ਚ 55। ਤਾਂ ਡਾਊਨਸਟ੍ਰੀਮ ਦੀ ਸਪੀਡ ਕੀ ਹੋਊਗੀ? 44 ਤੇ 55 ਦਾ ਕੋਈ ਕਾਮਨ ਫੈਕਟਰ 11। ਹੋ ਸਕਦਾ ਸਪੀਡ 11 ਹੋਵੇ, ਆਮ ਤੌਰ ਤੇ 11 ਹੀ ਨਿਕਲਣੀ ਹੈ, ਪਰ ਚੈੱਕ ਕਰਨਾ ਪਊਗਾ। ਚੈੱਕ ਇਸ ਕਰਕੇ ਵੀ ਕਰਨਾ, ਫਿਰ ਅਪਸਟ੍ਰੀਮ ਦੀ ਸਪੀਡ ਵੀ ਉੱਥੇ ਹੀ ਨਿਕਲਣੀ ਹੈ। ਤਾਂ ਜੇ 11 ਸਪੀਡ ਹੈ ਤਾਂ 4 ਘੰਟੇ ਲੱਗੇ, ਇੱਥੇ 5 ਘੰਟੇ ਲੱਗੇ। 10 ਚੋਂ 4 ਲੱਗ ਗਏ ਤਾਂ 6 ਰਹਿ ਗਏ, ਦੂਜੇ ਕੇਸ 'ਚ 13 ਚੋਂ 5 ਲੱਗੇ ਤਾਂ 8 ਰਹਿ ਗਏ। ਕੀ ਸੇਮ ਸਪੀਡ ਆ ਰਹੀ ਹੈ? 30/6 ਤੇ 40/8 ਕਰਕੇ ਬਿਲਕੁਲ ਸੇਮ ਸਪੀਡ ਆ ਰਹੀ ਹੈ ਜੀ 5। ਤਾਂ ਡਾਊਨਸਟ੍ਰੀਮ ਆ ਗਈ 11, ਅਪਸਟ੍ਰੀਮ ਆ ਗਈ 5। ਤਾਂ ਆਪਾਂ ਬੋਰਡ ਦੀ ਸਪੀਡ ਫਾਈਂਡ ਕਰਨੀ ਹੈ। ਤਾਂ D + U/2, 11 5 16/2, 8 ਕਿਲੋਮੀਟਰ ਪਰ ਆਵਰ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਅਸੀਂ 8 ਕਿਲੋਮੀਟਰ ਪਰ ਆਵਰ ਕਰਾਂਗੇ, ਥਰਡ ਆਪਸ਼ਨ। ਤਾਂ ਇਹ ਵੈਸੇ ਬਹੁਤ ਟਿਪੀਕਲ ਕੁਐਸਚਨ ਹੈ, ਜੇ ਤੁਸੀਂ ਇਕੁਏਸ਼ਨ ਬਣਾ ਕੇ ਕਰੋਗੇ ਤਾਂ ਬਹੁਤ ਲੈਂਥੀ ਚੱਲ ਜੂਗਾ ਬੱਚੇ ਇਹ ਕੁਐਸਚਨ। ਪਰ ਆ ਸਾਡੇ ਕੋਲ ਤਰੀਕਾ ਹੈਗਾ ਜਿਹਦੇ ਨਾਲ ਅਸੀਂ ਇਹਨਾਂ ਤਰ੍ਹਾਂ ਦੇ ਸਾਰੇ ਕੁਐਸਚਨਸ ਬਹੁਤ ਈਜ਼ੀਲੀ ਕਰ ਲੈਂਦੇ ਹਾਂ। ਤਾਂ ਮੈਂ ਕੀ ਕਿਹਾ ਸੀਗਾ ਕਿ ਮੈਂ ਇਸ ਕੁਐਸਚਨ ਨੂੰ ਕਰਨ ਦਾ ਇੱਕ ਟ੍ਰਿਕ ਦੱਸੂਗਾ। ਪਰ ਇਹ ਜਿਹੜਾ ਟ੍ਰਿਕ ਦੇਖਣ 'ਚ ਬਹੁਤ ਆਸਾਨ ਲੱਗਦਾ, ਹੋਰ ਕਾਫੀ ਇਹਨਾਂ ਦੇ ਮਤਲਬ ਫਿਗਰਸ ਚੇਂਜ ਕਰਕੇ 3-4 ਕੁਐਸਚਨ ਬਣਦੇ ਨੇ, ਸਾਰੇ ਕੁਐਸਚਨ ਹੋ ਜਾਂਦੇ ਨੇ, ਪਰ ਇੱਕ ਕੁਐਸਚਨ 'ਚ ਆ ਕੇ ਫਿਰ ਅਸੀਂ ਅੜ ਜਾਂਦੇ ਹਾਂ। ਇੱਕ ਸਵਾਲ ਆਉਂਦਾ ਹੈ ਫਿਗਰਸ ਚੇਂਜ ਕਰਕੇ, ਸੇਮ ਕੁਐਸਚਨ, ਇੱਕ ਸਵਾਲ ਆਉਂਦਾ ਹੈ ਜਿੱਥੇ ਇਹ ਤਰੀਕਾ ਵੀ ਸਾਡੇ ਹੱਥ ਖੜੇ ਕਰਾ ਜੂਗਾ।
ਅਗਲਾ ਸਵਾਲ ਮੈਂ ਉਹੀ ਲੈ ਕੇ ਆਇਆ, ਇਸੇ ਕਰਕੇ ਲੈ ਕੇ ਆਇਆ ਵੀ ਸਾਰੇ ਬੱਚੇ ਇਸੇ ਤਰੀਕੇ ਤੇ ਨਾ ਟੇਕ ਲਾ ਕੇ ਰੱਖ ਲਿਓ। ਇੱਕ ਤਰੀਕਾ ਮੈਂ ਹੋਰ ਲੈ ਕੇ ਆਇਆ ਤਾਂ ਮੈਂ ਉਹ ਕੁਐਸਚਨ ਸੋਲਵ ਕਰਵਾਉਣਾ, ਫਿਰ ਮੈਂ ਵਾਪਸ ਇਸ ਕੁਐਸਚਨ ਨੂੰ ਵੀ ਉਹ ਦੂਜੇ ਤਰੀਕੇ ਨਾਲ ਸੋਲਵ ਕਰਵਾਉਂਗਾ। ਬੱਚੇ ਵੈਸੇ ਤਰੀਕਾ ਇਹ ਸੌਖਾ ਹੈ, ਜਿਹੜਾ ਮੈਂ ਕਰਵਾਇਆ ਇਹ ਜ਼ਿਆਦਾ ਸੌਖਾ ਹੈ, ਪਰ ਇੱਕ ਸਵਾਲ 'ਚ ਜਾ ਕੇ ਇਹ ਤਰੀਕਾ ਸਾਡੇ ਹੱਥ ਖੜੇ ਕਰਾ ਦੂਗਾ। ਤਾਂ ਦੂਜਾ ਟ੍ਰਿਕ ਵੀ ਦੱਸੂਗਾ ਇਸੇ ਕੁਐਸਚਨ ਨੂੰ ਕਰਨ ਦਾ। ਆਮ ਸਵਾਲਾਂ 'ਚ ਦੂਜਾ ਟ੍ਰਿਕ ਨਾਲ ਲਾਉਣ ਲੱਗ ਜਾਓ, ਆਮ ਸਵਾਲਾਂ 'ਚ ਇਸੇ ਟ੍ਰਿਕ ਨੂੰ ਲਾਇਓ, ਪਛਾਣ ਹੋ ਜੂਗੀ ਵੀ ਇੱਥੇ ਕਿਹੜੇ ਸਵਾਲਾਂ 'ਚ ਇਹ ਟ੍ਰਿਕ ਲੱਗੂਗਾ। ਸਾਰਿਆਂ 'ਚ ਲੱਗੂਗਾ, ਇੱਕ ਅੱਧੇ 'ਚ ਹੱਥ ਖੜੇ ਕਰਾਉਂਦਾ ਤਾਂ ਉੱਥੇ ਸਾਡੇ ਕੋਲ ਦੂਜਾ ਤਰੀਕਾ ਹੋਣਾ ਚਾਹੀਦਾ, ਨਹੀਂ ਤਾਂ ਅਸੀਂ ਇਹੀ ਤਰੀਕਾ ਅਪਣਾਵਾਂਗੇ। ਤਾਂ ਬੱਚੇ ਦੂਜਾ ਕੁਐਸਚਨ ਦੇਖੋ। A boat covers 24 km upstream and 36 km downstream in 6 hours, while it covers 36 km upstream and 24 km downstream in 6.5 hours. The speed of the current, speed of the current मतलब W फाइंड करना है, वो की होगा D माइनस U बटे 2। चलो जी B फाइंड करना सी तो D प्लस U बटे 2 कढ़ लिया, W फाइंड करना तो D माइनस U बटे 2 कढ़ लांगे, पर D ते U कढ़ने असी तो D ते U का हिसाब देखो। कोई किश्ती 24 किलोमीटर अपस्ट्रीम गई, 36 किलोमीटर डाउनस्ट्रीम गई ਤੇ ਉਹਨੂੰ 6 ਘੰਟੇ ਲੱਗੇ, ਇਹ ਦਿੱਤਾ ਹੋਇਆ। ਫਿਰ ਕਹਿੰਦੇ ਉਹੀ ਕਿਸ਼ਤੀ 36 ਕਿਲੋਮੀਟਰ ਅਪਸਟ੍ਰੀਮ ਗਈ ਤੇ 24 ਕਿਲੋਮੀਟਰ ਡਾਊਨਸਟ੍ਰੀਮ ਗਈ ਤਾਂ ਉਹਨੂੰ 6.5 ਘੰਟੇ ਲੱਗੇ, ਇਹ ਦਿੱਤਾ ਹੋਇਆ ਬੱਚੇ ਸਾਨੂੰ। ਹੁਣ ਜੇ ਇਸ ਕੁਐਸਚਨ ਦੇ ਵਿੱਚ ਆਪਾਂ ਪਿਛਲਾ ਤਰੀਕਾ ਅਪਣਾਵਾਂਗੇ ਤਾਂ ਜਿੱਧਰੋਂ ਮਰਜ਼ੀ, ਕੋਈ ਆਡ ਨੰਬਰ 'ਚ ਵੈਲਿਊ ਨਹੀਂ ਪਈ ਤਾਂ ਜਿੱਧਰੋਂ ਮਰਜ਼ੀ ਸ਼ੁਰੂ ਕਰ ਲਓ। ਤਾਂ ਆਪਾਂ ਇਹ ਅੰਦਾਜ਼ਾ ਲਾਈਏ ਕਿ ਡਾਊਨਸਟ੍ਰੀਮ ਦੀ ਸਪੀਡ ਕੀ ਹੋ ਸਕਦੀ ਹੈ। ਤਾਂ ਬੱਚੇ ਡਾਊਨਸਟ੍ਰੀਮ ਦੀ ਸਪੀਡ ਕੀ ਹੋ ਸਕਦੀ ਹੈ, 36 ਤੇ 24 ਦਾ ਕੋਈ ਕਾਮਨ ਫੈਕਟਰ। ਹੁਣ 36 ਤੇ 24 ਦੇ ਕਾਮਨ ਫੈਕਟਰ ਦੇਖੋ ਜੀ ਕਿੰਨੇ ਹੈ, 2 3 4 6 ਕਰਾ ਕੇ 8 ਵੀ ਹੈਗਾ ਹੀ ਹੈ ਵੈਸੇ, 12 ਕਿੰਨੇ ਹੀ ਕਾਮਨ ਫੈਕਟਰ ਨੇ। ਕੀ ਅਸੀਂ ਹੁਣ ਕੱਲੇ ਨੂੰ ਚੈੱਕ ਕਰਾਂਗੇ? ਜੇ ਤੁਸੀਂ 24 ਤੇ 36 ਦੇਖਣਾ, ਇੱਧਰ ਵੀ ਉਹੀ ਦੋ ਵੈਲਿਊਜ਼ ਨੇਗੀਆਂ, ਪੁੱਠੀਆਂ ਨੇਗੀਆਂ, ਉਨੇ ਹੀ ਕਾਮਨ ਫੈਕਟਰ ਨੇ। ਤਾਂ ਕੀ ਅਸੀਂ ਕੱਲੇ ਨੂੰ ਚੈੱਕ ਕਰਾਂਗੇ? ਕੱਲੇ ਨੂੰ ਚੈੱਕ ਕਰਨ ਲੱਗੇ ਤਾਂ ਫਿਰ ਉਹ ਗੱਲ ਤਾਂ ਉੱਥੇ ਚੱਲ ਗਈ, ਲੈਂਥੀ ਹੋ ਗਿਆ, ਬਹੁਤ ਟਾਈਮ ਕੰਜ਼ਿਊਮਿੰਗ ਹੋ ਗਿਆ। ਤੇ ਮੈਂ ਇਹ ਦਾਅਵੇ ਨਾਲ ਕਹਿ ਦਿੰਦਾ ਤੁਸੀਂ ਚਾਹੇ ਕੱਲੇ ਨੂੰ ਚੈੱਕ ਕਰ ਲਓ, ਫਿਰ ਵੀ ਹੱਥ ਖੜੇ ਕਰਾਊਗਾ। ਇਹ ਨਹੀਂ ਹੈਗਾ ਕਿ ਕੱਲਾ, ਕਿਉਂਕਿ ਫੈਕਟਰਸ ਬਹੁਤ ਜ਼ਿਆਦਾ ਆ ਗਏ ਤਾਂ ਟਾਈਮ ਜ਼ਿਆਦਾ ਲੱਗ ਰਿਹਾ ਤੇ ਸਾਨੂੰ ਫੈਕਟਰ ਲੱਭ ਜੂ, ਸਾਨੂੰ ਫੈਕਟਰ ਵੀ ਨਹੀਂ ਸੌਖਾ ਲੱਭਦਾ ਇਸ ਕੁਐਸਚਨ 'ਚ। ਮੈਂ ਇਹ ਗੱਲ ਵੀ ਦਾਅਵੇ ਨਾਲ ਕਹਿਣਾ। ਸੋ ਇਸ ਕੁਐਸਚਨ 'ਚ ਬੱਚੇ ਅਸੀਂ ਕੀ ਕਰਨਾ ਹੈ, ਇਸ ਕੁਐਸਚਨ ਦੇ ਵਿੱਚ ਅਸੀਂ ਇਹ ਤਰੀਕਾ ਨਹੀਂ ਅਪਣਾਉਣਾ। ਇਸ ਕੁਐਸਚਨ 'ਚ ਅਸੀਂ ਕੀ ਕਰਾਂਗੇ, ਅੱਖਾਂ ਬੰਦ ਕਰਕੇ ਚਾਹੇ ਡਾਊਨਸਟ੍ਰੀਮ ਚੁਣ ਲਓ ਚਾਹੇ ਅਪਸਟ੍ਰੀਮ ਚੁਣ ਲਓ। डिस्टेंस दिख रहा है, जे ਅਸੀਂ अपस्ट्रीम की गल करते हाँ तो अपस्ट्रीम का डिस्टेंस दिख रहा दोनों केसां च कितना, पहले 24 दूजे 36। जे डाउनस्ट्रीम चुनना तो डाउनस्ट्रीम चुन लो, ਉਹਦਾ डिस्टेंस बराबर कर दो दोनों केसां च। तो ਅਸੀਂ अपस्ट्रीम का डिस्टेंस बराबर करते हैं जी। अपस्ट्रीम का डिस्टेंस 24 ਤੇ 36 है, एलसीएम आ गया 72। तो इनू भी 72 बनाओ, इनू भी 72 बनाओ। ये 72 बनूगा 3 गुणा करके, तो सब कुछ 3 गुणा कर दो जी। ये हो गया 72, ये हो गया 3 गुणा करके 108, ये हो गया 3 गुणा करके 18। ये 72 बनूगा 2 गुणा करके, तो 2 गुणा करके 72, तो सब कुछ 2 गुणा हो जाऊगा 48। ये 2 गुणा हो गया 13। तो बच्चे समझ आ गया, असी किसी एक दे डिस्टेंस नू बराबर करता, एक नू डिस्टेंस एक किसी एक दे डिस्टेंस नू बराबर करता। तो अपस्ट्रीम दे 72 घंटे पहले केस च, अपस्ट्रीम दे 72 घंटे दूजे केस च। तो अपस्ट्रीम का तो टाइम बराबर हो गया, पहले केस च भी 72 किलोमीटर, दूजे च भी 72 किलोमीटर, तो टाइम बराबर है। पर फिर भी पहले केस च 5 घंटे ज्यादा ने, दूजे च 13 घंटे, पहले च 18 घंटे, तो 5 घंटे ज्यादा किहदे करके ने, अपस्ट्रीम का तो टाइम बराबर होना हैगा। तो डाउनस्ट्रीम दे 60 किलोमीटर करके कुल 5 घंटे ज्यादा लगे, क्योंकि अपस्ट्रीम का तो डिस्टेंस बराबर है तो टाइम भी बराबर होगा। तो ओवरऑल 5 घंटे क्यों ज्यादा ने, क्योंकि डाउनस्ट्रीम दे देखो 60 किलोमीटर ज्यादा ने। तो डाउनस्ट्रीम की स्पीड आ गई 60 किलोमीटर 5 घंटे 12। तो डाउनस्ट्रीम की स्पीड आ गई 12। तो अपस्ट्रीम की स्पीड किमें आऊगी, फिर डाउनस्ट्रीम की स्पीड 12 किसी भी एक केस च पुट कर दो जी। असी 12 स्पीड इत्थे पुट करती, तो 48 किलोमीटर है, मतलब 4 घंटे लगे। 13 ਦੇ ਵਿੱਚੋਂ 4 ਲੱਗ ਗਏ ਤਾਂ 9 ਕਿਲੋਮੀਟਰ ਬਚ ਗਏ। 72 ਕਿਲੋਮੀਟਰ 9 ਘੰਟਿਆਂ 'ਚ, ਤਾਂ ਅਪਸਟ੍ਰੀਮ ਆ ਗਏ 72 ਕਿਲੋਮੀਟਰ 9 ਘੰਟਿਆਂ 'ਚ। ਤਾਂ ਅਪਸਟ੍ਰੀਮ ਦੀ ਸਪੀਡ ਆ ਗਈ ਬੱਚੇ ਤੁਹਾਡੀ 8। ਤਾਂ ਆਹ ਕੀਤਾ। ਕਾਫੀ ਬੱਚਿਆਂ ਨੂੰ ਇਹ ਗੱਲ ਪਹਿਲੀ ਵਾਰ 'ਚ ਨਹੀਂ ਸਮਝ ਲੱਗੀ ਹੋਣੀ, ਆਪਦਾ YouTube ਤੇ ਦੁਬਾਰਾ ਵੀਡੀਓ ਖੋਲ ਕੇ ਦੇਖ ਲਿਓ। ਇਹ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਕੁਐਸਚਨ ਨੇ।
ਤਾਂ ਫਿਰ ਤੁਸੀਂ ਕੀ ਹੈ ਡਾਊਨਸਟ੍ਰੀਮ ਤੇ ਅਪਸਟ੍ਰੀਮ ਦੋਨੇ ਆ ਗਏ। W ਦੀ ਵੈਲਿਊ ਫਾਈਂਡ ਕਰਨੀ ਹੈ ਤਾਂ W ਕੀ ਹੋ ਜਾਊਗਾ ਤੁਹਾਡਾ D - U/2 ਤਾਂ W ਹੋ ਜੂ D12 - U8/2 4/2 2 ਕਿਲੋਮੀਟਰਸ ਪਰ ਆਵਰ। ਤਾਂ ਇਸ ਕੁਐਸਚਨ ਦਾ ਇਹ ਤੋਂ ਸੌਖਾ ਤਰੀਕਾ ਕੋਈ ਨਹੀਂ ਹੈਗਾ। ਆਨਸਰ ਆ ਗਿਆ ਜੀ C ਆਪਸ਼ਨ 2 ਕਿਲੋਮੀਟਰਸ ਪਰ ਆਵਰ, ਕਿਉਂਕਿ ਇਹਨਾਂ ਦੇ ਵਿੱਚ ਫੈਕਟਰਸ ਈਜ਼ੀਲੀ ਨਹੀਂ ਲੱਭਦੇ ਤਾਂ ਕਿਸੇ ਇੱਕ ਦੇ ਡਿਸਟੈਂਸ ਨੂੰ ਬਰਾਬਰ ਕਰ ਦਿਓ ਜੀ। ਜਦੋਂ ਕਿਸੇ ਇੱਕ ਦੇ ਡਿਸਟੈਂਸ ਨੂੰ ਬਰਾਬਰ ਕਰਤਾ ਪੂਰੀ ਇਕੁਏਸ਼ਨ ਪੂਰੀਆਂ ਵੈਲਿਊਜ਼ ਉਸੇ ਗੁਣਾ ਹੋ ਜਾਣਗੇ ਬਰਾਬਰ ਕਰਨ ਵੇਲੇ ਜਿੰਨੇ ਗੁਣਾ ਕਰਨਾ, ਦੂਜੇ ਦਾ ਉਹਦੇ ਹਿਸਾਬ ਨਾਲ ਗੁਣਾ ਹੋ ਜਾਊਗਾ। ਤਾਂ ਟਾਈਮ 5 ਘੰਟੇ ਜ਼ਿਆਦਾ ਕਿਹਦੇ ਕਰਕੇ ਅਪਸਟ੍ਰੀਮ ਦਾ ਤਾਂ ਡਿਸਟੈਂਸ ਬਰਾਬਰ ਹੈ ਤਾਂ ਸਮਾਂ ਵੀ ਬਰਾਬਰ, ਡਾਊਨਸਟ੍ਰੀਮ ਦੇ 60 ਕਿਲੋਮੀਟਰ ਜ਼ਿਆਦਾ ਨੇ ਤਾਂ ਡਾਊਨਸਟ੍ਰੀਮ ਦੇ 60 ਕਿਲੋਮੀਟਰ 5 ਘੰਟਿਆਂ 'ਚ 12 ਦੀ ਸਪੀਡ ਆ ਗਈ। ਫਿਰ ਉਹ 12 ਸਪੀਡ ਜਿੱਥੇ ਮਰਜ਼ੀ ਲਾ ਦਿਓ, ਪਹਿਲੇ ਕੇਸ 'ਚ ਲਾ ਦਿੰਦੇ ਦੂਜੇ 'ਚ ਲਾ ਦਿਓ, ਜਿਹ 'ਚ ਮਰਜ਼ੀ ਲਾ ਦਿਓ। ਅਪਸਟ੍ਰੀਮ ਵਾਲੇ ਪਾਸੇ ਦਾ ਸਮਾਂ ਆ ਗਿਆ, ਅਪਸਟ੍ਰੀਮ ਦੀ ਸਪੀਡ ਆ ਗਈ। ਫਿਰ B ਫਾਈਂਡ ਕਰਨਾ W ਫਾਈਂਡ ਕਰਨਾ ਹੋ ਜਾਊਗਾ। ਇਸੇ ਤਰੀਕੇ ਨਾਲ ਹੁਣ ਪਿਛਲਾ ਕੁਐਸਚਨ ਕਰਦੇ ਆ ਬੱਚੇ। ਪਿਛਲਾ ਕੁਐਸਚਨ ਆਹ ਤਰੀਕੇ ਨਾਲ ਸਮਝਾਤਾ ਸੀ, ਇਹ ਬਹੁਤ ਸੌਖਾ ਤਰੀਕਾ ਹੈ। ਜੇ ਦੂਜੇ ਤਰੀਕੇ ਨਾਲ ਜਿਹੜਾ ਤਰੀਕਾ ਪਰਲੇ ਪਾਸੇ ਸਿੱਖ ਕੇ ਆਏ ਆ, ਜੇ ਸਾਨੂੰ ਕੁਐਸਚਨ ਉਹਦੇ ਹਿਸਾਬ ਨਾਲ ਕਰਨਾ ਪੈ ਜੇ ਤਾਂ ਕੋਈ ਬਾਹਲਾ ਲੰਬਾ ਚੌੜਾ ਜਾਂ ਔਖਾ ਕੰਮ ਨਹੀਂ ਹੈਗਾ, ਉਹ ਵੀ ਸੌਖਾ ਹੀ ਕੰਮ ਆ। ਤੁਸੀਂ ਕੀ ਕਰਨਾ ਕਿਸੇ ਇੱਕ ਪਾਸੇ ਡਿਸਟੈਂਸ ਬਰਾਬਰ ਕਰ ਦਿਓ ਜੀ। ਕਿੱਧਰ ਡਿਸਟੈਂਸ ਬਰਾਬਰ ਕਰੀਏ 30 ਤੇ 40 ਨੂੰ 120 ਬਣਾ ਦਈਏ। 30 ਤੇ 40 ਦਾ ਐਲਸੀਐਮ 120 ਆ ਗਿਆ ਤਾਂ 120 ਬਣਾਓ। ਇਹ ਬਣੂਗਾ 4 ਗੁਣਾ ਕਰਕੇ 120 ਤਾਂ ਇਹ 4 ਗੁਣਾ ਕਰਕੇ ਹੋ ਗਿਆ 176, ਇਹ 4 ਗੁਣਾ ਕਰਕੇ ਹੋ ਗਿਆ 40। ਇਹ 120 ਬਣੂ 3 ਗੁਣਾ ਕਰਕੇ ਤਾਂ 3 ਗੁਣਾ ਕਰਕੇ 120, 3 ਗੁਣਾ ਕਰਕੇ 165, 3 ਗੁਣਾ ਕਰਕੇ 39। ਤਾਂ ਬੱਚੇ ਅਪਸਟ੍ਰੀਮ ਦਾ ਤਾਂ ਡਿਸਟੈਂਸ ਬਰਾਬਰ ਹੋ ਗਿਆ, ਤਾਂ ਜੇ ਡਿਸਟੈਂਸ ਬਰਾਬਰ ਹੈ ਤਾਂ ਸਮਾਂ ਵੀ ਬਰਾਬਰ ਹੈ। ਪਰ ਓਵਰਆਲ ਸਮਾਂ 1 ਘੰਟਾ ਜ਼ਿਆਦਾ ਲੱਗਿਆ ਕਿਹਦੇ ਕਰਕੇ ਡਾਊਨਸਟ੍ਰੀਮ ਦੇ 11 ਕਿਲੋਮੀਟਰ ਕਰਕੇ। ਤਾਂ ਡਾਊਨਸਟ੍ਰੀਮ ਦੇ 11 ਕਿਲੋਮੀਟਰ 1 ਘੰਟੇ 'ਚ ਨੇ ਤਾਂ ਸਪੀਡ ਆ ਗਈ 11 ਕਿਲੋਮੀਟਰਸ ਪਰ ਆਵਰ। ਡਾਊਨਸਟ੍ਰੀਮ ਦੀ ਸਪੀਡ 11 ਆ ਗਈ ਤਾਂ ਅਪਸਟ੍ਰੀਮ ਇਹ 11 ਨੂੰ ਜਿੱਥੇ ਮਰਜ਼ੀ ਲਾ ਦਿਓ, ਪਹਿਲੇ ਕੇਸ 'ਚ ਲਾ ਦਿਓ ਦੂਜੇ 'ਚ ਲਾ ਦਿਓ ਤਾਂ 15 ਘੰਟਿਆਂ 'ਚ 11 ਕਿਲੋਮੀਟਰ ਹੈ। 165 ਕਿਲੋਮੀਟਰ ਹੈ 11 ਦੀ ਸਪੀਡ ਤੇ ਤਾਂ 15 ਘੰਟੇ। 39 ਚੋਂ 15 ਲੱਗੇ ਤਾਂ 24 ਰਹਿ ਗਏ। 120 ਕਿਲੋਮੀਟਰ 24 ਘੰਟਿਆਂ ਦੇ ਵਿੱਚ ਤਾਂ ਅਪਸਟ੍ਰੀਮ ਆ ਗਿਆ ਬੱਚੇ ਤੁਹਾਡਾ 5। ਉਹੀ ਸਪੀਡਸ ਆ ਜਾਣਗੀਆਂ, ਉਹੀ ਤਰੀਕਾ ਹੈ। ਜਿਹੜਾ ਪਹਿਲਾ ਸੀਗਾ ਉਹ ਸੌਖਾ ਸੀ, ਜੇ ਅੜ ਗਿਆ ਤਾਂ ਦੂਜਾ ਤਰੀਕਾ ਵੀ ਕੋਈ ਬਹੁਤਾ ਔਖਾ ਨਹੀਂ ਹੈਗਾ, ਸੌਖਾ ਹੈ। ਤਾਂ ਬੱਚੇ ਇਸ ਵਿੱਚ ਤੁਸੀਂ B ਫਾਈਂਡ ਕਰਨਾ ਸੀ। B ਦੱਸਿਆ ਹੋਇਆ ਕਿਵੇਂ ਫਾਈਂਡ ਹੋਊਗਾ ਤਾਂ D + U/2 11 + 5/2 16/2 8 ਕਿਲੋਮੀਟਰਸ ਪਰ ਆਵਰ। ਇਸ ਕੁਐਸਚਨ ਦਾ ਤੁਹਾਡਾ ਆਨਸਰ ਆ ਗਿਆ ਸੀ, ਆਪਾਂ ਮਾਰਕ ਕੀਤਾ ਹੋਇਆ 8 ਕਿਲੋਮੀਟਰ ਪਰ ਆਵਰ। ਤਾਂ ਬੱਚੇ ਇਹ ਆਪਣੇ ਬੋਟਸ ਐਂਡ ਸਟਰੀਮਸ ਦੇ ਕੁਐਸਚਨ ਸੀਗੇ। ਅਗਲੇ ਕੁਐਸਚਨ ਦੇਖੋ ਬੱਚੇ। ਅਗਲਾ ਕੁਐਸਚਨ ਬੱਚੇ ਸਾਡਾ ਐਲਸੀਐਮ ਦਾ ਕੁਐਸਚਨ ਹੈ, ਜਿਹੜਾ ਆਪਣੀ ਪਿਛਲੀ ਮੰਗਲਵਾਰ ਦੀ ਕਲਾਸ ਸੀ ਉਸ ਕਲਾਸ ਦੇ ਵਿੱਚ ਵੀ ਐਲਸੀਐਮ ਵਾਲਾ ਇੱਕ ਕੁਐਸਚਨ ਜਿਹੜਾ ਆਪਣੇ ਵੇਰਕਾ ਦੇ ਅਸਿਸਟੈਂਟ ਮੈਨੇਜਰ ਦੇ ਪੇਪਰ 'ਚ ਆਇਆ ਹੋਇਆ ਸੀ ਉਹ ਕੁਐਸਚਨ ਕੀਤਾ ਸੀ। ਬਿਲਕੁਲ ਮਿਲਦਾ ਜੁਲਦਾ ਕੁਐਸਚਨ ਹੈ, ਇਹ ਵੀ ਪੰਜਾਬ ਦੇ ਪੇਪਰ 'ਚ ਆਇਆ ਹੋਇਆ। ਮਤਲਬ ਐਲਸੀਐਮ ਦੇ ਕੁਐਸਚਨ ਜਦੋਂ ਪੇਪਰ 'ਚ ਆਉਣਗੇ ਤਾਂ ਆਮ ਤੌਰ ਤੇ ਇਹੋ ਜਿਹੇ ਕੁਐਸਚਨ ਆਉਣਗੇ। ਤਾਂ ਕੁਐਸਚਨ ਕੀ ਹੈ, ਦਾ ਟ੍ਰੈਫਿਕ ਲਾਈਟਸ at 3 different road crossings change after 24 seconds, 36 seconds and 54 seconds respectively if they all change simultaneously at 10:15 ਸਵੇਰ ਦੇ 10:15 ਸਕਿੰਟ then at what time will they again change simultaneously। ਐਗਜ਼ਾਮੀਨਰ ਕਹਿੰਦਾ ਕਿ ਤਿੰਨ ਰੋਡ ਕ੍ਰਾਸਿੰਗਸ ਤੇ ਲਾਈਟਾਂ ਨੇ, ਪਹਿਲੇ ਤੇ ਲਾਈਟਾਂ ਬਲਿੰਕ ਕਰਦੀਆਂ ਨੇ 24 ਸਕਿੰਟ ਬਾਅਦ ਬਦਲਦੀਆਂ ਨੇ, ਦੂਜੇ ਤੇ 36 ਸਕਿੰਟ ਬਾਅਦ, ਤੀਜੇ ਤੇ 54 ਸਕਿੰਟਾਂ ਬਾਅਦ। ਤਾਂ ਜੇ ਉਹ ਇੱਕ ਵਾਰ ਇਕੱਠੀਆਂ ਬਲਿੰਕ ਕੀਤੀਆਂ ਤਾਂ ਫਿਰ ਦੁਬਾਰਾ ਇਕੱਠੀਆਂ ਕਿੰਨੇ ਵਜੇ ਬਲਿੰਕ ਕਰਨਗੇ। ਜੇ ਪਹਿਲਾਂ ਉਹ 10:54 ਤੇ ਬਲਿੰਕ ਕਰਦੀਆਂ ਨੇ ਫਿਰ ਦੁਬਾਰਾ ਕਿੰਨੇ ਵਜੇ ਬਲਿੰਕ ਕਰਨਗੀਆਂ। ਤਾਂ 24 ਸਕਿੰਟ 36 ਸਕਿੰਟ ਤੇ 54 ਸਕਿੰਟ। ਤਾਂ ਬੱਚੇ ਜਿਹੜੀ 24 ਸਕਿੰਟ ਵਾਲੀ ਹੈ, ਵੈਸੇ ਮੈਂ ਪਿਛਲੀ 'ਚ ਡਿਟੇਲ 'ਚ ਦੱਸਿਆ ਹੀ ਸੀਗਾ, ਜਿਹੜੀ 24 ਸਕਿੰਟ ਵਾਲੀ ਹੈ ਉਹ ਕਦੋਂ ਚੇਂਜ ਹੋਊਗੀ 24 48 72 96 ਸਕਿੰਟਾਂ ਬਾਅਦ। 24 ਦੇ ਜਿਹੜੇ ਮਲਟੀਪਲ ਨੇ 36 ਸਕਿੰਟਾਂ ਵਾਲੀ 36 72 108 144 ਸਕਿੰਟਾਂ ਬਾਅਦ ਜਿਹੜੇ 36 ਦੇ ਮਲਟੀਪਲ ਨੇ, ਤੇ 54 ਵਾਲੀ 54 108 162 216 ਇੰਨੇ ਸਕਿੰਟਾਂ ਬਾਅਦ ਉਹ ਚੇਂਜ ਹੋਊਗੀ 54 ਦੇ ਜਿਹੜੇ ਮਲਟੀਪਲ ਨੇ। ਤਾਂ ਇਕੱਠੀਆਂ ਕਦੋਂ ਚੇਂਜ ਹੋਣਗੀਆਂ, ਜਿਹੜਾ ਇਹਨਾਂ ਤਿੰਨਾਂ ਦਾ ਕਾਮਨ ਮਲਟੀਪਲ ਹੋਊਗਾ। ਤਾਂ ਤਿੰਨਾਂ ਦਾ ਐਲਸੀਐਮ ਲੈ ਲਓ ਜੀ। ਤਾਂ ਮੈਂ 3 ਨੰਬਰਾਂ ਦਾ ਐਲਸੀਐਮ ਦੱਸਿਆ ਹੋਇਆ ਬੱਚੇ ਸਾਰਿਆਂ ਨੂੰ ਕਿ ਸਭ ਤੋਂ ਵੱਡਾ ਨੰਬਰ ਲਓ, ਉਹਨਾਂ ਡਿਵਾਈਡ ਕਰ ਦਿਓ ਸਾਰਿਆਂ ਨੂੰ। ਤਾਂ 24 36 ਤੇ 54 ਦਾ ਜੇ ਤੁਸੀਂ ਐਲਸੀਐਮ ਲੈਣਾ ਹੈ ਤਾਂ ਸਭ ਤੋਂ ਵੱਡਾ ਨੰਬਰ ਚੱਕੋ, ਕੀ ਹੈ 54, ਸਾਰਿਆਂ ਨੂੰ 54 ਨਾਲ ਡਿਵਾਈਡ ਕਰ ਦਿਓ ਜੀ।
ਸਾਰਿਆਂ ਨੂੰ 54 ਨਾਲ ਡਿਵਾਈਡ ਕਰ ਦਾਂਗੇ। ਇਹ ਤਾਂ 54/54 ਕੱਟੇ ਹੀ ਗਿਆ। 24/54 ਕੀ ਆ ਗਿਆ ਬੱਚੇ? 6 ਦੇ ਟੇਬਲ 'ਚ ਉੱਪਰ 4 ਥੱਲੇ 9। 36/54 ਕੀ ਆ ਗਿਆ ਬੱਚੇ? 18 ਦੇ ਟੇਬਲ 'ਚ 2, 18 ਦੇ ਟੇਬਲ 'ਚ 3, 2/3। ਤਾਂ ਤੁਹਾਡਾ LCM ਕੀ ਹੋ ਜਾਊਗਾ? LCM ਹੋ ਜਾਊਗਾ ਉਹੀ ਸਭ ਤੋਂ ਵੱਡਾ ਨੰਬਰ 54 ਜਿਹਦੇ ਨਾਲ ਡਿਵਾਈਡ ਕੀਤਾ ਸੀ ਇਨਟੂ ਡਿਵਾਈਡ ਕਰਨ ਤੋਂ ਬਾਅਦ ਕੱਲੇ ਨਿਊਮਰੇਟਰਾਂ ਦਾ LCM ਲੈ ਲਓ। 4 ਤੇ 2 ਦਾ LCM 4 ਆ ਗਿਆ, ਤਾਂ 54 ਗੁਣਾ 4 ਤੁਹਾਡਾ LCM ਆ ਜਾਊਗਾ ਬੱਚੇ 216 ਸਕਿੰਟ। ਸਕਿੰਟਾਂ 'ਚ ਗੱਲ ਚੱਲ ਰਹੀ ਸੀ ਤਾਂ 216 ਸਕਿੰਟ। 216 ਸਕਿੰਟਾਂ ਬਾਅਦ ਦੁਬਾਰਾ ਇਕੱਠਿਆਂ ਚੇਂਜ ਹੋਣਗੀਆਂ, ਤਾਂ 216 ਸਕਿੰਟ ਕੀ ਬਣੇ? 3 ਮਿੰਟ ਤੇ 36 ਸਕਿੰਟ ਬਣੇ। 3 ਮਿੰਟ ਤੇ 36 ਸਕਿੰਟ ਬਣੇ, ਤਾਂ 10-15 ਤੋਂ ਬਾਅਦ 3 ਮਿੰਟ 10-18 ਤੇ 36 ਸਕਿੰਟ। 10-18-36 AM ਧਿਆਨ 'ਚ ਰੱਖਣਾ, ਕਿਤੇ ਇੱਕ ਆਪਸ਼ਨ 10-18-36 PM ਹੋਵੇ ਤਾਂ AM 10-18-36 AM ਆਨਸਰ ਆਊਗਾ ਬੱਚੇ ਆਪਣਾ। ਓਕੇ ਹਾਂਜੀ, ਤਾਂ ਬੱਚੇ ਇਹ ਆਪਣੇ ਪੰਜਾਬ ਦੇ ਪੇਪਰ ਦਾ ਕੁਐਸਚਨ ਹੈ। ਇਹਦੇ ਨਾਲ ਦਾ ਕੁਐਸਚਨ ਮੈਂ ਲੈ ਕੇ ਆਇਆ 4 ਘੰਟਿਆਂ ਨੇ। 4 ਬੈਲਸ ਰਿੰਗ ਐਟ ਐਨ ਇੰਟਰਵਲ ਆਫ 30 ਮਿੰਟ, 1 ਘੰਟਾ, 1.5 ਘੰਟਾ ਐਂਡ 1 ਘੰਟਾ 45 ਮਿੰਟ ਰਿਸਪੈਕਟਿਵਲੀ। ਕਹਿੰਦੇ 4 ਬੈਲਸ ਨੇ, ਉਹ ਕਦੋਂ ਕਦੋਂ ਰਿੰਗ ਕਰ ਰਹੀਆਂ ਨੇ? ਪਹਿਲੀ ਬੈਲ ਤਾਂ 30 ਮਿੰਟ ਦੇ ਇੰਟਰਵਲ ਤੇ ਰਿੰਗ ਕਰ ਰਹੀ ਹੈ, ਦੂਜੀ ਘੰਟੇ ਦੇ ਇੰਟਰਵਲ ਤੇ, ਤੀਜੀ 1.5 ਘੰਟੇ ਦੇ ਇੰਟਰਵਲ ਤੇ, ਚੌਥੀ 1 ਘੰਟਾ 45 ਮਿੰਟ ਦੇ ਇੰਟਰਵਲ ਤੇ। ਉਹ ਕਹਿੰਦੇ ਆਲ ਦਾ ਬੈਲਸ ਰਿੰਗ ਸਾਈਮਲਟੇਨੀਅਸਲੀ ਐਟ ਦੁਪਹਿਰੇ 12 ਵਜੇ। ਤਾਂ ਉਸ ਤੋਂ ਬਾਅਦ ਉਹ ਦੁਬਾਰਾ ਕਦੋਂ ਵੱਜਣਗੀਆਂ? ਤਾਂ ਬੱਚੇ ਪਹਿਲੀ ਬੈਲ 30 ਮਿੰਟ ਦੇ ਇੰਟਰਵਲ ਤੇ, ਦੂਜੀ ਘੰਟਾ ਤਾਂ ਉਹਨੂੰ ਮੈਂ 60 ਮਿੰਟ ਲਿਖ ਲਿਆ, ਸਾਰਿਆਂ ਨੂੰ ਮਿੰਟਾਂ 'ਚ ਲਿਖ ਰਿਹਾ। ਤੀਜੀ 1.5 ਘੰਟਾ ਤਾਂ 90 ਮਿੰਟ, ਚੌਥੀ ਘੰਟਾ 45 ਮਿੰਟ, ਜਾਣੀ ਕਿ 105 ਮਿੰਟਾਂ ਬਾਅਦ। ਆ ਸਾਰੀਆਂ ਵੈਲਿਊਜ਼ ਮਿੰਟਾਂ ਦੇ ਵਿੱਚ ਨੇ। ਤਾਂ ਜੇ ਇੱਕ ਵਾਰ ਉਹ ਦੁਪਹਿਰੇ 12 ਵਜੇ ਰਿੰਗ ਕਰ ਰਹੀਆਂ ਨੇ ਤਾਂ ਦੁਬਾਰਾ ਕਦੋਂ ਇਕੱਠੀਆਂ ਰਿੰਗ ਕਰਨਗੀਆਂ? ਦੇਖੋ ਜੀ 30 ਮਿੰਟ ਵਾਲੀ ਤਾਂ 30, 60, 90 ਦੇ ਹਿਸਾਬ ਨਾਲ ਰਿੰਗ ਕਰੂ। 60 ਵਾਲੀ 60, 120, 180, 60 ਦੇ ਮਲਟੀਪਲ, 90 ਵਾਲੀ 90 ਦੇ ਮਲਟੀਪਲ, 105 ਵਾਲੀ 105 ਦੇ ਮਲਟੀਪਲ। ਤਾਂ ਇਕੱਠੀਆਂ ਕਦੋਂ ਰਿੰਗ ਕਰਨਗੀਆਂ? 4 ਦਾ ਕਾਮਨ ਮਲਟੀਪਲ। ਤਾਂ 4 ਦਾ LCM ਲੈਣਾ ਬੱਚੇ ਆਪਾਂ। LCM ਕਿਵੇਂ ਲੈਣਾ? ਸਭ ਤੋਂ ਵੱਡੇ ਨਾਲ ਡਿਵਾਈਡ। ਨਹੀਂ ਤਾਂ ਜਿਹੜੇ ਵੀ ਤਰੀਕੇ ਨਾਲ ਤੁਹਾਨੂੰ LCM ਲੈਣਾ ਸੌਖਾ ਲੱਗਦਾ ਤੁਸੀਂ ਕਰ ਸਕਦੇ ਹੋ। ਮੈਂ ਕਿਹਾ ਵੱਡੇ ਛੋਟੇ ਜਿੰਨੇ ਮਰਜ਼ੀ ਨੰਬਰ ਹੋਣ, 2 ਨੰਬਰਾਂ ਦਾ LCM ਤਾਂ ਬਹੁਤ ਸੌਖਾ ਦੱਸਿਆ ਸੀਗਾ। ਪਤਾ ਨਹੀਂ ਤੁਹਾਡੇ ਬੈਚ 'ਚ ਕਦੇ ਦੱਸਣ ਦਾ ਮੌਕਾ ਮਿਲਿਆ ਕਿ ਨਹੀਂ। 2 ਨੰਬਰਾਂ ਦਾ LCM ਤਾਂ ਦੇਖਣ ਸਾਰ ਦੱਸਿਆ ਸੀ। 2 ਤੋਂ ਜ਼ਿਆਦਾ ਜਿੰਨੇ ਮਰਜ਼ੀ ਨੰਬਰ ਨੇ ਉਹਨਾਂ ਵੇਲੇ LCM ਲਓ, ਸਭ ਤੋਂ ਵੱਡੇ ਨਾਲ ਡਿਵਾਈਡ ਕਰ ਦਿਓ। ਸਭ ਤੋਂ ਵੱਡੇ ਨਾਲ ਡਿਵਾਈਡ ਕੀਤਾ ਇਹ ਤਾਂ 1 ਹੀ ਆ ਗਿਆ। ਇਹ ਆ ਗਿਆ ਬੱਚੇ 15 ਦੇ ਟੇਬਲ 'ਚ ਉੱਪਰ 2 ਥੱਲੇ 7। ਇਹ ਆ ਗਿਆ 15 ਦੇ ਟੇਬਲ 'ਚ ਉੱਪਰ 4 ਥੱਲੇ 7। ਇਹ ਆ ਗਿਆ 15 ਦੇ ਟੇਬਲ 'ਚ ਉੱਪਰ 6 ਥੱਲੇ 7। ਫਿਰ ਮੈਂ ਕਿਹਾ ਸੀ LCM ਕੀ ਆ ਜਾਊਗਾ? ਉਹੀ ਸਭ ਤੋਂ ਵੱਡਾ ਨੰਬਰ 105 ਇੰਟੂ ਡਿਵਾਈਡ ਕਰਕੇ ਨਿਊਮਰੇਟਰ ਦਾ LCM ਲੈ ਲਓ। 2 4 6 ਦਾ LCM 12, 2 4 6 ਦਾ LCM 12। ਤਾਂ ਇਹ ਆ ਗਿਆ ਬੱਚੇ 1260 ਮਿੰਟ। ਤਾਂ 1260 ਮਿੰਟਾਂ ਬਾਅਦ ਉਹ ਦੁਬਾਰਾ ਰਿੰਗ ਕਰਨਗੀਆਂ। ਤਾਂ 1260 ਮਿੰਟਾਂ ਨੂੰ ਆਪਾਂ ਜੇ ਘੰਟਿਆਂ 'ਚ ਡਿਵਾਈਡ ਕਰਨਾ ਹੈ ਤਾਂ ਡਿਵਾਈਡ ਬਾਈ 60 ਹੋ ਜਾਊਗਾ। ਤਾਂ ਇਹ ਆ ਗਏ 21 ਘੰਟੇ। ਤਾਂ 21 ਘੰਟਿਆਂ ਬਾਅਦ ਦੁਬਾਰਾ ਰਿੰਗ ਕਰਨਗੀਆਂ। ਤਾਂ ਦੁਪਹਿਰ ਦੇ 12 ਵਜੇ ਤੋਂ 21 ਘੰਟੇ ਜੋੜਨੇ ਆ 9 AM ਅਗਲੇ ਦਿਨ ਦੇ। 24 ਘੰਟੇ ਜੋੜ ਕੇ ਤਾਂ ਅਗਲੇ ਦਿਨ ਦੀ ਦੁਪਹਿਰ ਦੇ 12 ਵੱਜ ਗਏ, ਪਰ 21 ਘੰਟੇ ਮਤਲਬ 3 ਪਿੱਛੇ ਆ ਜਾਓ ਤਾਂ 9 ਵਜੇ, ਸਵੇਰ ਦੇ 9 ਵਜੇ ਦੁਬਾਰਾ ਇਕੱਠੀਆਂ ਰਿੰਗ ਕਰਨਗੀਆਂ। ਬੱਚੇ ਇਹ ਵੀ ਪੰਜਾਬ ਦੇ ਪੇਪਰ ਦਾ ਹੀ ਕੁਐਸਚਨ ਹੈ। ਤਾਂ LCM ਵਾਲਾ ਜਿਹੜਾ ਪਰਸੋਂ ਦੀ ਕਲਾਸ 'ਚ ਕੁਐਸਚਨ ਕੀਤਾ ਸੀ ਉਹ ਤਾਂ ਅਸਿਸਟੈਂਟ ਮੈਨੇਜਰ 'ਚ ਐਤਵਾਰ ਦੇ ਪੇਪਰ 'ਚ ਆਇਆ ਹੋਇਆ। ਜਿਹੜੇ ਅੱਜ ਦੀ ਕਲਾਸ 'ਚ ਆਪਾਂ 2 ਕੁਐਸਚਨ ਕੀਤੇ ਆ, ਇੱਕ ਟ੍ਰੈਫਿਕ ਲਾਈਟਸ ਵਾਲਾ ਤੇ ਦੂਜਾ ਆਪਾਂ 4 ਰਿੰਗਸ ਵਾਲਾ। ਦੋਨੇ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਕੁਐਸਚਨ ਨੇ। ਤਾਂ LCM ਵਾਲੇ ਕੁਐਸਚਨ ਆਮ ਤੌਰ ਤੇ ਇਹੋ ਜਿਹੇ ਦਿਖ ਰਹੇ ਨੇ। 4 ਦਿਨ ਪਹਿਲਾਂ ਦੇ ਪੇਪਰ 'ਚ ਵੀ LCM ਵਾਲਾ ਕੁਐਸਚਨ ਇਹੋ ਜਿਹਾ ਹੀ ਆਇਆ ਹੋਇਆ, ਪੁਰਾਣੇ ਪੇਪਰਾਂ 'ਚ ਵੀ ਇਹੋ ਜਿਹੇ ਆਏ ਹੋਏ ਨੇ। ਤਾਂ LCM ਵਾਲਾ ਕੁਐਸਚਨ ਜੇ ਕਿਸੇ ਪੇਪਰ 'ਚ ਦਿਖਦਾ ਹੈ ਤਾਂ ਜ਼ਿਆਦਾਤਰ ਚਾਂਸਿਸ ਨੇ ਕਿ ਇਹੋ ਜਿਹਾ ਕੁਐਸਚਨ ਦਿਖੂਗਾ। ਤਾਂ ਇਹਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਬੱਚੇ ਆ ਗਏ ਆਪਣੇ ਐਲਜੈਬਰਿਕ ਐਕਸਪ੍ਰੈਸ਼ਨਸ ਵਾਲੇ ਕੁਐਸਚਨ। ਐਲਜੈਬਰਿਕ ਐਕਸਪ੍ਰੈਸ਼ਨਸ 10ਵੀਂ ਤੱਕ ਤਾਂ ਯਾਰ ਸਾਰਿਆਂ ਨੇ ਮਾੜਾ ਮੋਟਾ ਮੈਥ ਪੜ੍ਹਿਆ ਹੀ ਹੋਇਆ। ਅਸੀਂ 10ਵੀਂ ਤੱਕ ਨੰਬਰ ਸਿਸਟਮ ਦੇ ਵਿੱਚੋਂ ਐਲਜੈਬਰਾ ਵੀ ਪੜ੍ਹਿਆ, ਅਸੀਂ LCM HCF ਵੀ ਪੜ੍ਹਿਆ, ਅਸੀਂ ਬਾਕੀ ਜਿਹੜੇ ਚੈਪਟਰ ਨੇ ਪਰਸੈਂਟੇਜ ਪੜ੍ਹਿਆ, ਰੇਸ਼ੀਓ ਪੜ੍ਹਿਆ, ਐਵਰੇਜ ਪੜ੍ਹਿਆ, ਮੈਂਸੂਰੇਸ਼ਨ ਵੀ ਪੜ੍ਹੀ ਹੈ। ਮੈਂਸੂਰੇਸ਼ਨ 'ਚ 2D ਵੀ ਪੜ੍ਹੀ ਹੈ, 3D ਵੀ ਪੜ੍ਹਿਆ। ਮੈਂ ਸਾਰਾ ਕੁਝ ਅਸੀਂ 10ਵੀਂ ਤੱਕ ਪੜ੍ਹੀ ਬੈਠੇ ਆਂਗੇ। ਤਾਂ ਐਲਜੈਬਰਿਕ ਐਕਸਪ੍ਰੈਸ਼ਨ ਦੇ ਉੱਤੇ ਜਿਹੜੇ ਕੁਐਸਚਨ ਆ ਰਹੇ ਨੇ, ਕਦੇ ਬੋਰਡ ਮਾਸ ਦੇ ਉੱਤੇ ਕੁਐਸਚਨ ਆ ਜਾਂਦਾ, ਬੋਰਡ ਮਾਸ ਦੀ ਕੈਲਕੂਲੇਸ਼ਨ ਆ ਜਾਂਦੀ ਹੈ, ਕਦੇ ਐਲਜੈਬਰਿਕ ਐਕਸਪ੍ਰੈਸ਼ਨ ਵਾਲੀ ਕੈਲਕੂਲੇਸ਼ਨ ਆ ਜਾਂਦੀ ਹੁੰਦੀ ਹੈ। ਤਾਂ ਜਿਹੜਾ ਐਤਕੀ ਪੰਜਾਬ ਪਟਵਾਰੀ ਦਾ ਪੇਪਰ ਹੋਇਆ ਸੀ 8 ਅਗਸਤ ਨੂੰ ਪ੍ਰੀਲਿਮਸ ਪਿਛਲੇ ਸਾਲ, ਉਹਦੇ ਵਿੱਚ ਐਲਜੈਬਰਿਕ ਐਕਸਪ੍ਰੈਸ਼ਨ ਦੀ ਕੈਲਕੂਲੇਸ਼ਨ ਆਈ ਸੀ। ਜਿਹੜਾ ਉਹ ਤੋਂ 5 ਦਿਨ ਪਹਿਲਾਂ 3 ਅਗਸਤ ਨੂੰ PSTCL ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਬੋਰਡ ਮਾਸ ਦੀ ਕੈਲਕੂਲੇਸ਼ਨ ਆਈ ਸੀ। ਤਾਂ ਆਪਾਂ ਦੋਨੇ ਤਰ੍ਹਾਂ ਦੀ, ਆਪਾਂ ਅੱਜ ਦੀ ਕਲਾਸ ਦੇ ਵਿੱਚ ਮੈਂ 3-4 ਕੁਐਸਚਨ ਐਲਜੈਬਰਿਕ ਐਕਸਪ੍ਰੈਸ਼ਨਸ ਲੈ ਕੇ ਆਏ ਹੋਇਆ। ਐਲਜੈਬਰਿਕ ਐਕਸਪ੍ਰੈਸ਼ਨਸ ਵਾਲੇ ਮਾਮਲੇ ਦੇ ਵਿੱਚ
ਹੁਣ ਕੁਛ ਐਕਸਪ੍ਰੈਸ਼ਨਸ ਨੇ ਜਿਹੜੇ ਸਾਨੂੰ ਜ਼ੁਬਾਨੀ ਯਾਦ ਹੁੰਦੇ ਨੇ। ਅਸੀਂ ਕਿਸੇ ਕੈਲਕੂਲੇਸ਼ਨ ਦੇ ਵਿੱਚ, ਮੈਂ ਉਦਾਹਰਨ ਦਿੰਦਾ, ਅਸੀਂ ਕਿਸੇ ਕੈਲਕੂਲੇਸ਼ਨ ਦੇ ਵਿੱਚ ਪੜ੍ਹਿਆ ਨਾ ਕਿ a ਸਕੁਅਰ ਮਾਈਨਸ b ਸਕੁਅਰ ਕਿਹਦੇ ਬਰਾਬਰ ਹੁੰਦਾ ਹੈ, a ਸਕੁਅਰ ਮਾਈਨਸ b ਸਕੁਅਰ ਸਾਨੂੰ ਪਤਾ a ਪਲੱਸ b ਇੰਟੂ a ਮਾਈਨਸ b ਹੁੰਦਾ। ਇਸ ਤੋਂ ਬਿਨਾਂ ਅਸੀਂ a ਪਲੱਸ b ਦਾ ਹੋਲ ਸਕੁਅਰ ਵੀ ਪੜ੍ਹਿਆ ਹੋਇਆ। a ਪਲੱਸ b ਦਾ ਹੋਲ ਸਕੁਅਰ ਕੀ ਹੁੰਦਾ ਜੀ, a ਸਕੁਅਰ ਪਲੱਸ b ਸਕੁਅਰ ਪਲੱਸ 2ab। ਇਸ ਤੋਂ ਬਿਨਾਂ ਜਿਵੇਂ a ਪਲੱਸ b ਦਾ ਹੋਲ ਸਕੁਅਰ ਪੜ੍ਹਿਆ ਸੀ, a ਮਾਈਨਸ b ਦਾ ਹੋਲ ਸਕੁਅਰ ਵੀ ਪੜ੍ਹਿਆ, ਉਹ ਹੁੰਦਾ a ਸਕੁਅਰ ਪਲੱਸ b ਸਕੁਅਰ ਮਾਈਨਸ 2ab। ਅਸੀਂ a ਪਲੱਸ b ਦੇ ਹੋਲ ਕਿਊਬ ਵੀ ਪੜ੍ਹੇ ਹੋਏ ਨੇ। ਅਸੀਂ a ਪਲੱਸ b ਪਲੱਸ c ਦਾ ਹੋਲ ਸਕੁਅਰ ਵੀ ਪੜ੍ਹਿਆ ਹੋਇਆ। ਮਤਲਬ ਅਸੀਂ ਕਾਫੀ ਕੁਛ ਜਿਹੜੀਆਂ ਚੀਜ਼ਾਂ ਇਹ ਪੜ੍ਹੀਆਂ ਹੋਈਆਂ ਨੇ। ਅਸੀਂ a ਕਿਊਬ ਪਲੱਸ b ਕਿਊਬ ਵੀ ਪੜ੍ਹਿਆ, ਪੇਪਰ ਦੇ ਪੁਆਇੰਟ ਆਫ ਵੀ ਨਾਲ ਇੰਪੋਰਟੈਂਟ ਹੈ ਤਾਂ ਮੈਂ ਲਿਖ ਰਿਹਾ। a ਕਿਊਬ ਪਲੱਸ b ਕਿਊਬ ਵੀ ਪੜ੍ਹਿਆ, a ਕਿਊਬ ਮਾਈਨਸ b ਕਿਊਬ ਵੀ ਪੜ੍ਹਿਆ। a ਕਿਊਬ ਪਲੱਸ b ਕਿਊਬ ਕੀ ਹੁੰਦਾ, a ਪਲੱਸ b, ਕਿਉਂਕਿ ਪਲੱਸ ਹੈ ਤਾਂ ਪਲੱਸ, ਜਦੋਂ ਮਾਈਨਸ ਹੈ ਤਾਂ ਮਾਈਨਸ ਲਿਖ ਦਾਂਗੇ। ਅੱਗੇ ਕੀ ਹੋਊਗਾ, a ਸਕੁਅਰ ਪਲੱਸ b ਸਕੁਅਰ ਮਾਈਨਸ ab, ਕੱਲਾ ab ਦੇ ਅੱਗੇ ਮਾਈਨਸ ਆ ਜੂ। ਤੇ ਜਦੋਂ a ਕਿਊਬ ਮਾਈਨਸ b ਕਿਊਬ ਕਰਨਾ ਤਾਂ a ਮਾਈਨਸ b, ਉਦੋਂ ਇੱਥੇ ਪਲੱਸ ਆ ਜੂ, a ਸਕੁਅਰ ਪਲੱਸ b ਸਕੁਅਰ ਪਲੱਸ ab। ਇਸ ਤੋਂ ਬਿਨਾਂ ਇਹ ਤਾਂ a ਕਿਊਬ ਪਲੱਸ b ਕਿਊਬ ਹੈ, a ਪਲੱਸ b ਦਾ ਹੋਲ ਕਿਊਬ ਵੀ ਪੜ੍ਹਿਆ ਹੋਇਆ। ਅਸੀਂ ਮਤਲਬ ਜਿਹੜੇ ਸਾਰੇ ਐਕਸਪ੍ਰੈਸ਼ਨਸ ਪੜ੍ਹੇ ਹੋਏ ਨੇ, ਇਹੀ ਸਾਰੇ ਦੇ ਸਾਰੇ ਐਕਸਪ੍ਰੈਸ਼ਨਸ ਐਲਜੈਬਰਿਕ ਐਕਸਪ੍ਰੈਸ਼ਨਸ ਦੀ ਜਿਹੜੀ ਸਾਡੀ ਕੈਲਕੂਲੇਸ਼ਨ ਹੁੰਦੀ ਹੈ ਉਹਦੇ ਵਿੱਚ ਕੰਮ ਆਉਂਦੇ ਆ। ਹੁਣ ਜਿਵੇਂ ਆ ਹੈਗਾ 7.66 ਦਾ ਸਕੁਅਰ ਮਾਈਨਸ 2.34 ਦਾ ਸਕੁਅਰ ਹੈ, ਇਹ ਕੀ ਹੈ, ਇਹ a ਸਕੁਅਰ ਮਾਈਨਸ b ਸਕੁਅਰ ਦੀ ਫਾਰਮ ਨਹੀਂ ਹੈਗੀ। ਤਾਂ ਜਿੱਥੇ ਅਸੀਂ 7.66 ਦਾ ਸਕੁਅਰ ਮਾਈਨਸ 2.34 ਦਾ ਸਕੁਅਰ ਕਰਨਾ ਹੈ, ਕਿ ਅਸੀਂ 7.66 ਦਾ ਸਕੁਅਰ ਮਾਈਨਸ ਫਾਈਂਡ ਕਰਾਂਗੇ, ਫਿਰ ਉਧਰ 2.34 ਦਾ ਸਕੁਅਰ ਫਾਈਂਡ ਕਰਕੇ ਮਾਈਨਸ ਕਰਾਂਗੇ? ਬਿਲਕੁਲ ਨਹੀਂ ਜੀ। ਅਸੀਂ ਇਹ ਦੇਖਾਂਗੇ ਇਹ a ਸਕੁਅਰ ਮਾਈਨਸ b ਸਕੁਅਰ ਦੀ ਫਾਰਮ ਹੈ, ਤਾਂ a ਸਕੁਅਰ ਮਾਈਨਸ b ਸਕੁਅਰ ਦੀ ਫਾਰਮ ਸਾਨੂੰ ਪਤਾ ਕੀ ਹੁੰਦੀ ਹੈ, a ਪਲੱਸ b ਇੰਟੂ a ਮਾਈਨਸ b ਹੁੰਦਾ ਹੈ। ਤਾਂ ਇਹਦੀ ਵੈਲਿਊ ਫਾਈਂਡ ਕਰਨ ਵੇਲੇ ਅਸੀਂ a ਪਲੱਸ b ਇੰਟੂ a ਮਾਈਨਸ b ਕਰ ਦਾਂਗੇ, ਬਹੁਤ ਸੌਖੇ ਤਰੀਕੇ ਨਾਲ ਆਨਸਰ ਆ ਜਾਊਗਾ। ਤਾਂ ਬੱਚੇ ਬੇਸਿਕਲੀ ਜਦੋਂ ਅਸੀਂ ਇਹੋ ਜਿਹੇ ਸਵਾਲਾਂ ਨੂੰ ਸੋਲਵ ਕਰਨਾ, ਇਹੋ ਜਿਹੇ ਸਵਾਲ ਕਿਸੇ ਪੇਪਰ 'ਚ ਦੇਖਾਂਗੇ, ਐਲਜੈਬਰਿਕ ਐਕਸਪ੍ਰੈਸ਼ਨਸ ਦੀ ਜਿਹੜੀ ਸਿੰਪਲੀਫਿਕੇਸ਼ਨ ਆਉਂਦੀ ਹੈ, ਉਹਨਾਂ 'ਚ ਕੁਝ ਇਹੋ ਜਿਹੇ ਐਕਸਪ੍ਰੈਸ਼ਨਸ ਕੰਮ ਆਉਣਗੇ। ਇਹ ਸਾਨੂੰ 5-7 ਜਿਹੜੇ ਬਾਰ-ਬਾਰ ਯੂਜ਼ ਹੁੰਦੇ ਨੇ, ਇਹ ਜ਼ਬਾਨੀ ਹੋਣੇ ਚਾਹੀਦੇ ਨੇ, ਬਾਕੀ ਵੀ ਧਿਆਨ 'ਚ ਹੋਣੇ ਚਾਹੀਦੇ ਨੇ। ਤਾਂ ਅਸੀਂ ਕੋਈ ਵੀ ਕੁਐਸਚਨ ਬੜੇ ਆਰਾਮ ਨਾਲ ਕਰ ਲਾਂਗੇ। ਬਾਕੀ ਸਾਡੀ ਕੁਐਸਚਨ ਨੂੰ ਦੇਖਦੇ ਪਛਾਣ ਹੈ ਵੀ ਅਸੀਂ ਪਛਾਣ ਪਾ ਰਹੇ ਹਾਂ ਕਿ ਐਗਜ਼ਾਮੀਨਰ ਕੀ ਰਿਲੇਸ਼ਨ ਦੇ ਰਿਹਾ। ਤਾਂ ਐਗਜ਼ਾਮੀਨਰ ਕਹਿੰਦਾ 5.32 ਗੁਣਾ 56 ਪਲੱਸ 5.32 ਗੁਣਾ 44, ਨਿਊਮਰੇਟਰ 'ਚ ਤਾਂ ਆ ਦੇਤਾ, 5.32 ਕਾਮਨ ਹੈ, ਪਹਿਲਾਂ ਉਹਨੂੰ 56 ਗੁਣਾ ਕੀਤਾ, ਫਿਰ ਉਸੇ ਨੂੰ 44 ਗੁਣਾ ਕੀਤਾ, ਤੇ ਥੱਲੇ ਕਹਿੰਦਾ 7.66 ਦਾ ਸਕੁਅਰ ਮਾਈਨਸ 2.34 ਦਾ ਸਕੁਅਰ। ਤਾਂ ਉੱਪਰ ਤਾਂ ਬੱਚੇ ਜੇ ਆਪਾਂ 5.32 ਕਾਮਨ ਲੈ ਲਈਏ ਤਾਂ 5.32 ਗੁਣਾ 56 ਤੇ 5.32 ਗੁਣਾ 44 ਹੈ, ਤਾਂ ਇਹ ਬ੍ਰੈਕਟ 'ਚ 56 ਪਲੱਸ 44 ਆ ਜਾਊਗਾ, ਕਿਉਂਕਿ ਆਪਾਂ 5.32 ਕਾਮਨ ਲੈ ਲਿਆ। ਥੱਲੇ ਕੀ ਆ ਜਾਊਗਾ, 7.66 ਦਾ ਸਕੁਅਰ ਮਾਈਨਸ 2.34 ਦਾ ਸਕੁਅਰ। ਥੱਲੇ ਇਹ a ਸਕੁਅਰ ਮਾਈਨਸ b ਸਕੁਅਰ ਹੈ। a ਸਕੁਅਰ ਮਾਈਨਸ b ਸਕੁਅਰ ਸਾਨੂੰ ਪਤਾ a ਪਲੱਸ b ਇੰਟੂ a ਮਾਈਨਸ b ਹੁੰਦਾ। ਤਾਂ a ਪਲੱਸ b ਕਿੰਨਾ ਹੋ ਗਿਆ, ਐਡ ਕਰ ਦੋ, 7 ਤੇ 2 9, 66 ਤੇ 34 ਪੂਰਾ 1 ਹੋ ਜਾਂਦਾ, ਕਿਉਂਕਿ ਪੁਆਇੰਟ ਹੈ, ਤਾਂ ਇਹ ਹੋ ਗਿਆ 10 ਇੰਟੂ ਮਾਈਨਸ ਕਰ ਦੋ a ਮਾਈਨਸ b, ਮਾਈਨਸ ਕਰਕੇ ਆ ਗਿਆ 5.32। ਤਾਂ ਬੱਚੇ ਉੱਪਰ ਜਦੋਂ ਆਪਾਂ 5.32 ਗੁਣਾ 56 ਤੇ ਪਲੱਸ 5.32 ਗੁਣਾ 44 ਦੇਖਿਆ ਤਾਂ 5.32 ਕਾਮਨ ਲੈ ਲਿਆ, ਬ੍ਰੈਕਟ 'ਚ 56 ਪਲੱਸ 44 ਆ ਗਿਆ। ਥੱਲੇ a ਸਕੁਅਰ ਮਾਈਨਸ b ਸਕੁਅਰ ਹੈ, ਤਾਂ ਉਹਨੂੰ a ਪਲੱਸ b ਤੇ a ਮਾਈਨਸ b ਕੀਤਾ, a ਪਲੱਸ b ਆ ਗਿਆ 10, a ਮਾਈਨਸ b ਆ ਗਿਆ 5.32। ਤਾਂ 5.32 ਤੇ 5.32 ਕੱਟਿਆ ਗਿਆ, 56 ਤੇ 44 ਹੁੰਦਾ 100, ਥੱਲੇ ਹੈ 10, ਤਾਂ 100/10 ਬੱਚੇ ਤੁਹਾਡਾ ਕਿੰਨਾ ਆਨਸਰ ਆ ਗਿਆ, 0 ਨਾਲ 0 ਕੱਟੀ ਗਈ। ਇਸ ਕੁਐਸਚਨ ਦਾ ਆਨਸਰ ਇਹ ਤੋਂ ਸੌਖਾ ਤਰੀਕਾ ਕੋਈ ਨਹੀਂ ਹੈਗਾ, ਥਰਡ ਆਪਸ਼ਨ 10 ਆ ਜਾਊਗਾ। ਐਕਸਪ੍ਰੈਸ਼ਨਸ ਯਾਦ ਹੋਣੇ ਚਾਹੀਦੇ ਆ, ਐਕਸਪ੍ਰੈਸ਼ਨਸ ਐਕਟਿਵਲੀ ਮਾਈਂਡ 'ਚ ਹੋਣੇ ਚਾਹੀਦੇ ਆ, ਦੇਖਣ ਸਾਰ ਪਤਾ ਲੱਗੇ ਕੀ ਕਰਨਾ, ਕਿਹੜਾ ਐਕਸਪ੍ਰੈਸ਼ਨ ਯੂਜ਼ ਕਰਨਾ। ਬਸ ਆਹ ਦੋ ਕੁ ਚੀਜ਼ਾਂ ਧਿਆਨ 'ਚ ਹੋਣ, ਸਭ ਕੁਝ ਕਰ ਲਾਂਗੇ, ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ। ਹਾਂਜੀ ਬੱਚੇ, ਅਗਲਾ ਦੇਖੋ, ਇਹ ਪੰਜਾਬ ਦੇ ਪਟਵਾਰੀ ਦੇ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ। ਮੈਂ ਬਸ ਵੈਲਿਊਜ਼ ਥੋੜ੍ਹੀਆਂ ਜਿਹੀਆਂ ਚੇਂਜ ਕੀਤੀਆਂ ਨੇ। ਉਹ ਕਹਿੰਦੇ 0.41 ਇੰਟੂ 0.41 ਇੰਟੂ 0.41, ਸਭ ਨੂੰ ਪਤਾ ਕਿ ਇਹ a ਕਿਊਬ ਹੈ, ਪਲੱਸ 0.69 ਇੰਟੂ 0.69 ਇੰਟੂ 0.69, ਸਭ ਨੂੰ ਪਤਾ ਇਹ b ਕਿਊਬ ਹੈ। a ਦੀ ਵੈਲਿਊ 0.41 ਹੈ ਤਾਂ ਇਹ a ਕਿਊਬ, b ਦੀ ਵੈਲਿਊ 0.69 ਹੈ ਤਾਂ ਇਹ b ਕਿਊਬ। ਥੱਲੇ ਕੀ ਹੈ, 0.41 ਇੰਟੂ 0.41 a ਸਕੁਅਰ ਮਾਈਨਸ a ਇੰਟੂ b ਪਲੱਸ b ਸਕੁਅਰ। ਤਾਂ ਬੱਚੇ ਇਹੀ ਬਣ ਰਿਹਾ। ਤਾਂ ਉੱਪਰ ਕੀ ਹੈ, a ਕਿਊਬ ਪਲੱਸ b ਕਿਊਬ, ਥੱਲੇ ਕੀ ਹੈ, a ਸਕੁਅਰ ਮਾਈਨਸ ab ਪਲੱਸ b ਸਕੁਅਰ। ਤਾਂ ਬੱਚੇ ਜਦੋਂ ਮੈਂ a ਕਿਊਬ ਪਲੱਸ b ਕਿਊਬ ਪੜ੍ਹਾਇਆ ਤੁਹਾਨੂੰ, ਮੈਂ ਕੀ ਕਿਹਾ ਸੀ, a ਕਿਊਬ ਪਲੱਸ b ਕਿਊਬ ਕਿਹਦੇ ਬਰਾਬਰ ਹੁੰਦਾ ਹੈ, a ਪਲੱਸ b ਇੰਟੂ a ਸਕੁਅਰ ਮਾਈਨਸ ab ਪਲੱਸ b ਸਕੁਅਰ, ਮੈਂ ਇਹੀ ਪੜ੍ਹਾਇਆ ਸੀਗਾ। ਤੇ ਥੱਲੇ ਕੀ ਹੈ, a ਸਕੁਅਰ ਮਾਈਨਸ ab ਪਲੱਸ b ਸਕੁਅਰ, ਉਹੀ ਰਿਲੇਸ਼ਨ ਥੱਲੇ ਹੈ। ਤਾਂ
ਆ ਤਾਂ ਬੱਚੇ ਸਾਰਾ ਹੀ ਕੱਟਿਆ ਗਿਆ, ਤਾਂ ਇਹਦੀ ਵੈਲਿਊ ਕਿੰਨੀ ਆ ਗਈ, ਇਹਦੀ ਵੈਲਿਊ ਕਿੰਨੀ ਆ ਗਈ, ਸਿਰਫ a plus b। ਤਾਂ a ਦੀ ਵੈਲਿਊ 0.41, b ਦੀ ਵੈਲਿਊ 0.69, ਤਾਂ ਆਨਸਰ ਆ ਜੂ ਤੁਹਾਡਾ 0.41 plus 0.69। 6 ਤੇ 4 ਦੇਖ ਕੇ ਐਡ ਕਰਕੇ 1.00 ਨਾਲ ਲਿਖ ਦਿਓ, 1.10 ਬਣਦਾ। 41 ਤੇ 69 ਜੋੜ ਕੇ 110 ਬਣਦਾ ਹੁੰਦਾ, ਤਾਂ 1.00 ਗਲਤ ਹੈ, 1.10 ਆਨਸਰ ਆਊਗਾ। ਇਹ ਮੈਂ ਆਪਸ਼ਨ ਇੱਥੇ 1.00 ਦੀ ਥਾਂ ਤੇ 11 ਸੀਗਾ, ਮੈਂ ਜਾਣ ਕੇ 1.00 ਆਪਸ਼ਨ ਲੈ ਕੇ ਆਇਆ ਕਿ ਕੁਝ ਬੱਚੇ 41 ਤੇ 69 ਨੂੰ ਜੋੜ ਕੇ ਕਿਤੇ 10 100 ਨਾ ਸਮਝ ਲੈਣ ਤੇ 1.00 ਮਾਰਕ ਕਰ ਦੇਣ। ਆ ਮੈਂ ਜਾਣ ਕੇ ਆਪਸ਼ਨ ਲੈ ਕੇ ਆਇਆ। ਇਹ ਬੱਚੇ 41 ਤੇ 69 ਜੋੜ ਕੇ 40 ਤੇ 60 ਜੋੜ ਕੇ 100 ਬਣਦੇ, 1 ਉੱਤੇ 9 ਉੱਤੇ 10 ਹੋਰ ਹੈ, ਮਤਲਬ 110 ਹੈ, ਤਾਂ 1.10 ਆਨਸਰ ਆਊਗਾ ਇਸ ਕੁਐਸਚਨ ਦਾ ਆਨਸਰ। ਸੈਕਿੰਡ ਆਪਸ਼ਨ ਹੈ ਬੱਚੇ, ਆ ਐਕਸਪ੍ਰੈਸ਼ਨਸ ਜੇ ਯਾਦ ਨੇ ਤਾਂ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਇਹਨਾਂ ਸਵਾਲਾਂ ਦੇ ਵਿੱਚ। ਜਦੋਂ ਕੋਈ ਪੇਪਰ ਨੇੜੇ ਆਊਗਾ ਆਪਾਂ ਨੰਬਰ ਸਿਸਟਮ ਦੀ ਇੱਕ ਪੂਰੀ ਦੀ ਪੂਰੀ ਕਲਾਸ ਵੀ ਲਾ ਲਾਂਗੇ। ਇਹ ਤਾਂ ਮੈਂ ਵੈਸੇ ਕੁਝ ਕੁਐਸਚਨਸ ਕਰਵਾ ਰਿਹਾ। ਉਹ ਕਹਿੰਦੇ 2.3 ਦਾ ਕਿਊਬ ਪਲੱਸ 0.027, 2.3 ਦਾ ਕਿਊਬ ਤਾਂ ਸਮਝ ਆ ਗਿਆ ਕਿ a ਕਿਊਬ ਦੀ ਗੱਲ ਹੋ ਰਹੀ ਆ। 0.027 ਕੀ ਹੈ, 0.027 ਹੈ 0.3 ਦਾ ਕਿਊਬ, ਤਾਂ ਬੱਚੇ ਇਹ b ਕਿਊਬ ਹੈ। ਤਾਂ ਐਗਜ਼ਾਮੀਨਰ ਨੇ ਜਿਵੇਂ 2.3 ਦਾ ਕਿਊਬ ਲਿਖਿਆ ਤਾਂ ਇੱਧਰ 0.3 ਦਾ ਕਿਊਬ ਨਹੀਂ ਲਿਖਿਆ, ਇੱਧਰ ਐਗਜ਼ਾਮੀਨਰ ਨੇ 0.027 ਉਹਦੀ ਵੈਲਿਊ ਖੋਲ ਕੇ ਲਿਖਤੀ। ਉਹ ਅਸੀਂ ਦੇਖਣਾ ਕਿ 0.3 ਦਾ ਕਿਊਬ ਹੈ, ਮੌਕੇ ਤੇ ਦਿਮਾਗ ਚੱਲਣਾ ਚਾਹੀਦਾ ਕਿ 0.3 ਦਾ ਕਿਊਬ ਲਿਖਿਆ ਹੋਇਆ। ਤਾਂ ਬੱਚੇ a ਕਿਊਬ ਪਲੱਸ b ਕਿਊਬ, ਜਿੱਥੇ a ਦੀ ਵੈਲਿਊ 2.3 ਹੈ, b ਦੀ ਵੈਲਿਊ 0.3 ਹੈ, ਡਿਵਾਈਡ ਬਾय a ਸਕੁਆਇਰ ਮਾਈਨਸ ab। a ਦੀ ਵੈਲਿਊ 2.3 ਹੈ, b ਦੀ ਵੈਲਿਊ 0.3 ਹੈ, ਤਾਂ ਮਲਟੀਪਲਾਈ ਕਰਾਂਗੇ 0.69 ਬਣੂਗਾ, ਤਾਂ ਮਾਈਨਸ ab ਪਲੱਸ b ਸਕੁਆਇਰ। b ਦੀ ਵੈਲਿਊ 0.3 ਹੈ ਤਾਂ ਇਹ ਉਹਦਾ ਸਕੁਆਇਰ ਲਿਖਿਆ ਹੋਇਆ ਪਲੱਸ b ਸਕੁਆਇਰ। ਤਾਂ ਬੱਚੇ ਇਹ ਕਿਹਦੇ ਬਰਾਬਰ ਆ ਜਾਊਗਾ, ਇਹ a plus b ਦੇ ਬਰਾਬਰ ਆ ਜਾਊਗਾ। ਆਪਾਂ ਹੁਣੇ ਪੜਿਆ, ਕਿਉਂਕਿ a ਕਿਊਬ ਪਲੱਸ b ਕਿਊਬ ਕੀ ਹੁੰਦਾ, a plus b into a ਸਕੁਆਇਰ ਮਾਈਨਸ ab plus b ਸਕੁਆਇਰ। ਉਹ ਥੱਲੇ ਆਇਆ ਹੋਇਆ ਤਾਂ ਇਕੱਲਾ a plus b ਆ ਜਾਊਗਾ ਆਨਸਰ। ਤਾਂ a plus b ਬੱਚੇ ਸਾਡਾ ਆਨਸਰ ਕੀ ਹੋਊਗਾ, ਜਿਹਦੇ ਵਿੱਚ a ਦੀ ਵੈਲਿਊ 2.3 ਹੈ, b ਦੀ ਵੈਲਿਊ 0.3 ਹੈ, ਤਾਂ ਐਡ ਕਰਕੇ 2.6, ਤਾਂ 2.60। ਤਾਂ ਸਾਡਾ ਆਨਸਰ ਆ ਜਾਊ ਬੱਚੇ c ਆਪਸ਼ਨ 2.60। ਤਾਂ ਇਹ ਬੱਚੇ ਆਪਣੇ ਐਲਜੈਬਰਿਕ ਐਕਸਪ੍ਰੈਸ਼ਨਸ ਵਾਲੇ ਕੁਐਸਚਨ ਨੇ। ਮਤਲਬ ਆਹ ਕੁਐਸਚਨ ਹੈ ਜਿਹੜਾ ਪਹਿਲਾ, ਇਹ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਹੈ, ਮੈਂ ਉਹਦੇ ਵਿੱਚੋਂ ਸਕਰੀਨਸ਼ਾਟ ਜਿਹਾ ਲਿਆ ਹੋਇਆ ਸੀਗਾ। ਇਹ ਆਹ ਪਟਵਾਰੀ 'ਚ ਕੁਐਸਚਨ ਆਇਆ ਹੋਇਆ ਸੀ ਪਰ ਮੈਂ ਫਿਗਰਸ ਚੇਂਜ ਕੀਤੀਆਂ ਨੇ। ਆਹ ਕੁਐਸਚਨ ਮੈਂ ਆਪਣੇ ਵੱਲੋਂ ਲੈ ਕੇ ਆਇਆ ਵੀ ਜੇ ਐਗਜ਼ਾਮੀਨਰ ਕੋਈ ਇਹੋ ਜਿਹੀ ਕਲੋਲ ਕਰਦੇ ਮੌਕੇ ਤੇ ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ, ਮੌਕੇ ਤੇ ਦਿਮਾਗ ਲਾ ਲੈਣਾ ਹੈਗਾ। ਇਹ ਮੈਂ ਕੁਐਸਚਨ ਆਪਣੇ ਵੱਲੋਂ ਲੈ ਕੇ ਆਇਆ। ਇਸ ਤੋਂ ਬਾਅਦ ਅਖੀਰ ਤੇ ਬੱਚੇ ਆਪਣਾ ਰਹਿ ਗਿਆ ਹੈਂਡਸ਼ੇਕਸ ਵਾਲਾ ਸਵਾਲ। ਹੈਂਡਸ਼ੇਕਸ ਵਾਲੇ 3 ਸਵਾਲ ਨੇ, 3 ਸਵਾਲਾਂ ਬਾਅਦ ਅੱਜ ਦੀ ਕਲਾਸ ਖਤਮ ਹੋ ਜੂਗੀ। ਧਿਆਨ ਨਾਲ ਦੇਖੋ, ਐਟ ਦਾ ਐਂਡ ਆਫ ਅ ਬਿਜ਼ਨਸ ਕਾਨਫਰੰਸ, ਕਹਿੰਦੇ ਕੋਈ ਬਿਜ਼ਨਸ ਕਾਨਫਰੰਸ ਹੋਈ, ਉਹਦੇ ਅਖੀਰ ਤੇ ਆਲ 15 ਪੀਪਲ ਪ੍ਰੈਜ਼ੈਂਟ, ਜਿਹੜੇ 15 ਲੋਕ ਪ੍ਰੈਜ਼ੈਂਟ ਸੀ ਮੀਟਿੰਗ ਦੇ ਵਿੱਚ, ਸ਼ੇਕ ਹੈਂਡਸ ਵਿਦ ਈਚ ਅਦਰ ਵਨਸ, ਹਰ ਇੱਕ ਨੇ ਇੱਕ ਦੂਜੇ ਨਾਲ ਇੱਕ ਵਾਰੀ ਹੱਥ ਮਿਲਾਇਆ। ਤਾਂ ਹਾਊ ਮੈਨੀ ਹੈਂਡਸ਼ੇਕਸ ਵਿਲ ਬੀ देयर ਇਨ देयर ਆਲ ਟੁਗੇਦਰ। ਐਗਜ਼ਾਮੀਨਰ ਕਹਿੰਦਾ ਯਾਰ ਕਿਸੇ ਮੀਟਿੰਗ ਦੇ ਵਿੱਚ 15 ਲੋਕ ਸੀਗੇ, ਮੀਟਿੰਗ ਖਤਮ ਹੋਈ, 15 ਦੇ 15 ਲੋਕਾਂ ਨੇ ਇੱਕ ਦੂਜੇ ਨਾਲ ਹੱਥ ਮਿਲਾਇਆ ਇੱਕ ਵਾਰੀ, ਮਤਲਬ ਕਿਸੇ ਨੇ ਰਿਪੀਟ ਨਹੀਂ ਕੀਤਾ। 15 ਦੇ 15 ਲੋਕਾਂ ਨੇ ਇੱਕ ਦੂਜੇ ਨਾਲ ਹੱਥ ਮਿਲਾਇਆ। ਤਾਂ ਉਹ ਕਹਿੰਦੇ ਦੱਸੋ ਵੀ ਮੀਟਿੰਗ ਹਾਲ 'ਚ ਫਿਰ ਕਿੰਨੇ ਹੈਂਡਸ਼ੇਕਸ ਹੋਏ। ਆਪਾਂ ਹੈਂਡਸ਼ੇਕਸ ਕਾਊਂਟ ਕਰਨੇ ਆ, 15 ਬੰਦੇ ਨੇ ਕਿੰਨੇ ਹੈਂਡਸ਼ੇਕਸ ਹੋਣਗੇ। ਹੁਣ ਮੈਨੂੰ ਪਤਾ ਕਾਫੀ ਬੱਚੇ ਆਨਸਰ ਕਰ ਗਏ ਹੋਣਗੇ, ਮਤਲਬ ਮੈਂ ਕਮੈਂਟਸ ਨਹੀਂ ਦੇਖ ਰਿਹਾ, ਕਾਫੀ ਬੱਚੇ ਆਨਸਰ ਕਰ ਗਏ ਹੋਣਗੇ, ਆਪਸ਼ਨ ਤੁਹਾਡੇ ਸਾਹਮਣੇ ਨੇਗੇ। ਤਾਂ ਬੱਚੇ ਤੁਸੀਂ ਐਗਜ਼ਾਮਪਲ ਲੈ ਲਓ, ਪਹਿਲਾਂ ਮੈਂ 15 ਫੇਰ ਸਮਝਾਉਣਾ। ਪਹਿਲਾਂ ਮੈਂ ਜਿਹੜੇ ਬੱਚਿਆਂ ਨੇ ਹੈਂਡਸ਼ੇਕਸ ਬਿਲਕੁਲ ਹੀ ਨਹੀਂ ਦੇਖਿਆ ਅੱਜ ਤੱਕ, ਮੈਂ ਉਹਨਾਂ ਨੂੰ ਛੋਟੀ ਜਿਹੀ ਉਦਾਹਰਨ ਦੇ ਕੇ ਸਮਝਾ ਦਿੰਦਾ, ਫਿਰ ਮੈਂ ਦੱਸ ਦੂੰਗਾ ਕਿ ਫਿਰ ਤੁਸੀਂ ਕਿਵੇਂ ਕੱਢਿਆ ਕਰਨਾ। ਜਿਹੜੇ ਬੱਚਿਆਂ ਨੂੰ ਆਉਂਦਾ ਉਹ ਤਾਂ ਆਨਸਰ ਕਰ ਗਏ ਹੋਣਗੇ। ਮੰਨ ਲਓ ਬੱਚੇ 4 ਬੰਦੇ ਨੇ, 4 ਬੰਦੇ ਨੇ, ਕਿਹੜੇ ਕਿਹੜੇ, A B C ਤੇ D। ਇਹਨਾਂ ਚਾਰਾਂ ਨੇ ਇੱਕ ਦੂਜੇ ਨਾਲ ਹੱਥ ਮਿਲਾਉਣਾ, ਤਾਂ ਕਿੰਨੇ ਹੈਂਡਸ਼ੇਕਸ ਹੋਣਗੇ ਬੱਚੇ, ਕਿੰਨੇ ਹੈਂਡਸ਼ੇਕਸ ਹੋਣਗੇ। ਸਭ ਤੋਂ ਪਹਿਲਾਂ A ਹੈਂਡਸ਼ੇਕ ਕਰੂਗਾ ਇੱਕ ਵਾਰੀ B ਨਾਲ, ਇੱਕ ਵਾਰੀ C ਨਾਲ, ਇੱਕ ਵਾਰੀ D ਨਾਲ। ਤਾਂ ਬੱਚੇ ਕਿੰਨੇ ਹੈਂਡਸ਼ੇਕਸ ਹੋਏ, A ਦੇ ਸਾਰਿਆਂ ਨਾਲ ਹੱਥ ਮਿਲਾਏ ਗਏ, A ਨੇ ਸਾਰਿਆਂ ਨਾਲ ਹੱਥ ਮਿਲਾ ਲਿਆ, A ਚਲ ਗਿਆ ਬਾਹਰ। ਫਿਰ ਦੂਜੇ ਨੰਬਰ ਤੇ B ਦੇ ਹੈਂਡਸ਼ੇਕ ਹੋਣਗੇ, B ਦੇ ਹੈਂਡਸ਼ੇਕ ਹੋਣਗੇ। ਹੁਣ B ਨੇ ਵਾਪਸ A ਨਾਲ ਤਾਂ ਮਿਲਾਉਣਾ ਨਹੀਂ, ਜਦੋਂ A ਨੇ B ਨਾਲ ਮਿਲਾ ਲਿਆ ਤਾਂ B ਥੋੜੀ A ਨਾਲ ਮਿਲਾਊਗਾ ਕਿਉਂਕਿ ਵਨਸ ਹੈ। ਤਾਂ B C ਨਾਲ ਮਿਲਾਊਗਾ, B D ਨਾਲ ਮਿਲਾਊਗਾ। ਤਾਂ ਬੱਚੇ ਕਿੰਨੇ ਹੈਂਡਸ਼ੇਕਸ ਹੋਏ, 2 ਹੋਰ ਹੋ ਗਏ। ਫਿਰ C ਨੇ ਹੈਂਡਸ਼ੇਕ ਕਰਨੇ ਆ, ਹੁਣ C ਦਾ B ਨਾਲ ਮਿਲ ਚੁੱਕਿਆ, A ਨਾਲ ਮਿਲ ਚੁੱਕਿਆ, ਤਾਂ C ਦਾ D ਨਾਲ ਰਹਿ ਗਿਆ, ਤਾਂ ਇੱਕ ਹੈਂਡਸ਼ੇਕ ਹੋਰ ਹੋਊਗਾ।
ਤਾਂ ਬੱਚੇ ਟੋਟਲ ਕਿੰਨੇ ਹੈਂਡਸ਼ੇਕ ਹੋਏ 3 ਤੇ 2 5 ਤੇ 1 6 ਪਰ ਇਹ ਆਨਸਰ 6 ਕਿਵੇਂ ਆਊਗਾ ਮੈਂ ਦੱਸਦਾ ਇਹ ਆਨਸਰ 6 ਕਿਵੇਂ ਆਊਗਾ ਇਹ ਆਨਸਰ ਆਊਗਾ 1 2 3 ਨੂੰ ਐਡ ਕਰਨਾ ਜਦੋਂ 4 ਲੋਕ ਨੇ ਜਦੋਂ 4 ਜਣੇ ਨੇ ਉਦੋਂ ਅਸੀਂ ਕਿੰਨੀਆਂ ਵੈਲਿਊਜ਼ ਐਡ ਕਰਨੀਆਂ ਨੇ 1 2 3 ਜੇ 7 ਲੋਕ ਹੁੰਦੇ ਅਸੀਂ ਕਿੰਨੀਆਂ ਵੈਲਿਊਜ਼ ਐਡ ਕਰਦੇ 1 2 3 4 5 6 ਜੇ 15 ਲੋਕ ਨੇ ਤਾਂ ਅਸੀਂ ਕੀ ਐਡ ਕਰਾਂਗੇ 1 2 3 4 5 6 7 8 9 10 11 12 13 14 ਅਸੀਂ ਆਹ ਵੈਲਿਊਜ਼ ਐਡ ਕਰ ਲਾਂਗੇ ਆਨਸਰ ਆ ਜਾਊਗਾ ਤਾਂ ਬੱਚੇ ਇਹਨਾਂ ਨੂੰ ਐਡ ਕਰਨਾ ਹੋਵੇ ਜੇ ਅਸੀਂ 1 ਤੋਂ ਲੈ ਕੇ ਵੈਸੇ 1 ਅਖੀਰ ਤੇ ਹੈ 2 ਇੱਧਰ ਹੈ 3 ਇੱਧਰ ਹੈ ਅਸੀਂ 1 + 2 + 3 ਵੀ ਸੋਚ ਸਕਦੇ ਹਾਂ ਤਾਂ ਜੇ ਅਸੀਂ 1 2 ਤੇ 3 ਨੂੰ ਐਡ ਕਰਨਾ ਤਾਂ ਹਮੇਸ਼ਾ ਨੰਬਰ ਕੀ ਆਉਂਦਾ ਹੁੰਦਾ ਐਡ ਕਰਕੇ 3 ਗੁਣਾ 3 ਤੋਂ ਅਗਲਾ ਨੰਬਰ 4/2 ਐਡ ਕਰਕੇ ਜਦੋਂ ਅਸੀਂ 1 ਤੋਂ ਸ਼ੁਰੂ ਹੋ ਕੇ ਕੁਝ ਨੈਚੁਰਲ ਨੰਬਰਸ ਐਡ ਕਰਨੇ ਹੁੰਦੇ 1 ਤੋਂ ਲੈ ਕੇ 3 ਤੱਕ ਐਡ ਕਰਨਾ ਤਾਂ 3 ਗੁਣਾ ਅਗਲਾ ਨੰਬਰ 4/2 ਪਰ ਅਗਲਾ ਨੰਬਰ 4 ਕੀ ਹੈ ਨੰਬਰ ਆਫ ਪਰਸਨਸ ਅਗਲਾ ਨੰਬਰ 4 ਕੀ ਹੈ ਨੰਬਰ ਆਫ ਪਰਸਨਸ ਤਾਂ ਬੱਚੇ ਤੁਸੀਂ ਹਮੇਸ਼ਾ ਕੀ ਧਿਆਨ 'ਚ ਰੱਖਣਾ ਹੈ ਤੁਸੀਂ ਹਮੇਸ਼ਾ ਧਿਆਨ 'ਚ ਰੱਖਣਾ ਕਿ ਟੋਟਲ ਹੈਂਡਸ਼ੇਕਸ ਕਿੰਨੇ ਹੋਣਗੇ ਜਿੰਨੇ ਪਰਸਨਸ ਨੇ ਉਹ ਨੰਬਰ ਇਨਟੂ ਉਹ ਤੋਂ ਪਿਛਲਾ ਨੰਬਰ ਜਦੋਂ ਅਸੀਂ 1 2 3 ਨੂੰ ਐਡ ਕਰ ਰਹੇ ਹਾਂ ਉਦੋਂ ਤਾਂ 3 ਗੁਣਾ ਅਗਲਾ ਨੰਬਰ ਕਰ ਰਹੇ ਹਾਂ ਪਰ ਪਰਸਨਸ ਦੇ ਹਿਸਾਬ ਨਾਲ ਸੋਚਣਾ ਤਾਂ ਕਿੰਨੇ ਹੈਂਡਸ਼ੇਕਸ ਹੋਣਗੇ ਜਿੰਨੇ ਪਰਸਨਸ ਨੇ 4 ਇਨਟੂ ਉਹ ਤੋਂ ਪਿਛਲਾ ਨੰਬਰ ਛੋਟਾ ਨੰਬਰ 1 3/2 ਤਾਂ 12/2 ਆ ਗਏ 6 ਹੈਂਡਸ਼ੇਕਸ ਇਹ ਆਨਸਰ ਆ ਜਾਇਆ ਕਰੂਗਾ ਤਾਂ ਜੇ ਸਾਡੇ ਕੋਲ 4 ਦੀ ਥਾਂ ਤੇ 15 ਬੰਦੇ ਨੇ ਤਾਂ ਬੱਚੇ ਕਿੰਨੇ ਹੈਂਡਸ਼ੇਕ ਬਣ ਜਾਣਗੇ 15 ਇਨਟੂ ਇੱਕ ਛੋਟਾ ਨੰਬਰ 14/2 ਤਾਂ ਇਹ ਆ ਗਿਆ ਬੱਚੇ 15 ਗੁਣਾ 7 105 ਹੈਂਡਸ਼ੇਕ ਇਹ ਤੋਂ ਸੌਖਾ ਤਰੀਕਾ ਨਹੀਂ ਕੋਈ ਹੈਗਾ ਮਤਲਬ ਇਹ ਤੋਂ ਸੌਖਾ ਕੀ ਛੱਡੋ ਹੋਰ ਕੋਈ ਤਰੀਕਾ ਹੀ ਨਹੀਂ ਹੈਗਾ 105 ਹੈਂਡਸ਼ੇਕਸ ਸਾਡਾ ਆਨਸਰ ਆ ਗਿਆ ਤਾਂ ਕਦੇ ਵੀ ਮੀਟਿੰਗ ਹਾਲ ਦੇ ਵਿੱਚ ਜਿੰਨੇ ਵੀ ਪਰਸਨਸ ਹੋਣ ਤੁਹਾਨੂੰ ਜੇ ਨੰਬਰ ਆਫ ਪਰਸਨਸ ਮੈਂਸ਼ਨਡ ਨੇ ਕਿ ਇੰਨੇ ਪਰਸਨ ਨੇ ਤਾਂ ਉਹਨਾਂ ਸਾਰਿਆਂ ਨੇ ਜਦੋਂ ਇੱਕ ਦੂਜੇ ਨਾਲ ਇੱਕ ਵਾਰੀ ਹੱਥ ਮਿਲਾਇਆ ਤਾਂ ਟੋਟਲ ਹੈਂਡਸ਼ੇਕਸ ਕਿੰਨੇ ਹੋਣਗੇ ਜਿੰਨੇ ਪਰਸਨਸ ਨੇ ਮਲਟੀਪਲਾਈ ਬਾਏ ਉਹ ਤੋਂ ਇੱਕ ਛੋਟਾ ਨੰਬਰ /2 ਤਾਂ ਜੇ 15 ਲੋਕ ਨੇ ਤਾਂ 15 ਗੁਣਾ ਛੋਟਾ ਨੰਬਰ 14/2 ਜੇ ਕਿਤੇ 8 ਬੰਦੇ ਹੁੰਦੇ ਤਾਂ ਕਿੰਨੇ ਹੈਂਡਸ਼ੇਕਸ ਹੁੰਦੇ 8 ਗੁਣਾ 7/2 ਜੇ 40 ਲੋਕ ਹੁੰਦੇ ਤਾਂ ਕਿੰਨੇ ਹੈਂਡਸ਼ੇਕਸ ਹੁੰਦੇ 40 ਗੁਣਾ 39/2 ਤਾਂ ਜਿੰਨੇ ਪਰਸਨਸ ਨੇ ਮਲਟੀਪਲਾਈ ਉਹ ਤੋਂ ਇੱਕ ਛੋਟਾ ਨੰਬਰ ਡਿਵਾਈਡ ਬਾਈ 2 ਸਾਡੇ ਹੈਂਡਸ਼ੇਕਸ ਆ ਜਾਣਗੇ ਹਮੇਸ਼ਾ ਯਾਦ ਰੱਖਣਾ ਤਾਂ ਇੱਕ ਕੁਐਸਚਨ ਆਪਾਂ ਜਿਹੜਾ ਕਰ ਰਹੇ ਹਾਂ ਉਹ ਕੁਐਸਚਨ ਕੀ ਹੈ ਸਾਨੂੰ ਨੰਬਰ ਆਫ ਪਰਸਨਸ ਦਿੱਤੇ ਆ ਹੈਂਡਸ਼ੇਕ ਪੁੱਛਿਆ ਇੱਕ ਕੁਐਸਚਨ ਆਊਗਾ ਜਿਹ 'ਚ ਸਾਨੂੰ ਐਗਜ਼ਾਮੀਨਰ ਕਹਿ ਦੂਗਾ ਵੀ ਕੁਝ ਲੋਕ ਨੇ ਮੀਟਿੰਗ ਕਰ ਰਹੇ ਨੇ ਮੀਟਿੰਗ ਖਤਮ ਹੋਈ ਸਾਰਿਆਂ ਨੇ ਇੱਕ ਦੂਜੇ ਨਾਲ ਹੱਥ ਮਿਲਾਏ ਇੰਨੇ ਹੈਂਡਸ਼ੇਕਸ ਹੋਏ ਨੰਬਰ ਆਫ ਪਰਸਨਸ ਦੱਸੋ ਸਾਨੂੰ ਐਗਜ਼ਾਮੀਨਰ ਇਹ ਵੀ ਕਹਿ ਸਕਦਾ ਨਾ ਕਿ 105 ਹੈਂਡਸ਼ੇਕ ਹੋਏ ਤਾਂ ਪਰਸਨਸ ਦੱਸੋ ਤਾਂ ਬੱਚੇ ਅਸੀਂ ਕੀ ਕਰਨਾ ਹੈ ਮੈਂ ਉਹ ਐਗਜ਼ਾਮਪਲ ਲਊਂਗਾ ਮੈਂ ਇੱਥੇ ਆ ਮਟਾਉਣਾ ਨਹੀਂ ਚਾਹੁੰਦਾ ਵੀ ਇਹ ਸਾਰੇ ਬੱਚਿਆਂ ਨੂੰ ਸੌਖਾ ਸਮਝ ਆਇਆ ਸਾਫ਼ ਲਿਖਿਆ ਤਾਂ ਇਹ ਰੱਖ ਲੈਂਦੇ ਆ ਅਗਲੀ ਸਲਾਈਡ ਤੇ ਸਮਝਾ ਦੇਣਾ ਅਗਲਾ ਕੁਐਸਚਨ ਦੇਖੋ 10 children take part in a tournament each one has to play with every other one how many games must they play ਐਗਜ਼ਾਮੀਨਰ ਕਹਿੰਦਾ ਕਿਸੇ ਟੂਰਨਾਮੈਂਟ ਦੇ ਵਿੱਚ 10 ਨਿਆਣਿਆਂ ਨੇ ਖੇਡਣਾ ਹੈ 10 ਨਿਆਣਿਆਂ ਨੇ ਇੱਕ ਦੂਜੇ ਨਾਲ ਇੱਕ ਵਾਰੀ ਖੇਡਣਾ ਹੈ each child has to play with every other child once ਤਾਂ ਕਹਿੰਦੇ ਕਿੰਨੀਆਂ ਗੇਮਾਂ ਹੋਣਗੀਆਂ ਤਾਂ ਬੱਚੇ ਜਿਵੇਂ ਇੱਕ ਜਾਣੇ ਨੇ ਇੱਕ ਜਾਣੇ ਨਾਲ ਹੱਥ ਮਿਲਾਇਆ ਉਵੇਂ ਇੱਕ ਜਾਣੇ ਨਾਲ ਖੇਡਿਆ ਤਾਂ ਜਿੰਨੇ ਹੈਂਡਸ਼ੇਕਸ ਹੋਣੀਆਂ ਗੇਮਸ ਤਾਂ 10 ਜਾਣੇ ਨੇ ਇਨਟੂ 9/2 ਤਾਂ ਬੱਚੇ ਕਿੰਨੀਆਂ ਗੇਮਸ ਹੋਣਗੀਆਂ 45 ਗੇਮਸ 45 ਗੇਮਸ ਇਸ ਕੁਐਸਚਨ ਦਾ ਆਨਸਰ ਆ ਜਾਊਗਾ ਸੈਕੰਡ ਆਪਸ਼ਨ ਤਾਂ ਸਮਝ ਆ ਗਿਆ ਜੀ ਹੈਂਡਸ਼ੇਕਸ ਵਾਲੇ ਮਾਮਲੇ 'ਚ ਜ਼ਰੂਰੀ ਨਹੀਂ ਕਿ ਹੈਂਡਸ਼ੇਕਸ ਤੇ ਕੁਐਸਚਨ ਆ ਜਾਏ ਗੇਮਸ ਦੇ ਉੱਤੇ ਕੁਐਸਚਨ ਆ ਗਿਆ ਹਮੇਸ਼ਾ ਕਿਵੇਂ ਕਰਨਾ ਹੈਗਾ ਸਮਝ ਆ ਗਿਆ ਜੀ ਸਾਰਿਆਂ ਨੂੰ ਹੁਣ ਮੈਂ ਕੁਐਸਚਨ ਦੇ ਦਿੰਦਾ ਤੁਹਾਨੂੰ ਐਗਜ਼ਾਮੀਨਰ ਕਹਿੰਦਾ ਕਿਸੇ ਕਾਨਫਰੰਸ ਰੂਮ ਦੇ ਵਿੱਚ ਕੁਝ ਲੋਕ ਨੇ ਉਹਨਾਂ ਨੇ ਮੀਟਿੰਗ ਖਤਮ ਹੋਣ ਤੋਂ ਬਾਅਦ ਇੱਕ ਦੂਜੇ ਨਾਲ ਹੱਥ ਮਿਲਾਇਆ ਤਾਂ 45 ਹੈਂਡਸ਼ੇਕਸ ਹੋਏ 45 ਹੈਂਡਸ਼ੇਕਸ ਹੋਏ ਤਾਂ ਨੰਬਰ ਆਫ ਪਰਸਨਸ ਦੱਸੋ ਕਿੰਨੇ ਨੇ ਤਾਂ ਬੱਚੇ ਤੁਹਾਨੂੰ ਪਤਾ ਹੈ ਕਿ ਨੰਬਰ ਆਫ ਪਰਸਨਸ ਜੇ ਕੋਈ ਵੀ ਨੰਬਰ ਹੈ ਇਨਟੂ ਉਹ ਤੋਂ ਇੱਕ ਛੋਟਾ ਨੰਬਰ /2 ਉਹ 45 ਦੇ ਬਰਾਬਰ ਹੈ ਇੰਨੀ ਗੱਲ ਤਾਂ ਪਤਾ ਹੈ ਨਾ ਮੈਂ ਵੈਸੇ ਹੀ ਲਿਖ ਦਿੰਦਾ ਆਪਣੀ ਭਾਸ਼ਾ 'ਚ ਕੀ ਬਣਿਆ ਇਹ ਕਿ ਜੇ ਨੰਬਰ ਆਫ ਪਰਸਨਸ n ਨੇ ਮਲਟੀਪਲਾਈ n ਤੋਂ ਇੱਕ ਛੋਟਾ ਨੰਬਰ /2 ਕਰ ਦਾਂਗੇ ਤਾਂ 45 ਦੇ ਬਰਾਬਰ ਆ ਜਾਊਗਾ ਤਾਂ ਤੁਸੀਂ ਹਮੇਸ਼ਾ ਕੀ ਕਰਨਾ ਹੈ ਜਿੰਨੇ ਹੈਂਡਸ਼ੇਕਸ ਹੋਏ ਉਹਨੂੰ 2 ਗੁਣਾ ਕਰ ਦਿਓ ਮਤਲਬ ਆ 2 ਉੱਪਰ ਲੈ ਜਾਓ
ਆ 2 ਉੱਪਰ चल गया तो 90 बन गया। तो ये 90 की आ गया जिन्ने परसनस ने इंटू एक छोटे नंबर नाल मल्टीप्लाई करके 90 बनना चाहिए। तो तुसी बस ये देखना है कि केड़ा ऑप्शन है ਜਿਹੜੇ ਨੰਬਰ ਨੂੰ ਉਹ ਤੋਂ ਛੋਟੇ ਨੰਬਰ ਨਾਲ ਮਲਟੀਪਲਾਈ ਕਰਕੇ 90 ਬਣੂਗਾ ਤਾਂ ਆਨਸਰ ਤੁਹਾਡਾ ਨਾਲ ਦੀ ਨਾਲ 10 ਆ ਜਾਊਗਾ। ਤਾਂ ਸਮਝ ਆ ਗਈ ਜੀ ਗੱਲ। ਜੇ 45 ਹੈਂਡਸ਼ੇਕ ਨੇ ਤਾਂ ਮਤਲਬ ਤੁਸੀਂ ਆ 2 ਗੁਣਾ ਕਰ ਦੇਣਾ, ਹੈਂਡਸ਼ੇਕਸ ਨੂੰ 2 ਗੁਣਾ ਕਰ ਦਿਓ, 90 ਹੋ ਗਿਆ। ਤਾਂ ਜਿੰਨੇ ਪਰਸਨਸ ਨੇ ਉਹ ਨੰਬਰ ਇੰਟੂ ਉਹ ਤੋਂ ਛੋਟਾ ਨੰਬਰ ਉਹ 90 ਬਣਨਾ ਚਾਹੀਦਾ। ਤਾਂ ਆਪਸ਼ਨਾਂ 'ਚੋਂ ਪਤਾ ਲੱਗ ਜੂ ਕਿ 10 ਗੁਣਾ 9 ਹੀ 90 ਬਣਦਾ, 11 ਗੁਣਾ 10 90 ਨਹੀਂ ਬਣੂਗਾ, 8 ਗੁਣਾ 7 90 ਨਹੀਂ ਬਣੂਗਾ, 14 ਗੁਣਾ 13 90 ਨਹੀਂ ਬਣੂਗਾ, ਤਾਂ 10 ਗੁਣਾ 9 ਹੀ ਬਣੂਗਾ, ਤਾਂ 10 ਆਨਸਰ ਆ ਜਾਊਗਾ। ਤਾਂ ਅਗਲਾ ਕੁਐਸਚਨ ਬੱਚੇ ਆਪਣਾ ਇਸੇ ਤਰ੍ਹਾਂ ਦਾ ਹੈ। ਇਨ ਅ ਪਾਰਟੀ ਐਵਰੀ ਪਰਸਨ ਸ਼ੇਕਸ ਹੈਂਡਸ ਵਿਦ ਐਵਰੀ ਅਦਰ ਪਰਸਨ ਇਫ देयर आर टोटल 28 हैंडशेक्स then find the number of persons। ਤਾਂ ਕਿੰਨੇ ਹੈਂਡਸ਼ੇਕਸ ਨੇ 28, ਤਾਂ 28 ਦਾ 2 ਗੁਣਾ ਕਰ ਦਿਓ 56। ਤਾਂ ਕੋਈ ਇਹੋ ਜਿਹਾ ਨੰਬਰ ਜਿਹਨੂੰ ਉਹ ਤੋਂ ਛੋਟੇ ਨੰਬਰ ਨਾਲ ਮਲਟੀਪਲਾਈ ਕਰਕੇ 56 ਬਣੇ। ਆ ਲਓ ਜੀ, ਸੈਕੰਡ ਆਪਸ਼ਨ ਤੁਹਾਡਾ ਆਨਸਰ ਆ ਗਿਆ 8 ਪਰਸਨਸ। ਇਹ ਤਾਂ ਸੌਖਾ ਤਰੀਕਾ ਨਹੀਂ ਕੋਈ ਹੈਗਾ। ਜੇ ਸਾਨੂੰ ਪਰਸਨਸ ਦੱਸੇ ਆ ਤਾਂ ਹੈਂਡਸ਼ੇਕਸ ਕੱਢ ਲਾਂਗੇ, ਜੇ ਸਾਨੂੰ ਹੈਂਡਸ਼ੇਕਸ ਦੱਸੇ ਤਾਂ ਅਸੀਂ ਨੰਬਰ ਆਫ ਪਰਸਨਸ ਵੀ ਬਹੁਤ ਈਜ਼ੀਲੀ ਕੱਢ ਲਾਂਗੇ। ਇਹ ਬੱਚੇ ਆਪਣੀ ਅੱਜ ਦੀ ਕਲਾਸ ਸੀ। ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਦਾ ਪੁਰਾਣੇ ਪੇਪਰ ਦੇ ਕੁਐਸਚਨਸ ਪਿਕ ਕੀਤੇ, ਜਿਹਦੇ ਵਿੱਚ ਅੱਜ ਆਪਾਂ ਨੰਬਰ ਸਿਸਟਮ ਦੇ ਕੁਐਸਚਨਸ ਕੀਤੇ। ਜਿਵੇਂ ਆਪਾਂ ਡੀਆਈ ਕਰਨੀ ਸ਼ੁਰੂ ਕਰ ਲਈ ਸੀ, 1-1 2-2 ਕਲਾਸਾਂ ਛੱਡ ਕੇ ਡੀਆਈ ਕਰ ਰਹੇ ਹਾਂ, ਤਾਂ ਹੁਣ 1-1 2-2 ਕਲਾਸਾਂ ਛੱਡ ਕੇ ਨੰਬਰ ਸਿਸਟਮ ਵੀ ਕਰਿਆ ਕਰਾਂਗੇ ਕਿ ਫ੍ਰੀ ਦੇ ਨੰਬਰ ਉਹ ਪੱਕੇ ਕਰੀਏ ਜਿਹੜੇ 10 ਸਕਿੰਟਾਂ ਦੇ ਵਿੱਚ ਆਨਸਰ ਆ ਜਾਊਗਾ। ਹੈਂਡਸ਼ੇਕਸ ਹੋ ਗਿਆ, ਐਲਸੀਐਮ ਐਚਸੀਐਫ ਹੋ ਗਿਆ, ਅਲਜੈਬਰਿਕ ਐਕਸਪ੍ਰੈਸ਼ਨਸ ਹੋ ਗਏ, ਆਪਾਂ ਯੂਨਿਟ ਡਿਜਿਟ ਵਾਲੇ ਨੰਬਰ ਵੀ ਕਰਕੇ ਆਉਣੇ ਆ। ਆਪਾਂ ਇਸ ਤੋਂ ਬਿਨਾ ਮੇਰੇ ਖਿਆਲ 'ਚ ਸਰਡਸ ਇੰਡਿਸਿਸ ਦੇ ਕੁਝ ਕੁਐਸਚਨਸ ਬਣ ਜਾਂਦੇ ਹੁੰਦੇ ਆ, ਬੋਰਡ ਮਾਸ ਵਾਲੇ ਕੁਐਸਚਨਸ ਦੀ ਪ੍ਰੈਕਟਿਸ ਕਰਾਂਗੇ, ਆਪਾਂ ਕੁਝ ਉਹੋ ਜਿਹੇ ਕੁਐਸਚਨਸ ਪਿਕ ਕਰਾਂਗੇ। ਉਸ ਤੋਂ ਬਿਨਾ ਅੱਜ ਦੀ ਕਲਾਸ ਦੇ ਵਿੱਚ ਆਪਾਂ ਬੋਰਡਸ ਐਂਡ ਸਟ੍ਰੀਮਸ, ਕਾਫੀ ਬੱਚੇ ਕਾਫੀ ਦਿਨਾਂ ਤੋਂ ਕਹਿ ਰਹੇ ਸੀ ਬੋਰਡਸ ਐਂਡ ਸਟ੍ਰੀਮਸ ਕੀਤਾ, ਤਾਂ ਮਤਲਬ ਪੰਜਾਬ ਦੇ ਪੁਰਾਣੇ ਪੇਪਰ ਪਲੱਸ ਉਹਨਾਂ ਦੇ ਨਾਲ ਕੁਝ ਮਿਲਦੇ ਜੁਲਦੇ ਕੁਐਸਚਨ ਜਿਹੜੇ ਆਏ ਹੋਏ ਨੇ ਜਾਂ ਐਤਕੀ ਆਉਣ ਦੇ ਚਾਂਸਿਸ ਨੇ ਉਹ ਕਰ ਰਹੇ ਆ। ਅਗਲੀ ਜਿਹੜੀ ਹੁਣ ਆਪਣੀ ਕਲਾਸ ਹੋਊਗੀ, ਅੱਜ ਮੇਰੇ ਖਿਆਲ 'ਚ ਵੀਰਵਾਰ ਹੈ, ਤਾਂ ਜਿਹੜੀ ਸ਼ਨੀਵਾਰ ਨੂੰ ਕਲਾਸ ਹੋਊਗੀ ਉਹਦੇ ਵਿੱਚ ਮਤਲਬ ਮੈਂ ਇੱਕ ਤਾਂ ਤੁਹਾਡੇ ਕਮੈਂਟਸ ਪੜ੍ਹ ਰਿਹਾਗਾ। ਕਮੈਂਟਸ ਦੇ ਵਿੱਚੋਂ ਮਤਲਬ ਸਾਰੀਆਂ ਚੀਜ਼ਾਂ ਤਾਂ ਫਿਰ ਵੀ ਮਿਸ ਹੋ ਜਾਂਦੇ ਨੇ, ਸਾਰਾ ਕੁਝ ਤਾਂ ਸਾਰੇ ਦੇ ਵਿੱਚੋਂ ਕੁਛ ਨਾ ਕੁਛ ਮਿਸ ਹੋ ਜਾਂਦਾ, ਫਿਰ ਵੀ ਜਿੰਨਾ ਕੁ ਮੈਨੂੰ ਧਿਆਨ 'ਚ ਰਹਿੰਦਾ ਮੈਂ ਉਹ ਕਰਦਾ। ਤਾਂ ਮੈਂ ਅਗਲੀ ਕਲਾਸ 'ਚ ਕੋਸ਼ਿਸ਼ ਕਰੂੰਗਾ ਕਿ ਜਿਹੜੇ ਬੱਚੇ 2 ਬੱਚਿਆਂ ਨੇ ਅਲੱਗ-ਅਲੱਗ ਕਿਹਾ ਕਿ 2018 ਦੇ ਕੋਆਪਰੇਟਿਵ ਬੈਂਕ ਦੇ ਪੇਪਰ 'ਚ ਕੋਈ ਵੈਨ ਡਾਇਗਰਾਮ ਆਈ ਸੀ ਉਹ ਕਰਵਾਦਾ, ਤਾਂ ਮੈਂ ਕੋਸ਼ਿਸ਼ ਕਰੂੰ ਜੇ ਅੱਜ ਮੈਂ ਯਾਦ ਨਾਲ ਇੱਥੋਂ ਆਪਦੀ ਕਿਤਾਬ ਲੈ ਗਿਆ ਤਾਂ ਅਗਲੀ ਪੀਪੀਟੀ ਦੇ ਵਿੱਚ ਮੈਂ ਉਹ ਸ਼ਾਮਲ ਕਰ ਲੂੰਗਾ। ਅਦਰਵਾਈਜ਼ ਜੋ ਤੁਸੀਂ ਬਾਕੀ ਚੀਜ਼ਾਂ ਕਮੈਂਟ ਸੈਕਸ਼ਨ ਦੇ ਵਿੱਚ ਕਰ ਰਹੇ ਹੋ, ਮੈਨੂੰ ਇੱਕ ਸਟੂਡੈਂਟ ਨੇ ਪੇਪਰ ਭੇਜਿਆ ਹੈਗਾ ਪਿਛਲੇ ਸਾਲ ਜਿਹੜੇ ਸਬ ਇੰਸਪੈਕਟਰ ਦੇ ਪੇਪਰ ਹੋਏ ਸੀ, ਉਹ ਪੇਪਰ ਮੇਰੇ ਕੋਲ ਖੈਰ ਪਏ ਨੇਗੇ। ਸਬ ਇੰਸਪੈਕਟਰ ਦੇ ਜਿਹੜੇ ਪੇਪਰ ਆਨਲਾਈਨ ਹੋਏ ਸੀ ਤੇ ਪਰ ਕੈਂਸਲ ਹੋ ਗਏ ਸੀ, ਉਹ ਮਤਲਬ ਮੈਮਰੀ ਬੇਸਡ ਕੁਐਸਚਨਸ ਜਿਹੜੇ ਬੱਚਿਆਂ ਨੇ ਦੱਸੇ ਆ ਕੇ ਤਾਂ ਉਹ ਤੋਂ ਕੁਐਸਚਨ ਪੇਪਰ ਤਿਆਰ ਕੀਤੇ, ਤਾਂ ਉਹ ਕੁਐਸਚਨ ਪੇਪਰ ਵੀ ਆਪਾਂ ਕਰਾਂਗੇ। ਮਤਲਬ ਪਟਵਾਰੀ ਦਾ ਪੇਪਰ ਮਤਲਬ ਪੂਰੇ ਦਾ ਪੂਰਾ ਪੇਪਰ ਪਿਆ ਹੈਗਾ, ਉਹ ਵੀ ਮੈਂ ਲੈ ਕੇ ਆਉਂਗਾ। ਉਹ ਮੈਂ ਇਸ ਕਰਕੇ ਲੇਟ ਕਰਾ ਰਿਹਾ ਕਿ ਪਟਵਾਰੀ ਦਾ ਪੇਪਰ 6 ਮਹੀਨੇ ਪਹਿਲਾਂ ਹੋਇਆ, ਕਾਫੀ ਬੱਚਿਆਂ ਨੇ ਕਿਤੇ ਨਾ ਕਿਤੇ ਦੇਖਿਆ ਹੀ ਹੋਣਾ, ਸੋਲਵ ਕਰਕੇ ਆਪ ਕੀਤਾ ਹੋਣਾ ਜਾਂ ਕਿਸੇ ਨਾ ਕਿਸੇ ਚੈਨਲ ਤੇ ਦੇਖਿਆ ਹੋਣਾ, ਸੋ ਇਸ ਕਰਕੇ ਉਹਨੂੰ ਥੋੜਾ ਲੇਟ ਕਰ ਰਹੇ ਹਾਂ। ਤਾਂ ਹੋਰ ਜਿਹੜੇ ਪੁਰਾਣੇ ਪੇਪਰ ਨੇ ਇੰਪੋਰਟੈਂਟ, ਜਿਹੜੇ ਆਪਣੇ ਆਫਿਸਰ ਲੈਵਲ ਦੇ ਐਗਜ਼ਾਮਸ ਨੇ ਜਿਨ੍ਹਾਂ ਦੇ ਵਿੱਚ ਥੋੜੇ ਜਿਹੇ ਚੰਗੇ ਕੁਐਸਚਨ, ਚੰਗੇ ਲੈਵਲ ਦੇ ਕੁਐਸਚਨ ਆ ਜਾਂਦੇ, ਜਿਵੇਂ ਅੱਜ ਏਜਿਸ ਚੈਪਟਰ ਦੇ ਮੈਂ ਕੁਐਸਚਨ ਲੈ ਕੇ ਆਇਆ, ਤਾਂ ਕੁਝ ਉਹੋ ਜਿਹੇ ਕੁਐਸਚਨ ਆਪਾਂ ਕਰਦੇ ਜਾਵਾਂਗੇ। ਮਤਲਬ ਅਗਲੇ ਸੈਸ਼ਨ ਦੇ ਵਿੱਚ ਮੈਂ ਉਮੀਦ ਕਰੂੰਗਾ ਕਿ ਜਿਹੜੇ ਤੁਸੀਂ ਕਮੈਂਟਸ ਹੋਣਗੇ ਮੈਂ ਉਹ ਸ਼ਾਮਲ ਕਰ ਸਕਾਂ, ਪਲੱਸ ਥੋੜੀ ਜਿਹੀ ਡੀਆਈ ਵੀ ਕਰ ਸਕਾਂ। 2 ਕਲਾਸਾਂ ਹੋ ਗਈਆਂ, ਡੀਆਈ ਨਹੀਂ ਕੀਤੀ, 3 ਕਲਾਸਾਂ ਹੋ ਗਈਆਂ, ਤਾਂ ਡੀਆਈ ਵੀ ਥੋੜੀ ਜਿਹੀ ਕਰ ਸਕੇ, ਨੰਬਰ ਸਿਸਟਮ ਦੇ ਕੁਝ ਨਾ ਕੁਝ ਟੌਪਿਕਸ ਜਿਹੜੇ ਰਹਿ ਗਏ ਉਹ ਸ਼ਾਮਲ ਕਰ ਸਕਾਂ। ਤਾਂ ਇਹਨਾਂ ਸਵਾਲਾਂ ਦੇ ਨਾਲ ਅਗਲੀ ਕਲਾਸ ਦੇ ਵਿੱਚ ਮਿਲਦੇ ਹਾਂ ਬੱਚੇ। ਥੈਂਕ ਯੂ।